रिलायबल मतलब भरोसेमंद ते भरोसेमंद मतलब रिलायबल टायर डिपो। रिलायबल टायर डिपो डील्स इन होलसेल ट्रक टायर्स इन कैलिफोर्निया ते इस तो इलावा ट्रकों का ऑयल चेंज करवाना होवे, ब्रेक्स का काम करवाना होवे, सील्स का, एसी का ਜਾਂ ਫਿਰ ट्रक का कोई होर काम करवाना होए, तुसी रिलायबल टायर डिपो ते ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹੋ। ਵੀ ਆਰ ਆਲਸੋ ਆਥੋਰਾਈਜ਼ਡ ਡੀਲਰ ਆਫ JK ਵਿਕਰਾਂਤ ਟਾਇਰਸ ਤੇ ਪੱਕਾ ਹੈ ਕਿ ਪ੍ਰਾਈਸ ਦੇ ਮਾਮਲੇ 'ਚ ਅਸੀਂ ਬੈਸਟ ਹਾਂ। ਸੋ ਡੂ ਵਿਜ਼ਿਟ ਰਿਲਾਇਬਲ ਟਾਇਰ ਡਿਪੋ 1601 ਸਾਊਥ ਯੂਨੀਅਨ ਐਵੇਨਿਊ ਬੇਕਰਸਫੀਲਡ ਕੈਲੀਫੋਰਨੀਆ। ਜ਼ਿਆਦਾ ਜਾਣਕਾਰੀ ਦੇ ਲਈ ਸੁਰਜੀਤ ਸਿੰਘ ਬਾਜਵਾ ਤੇ ਇੰਦਰਜੀਤ ਸਿੰਘ ਗਿੱਲ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 6613782373 6613784622। Hollister, California's Pandal Brothers. 2201 ਸਾਊਥ ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500 661 885 8858। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸਿੱਖਾਂ ਦੇ ਭਖ ਦੇ ਮਸਲੇ ਵਿੱਚ। ਪਹਿਲਾਂ ਤਾਂ ਮਾफ़ੀ ਮੰਗਦੇ ਹਾਂ, ਥੋੜ੍ਹਾ ਪ੍ਰੋਗਰਾਮ ਡਿਲੇ ਹੋ ਗਿਆ। ਫੇਸਬੁੱਕ 'ਤੇ ਕੋਈ ਪ੍ਰੋਬਲਮ ਹੈ, ਅੱਜ ਆਪਣੇ ਪੇਜ ਦੇ ਉੱਪਰ ਉਹਦੀ ਫੀਡ ਨਹੀਂ ਜਾ ਰਹੀ। ਇਸ ਕਰਕੇ ਜਿਹੜੇ ਵੀ ਵੀਰ ਸਾਡੇ ਨਾਲ ਜੁੜੇ ਆ ਉਹ ਦੇਸੀ ਚੈਨਲ ਦੀ ਫੀਡ ਲੈ ਲੈਣ। ਦੇਸੀ ਚੈਨਲ ਦੇ ਪੇਜ ਦੇ ਉੱਪਰ ਉਹ ਚੱਲ ਰਿਹਾ ਪ੍ਰੋਗਰਾਮ, ਉਹਦੇ ਤੋਂ ਅੱਗੇ ਸ਼ੇਅਰ ਕਰ ਦਿਓ। ਦੇਸੀ ਚੈਨਲ ਤੋਂ ਮੈਂ ਪੇਜ ਦੇ ਉੱਪਰ ਵੀ ਦੇਸੀ ਚੈਨਲ ਦੀ ਫੀਡ ਸ਼ੇਅਰ ਕਰਤੀ ਆ, ਸੋ ਜਿਨ੍ਹਾਂ ਨੇ ਵੀ ਸ਼ੇਅਰ ਕਰਨੀ ਆ ਦੇਸੀ ਚੈਨਲ ਦੀ ਫੀਡ ਕਰ ਲਓ। ਕੋਈ ਟੈਕਨੀਕਲ ਪ੍ਰੋਬਲਮ ਹੈ, ਪੇਜ ਦੀ ਫੀਡ ਨਹੀਂ ਜਾ ਰਹੀ ਅੱਜ। ਅਤੇ ਜਾਂ ਤੁਸੀਂ ਸਿੱਧਾ YouTube 'ਤੇ ਲਾ ਲਓ। ਮੈਂ ਜਦੋਂ ਪ੍ਰੋਗਰਾਮ ਸ਼ੁਰੂ ਹੋਊਗਾ ਨਾਲ YouTube ਦਾ ਲਿੰਕ ਵੀ ਪਾ ਦਿੰਦਾ ਇੱਥੇ, ਤਾਂ ਕਿ ਤੁਸੀਂ ਸਿੱਧਾ YouTube ਤੋਂ ਦੇਖ ਸਕੋ।
ਜਿਵੇਂ ਤੁਹਾਨੂੰ ਪਿਛਲੀ ਵਾਰ ਦੱਸਿਆ ਹੀ ਸੀ ਕਿ ਆਪਾਂ ਇਸ ਹਫ਼ਤੇ ਪੰਜਾਬ ਦੇ ਕਰੰਟ ਹਾਲਾਤਾਂ ਦੇ ਉੱਪਰ ਗੱਲ ਕਰਨੀ ਆ, ਜੋ ਉਥਲ-ਪੁਥਲ ਪਿਛਲੇ ਹਫ਼ਤੇ 2 ਦੇ ਵਿੱਚ ਹੋਈ ਆ। ਉਹਦੇ 'ਤੇ ਬਹੁਤ ਸਾਰੇ ਵੀਰਾਂ ਦੇ ਫੋਨ ਵੀ ਆਏ ਕਿ ਉਹਦੇ 'ਤੇ ਗੱਲਬਾਤ ਜ਼ਰੂਰ ਕਰੋ, ਕਿਸਾਨੀ ਮੁੱਦੇ ਨੂੰ ਥੋੜ੍ਹਾ ਜਿਹਾ ਪਿੱਛੇ ਰੱਖ ਕੇ ਇੱਕ ਦਿਨ ਜ਼ਰੂਰ ਪ੍ਰੋਗਰਾਮ ਕਰੋ ਉਹਦੇ ਉੱਤੇ, ਰਾਜਨੀਤੀ ਦੇ ਉੱਤੇ। ਅਤੇ ਜਦੋਂ ਪੰਜਾਬ ਦੀ ਰਾਜਨੀਤੀ ਦੀ ਗੱਲ ਆਉਂਦੀ ਆ ਅਤੇ ਇੱਕੋ ਹੀ ਨਾਂ ਸਾਡੇ ਸਾਹਮਣੇ ਆਉਂਦਾ ਜਿਹੜਾ ਨੇ ਵਿਵੇਕ ਹੋ ਕੇ ਬਿਨਾਂ ਕਿਸੇ ਡਰ ਤੋਂ ਹਮੇਸ਼ਾ ਸੱਚ ਦੀ ਗੱਲ ਕੀਤੀ ਆ, ਉਹ ਆ ਮਲਵਿੰਦਰ ਸਿੰਘ ਮਾਲੀ। ਹਾਲਾਂਕਿ ਇਹਨਾਂ ਨੂੰ ਫੇਸਬੁੱਕ 'ਤੇ ਇਸ ਗੱਲ ਕਰਕੇ ਬਹੁਤ ਕੁਝ ਸੁਣਨਾ ਵੀ ਪਿਆ, ਬੜੇ ਲੋਕਾਂ ਨੇ ਗਾਲੀ ਗਲੋਚ ਵੀ ਕੀਤਾ ਇਹਨਾਂ ਨੂੰ ਵੀ ਦੇਖੋ ਜੀ ਇਹ ਕਿਸੇ ਦੇ ਹੱਕ 'ਚ ਗੱਲ ਨਹੀਂ ਕਰਦੇ, ਹਰੇਕ ਦੇ ਵਿਰੋਧ 'ਚ ਕਰ ਦਿੰਦੇ ਆ, ਇਹਨਾਂ ਦਾ ਪਤਾ ਨਹੀਂ ਲੱਗਦਾ। ਪਰ ਇਹੀ ਸੱਚੇ ਬੰਦੇ ਦੀ ਨਿਸ਼ਾਨੀ ਹੁੰਦੀ ਆ, ਜਿੱਥੇ ਗਲਤ ਦਿਖਦਾ ਉਹਨੂੰ ਗਲਤ ਕਹੋ ਅਤੇ ਜਿੱਥੇ ਸਹੀ ਦਿਖਦਾ ਉੱਥੇ ਸਹੀ ਹੋ। ਸ਼ਾਇਦ ਇਸੇ ਕਰਕੇ ਹੀ ਸਾਡੇ ਨਾਲ ਵੀ ਕਈਆਂ ਨੂੰ ਪ੍ਰੋਬਲਮ ਹੋ ਜਾਂਦੀ ਆ, ਸਾਡੇ ਚੈਨਲ ਨਾਲ ਵੀ ਇਹ ਕਦੀ ਤਾਂ ਉਹਦੇ ਹੱਕ 'ਚ ਗੱਲ ਕਰ ਦਿੰਦੇ, ਕਦੀ ਉਹਦੇ ਵਿਰੋਧ 'ਚ ਕਰ ਦਿੰਦੇ। ਉਹ ਤੁਹਾਨੂੰ ਲੱਗਦਾ ਕਿਉਂਕਿ ਤੁਹਾਨੂੰ ਸੋਝੀ ਨਹੀਂ ਹੁੰਦੀ, ਪਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਸੋਚ 'ਤੇ ਚੱਲਣ ਵਾਲੇ ਆ ਹਮੇਸ਼ਾ ਸੱਚ ਦੀ ਗੱਲ ਕਰਦੇ ਆ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ, ਸੱਚ ਕਈ ਵਾਰੀ ਬਹੁਤ ਕੌੜਾ ਹੁੰਦਾ ਆ। ਹਾਂਜੀ ਜਗਮੋਹਨ ਸਿੰਘ ਜੀ, ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰੋ ਤਾਂ ਕਿ ਮੈਂ ਉੱਥੇ ਉਹਦੀ ਵੀ ਫੀਡ ਪਾ ਦੇਵਾਂ ਅਤੇ YouTube ਦੀ, ਜਿਹਦੇ ਨਾਲ ਪ੍ਰੋਗਰਾਮ ਬਾਕੀ ਸਾਰੇ ਵੀ ਜੁੜ ਸਕਣ ਆਪਣੇ ਨਾਲ। ਬਿਲਕੁਲ ਜੀ। ਸਭ ਤੋਂ ਪਹਿਲਾਂ ਜੀ ਆਇਆਂ ਜਿਹੜੇ ਦਰਸ਼ਕ ਸਾਨੂੰ ਦੇਸੀ ਚੈਨਲ, ਪਿਓਰ ਪੰਜਾਬੀ, ਗੁਰਮਤਿ ਟੀਵੀ ਤੇ ਸਾਂਝੀ ਸੋਚ ਤੇ ਦੇਖ ਰਹੇ ਆ। ਅੱਜ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 11 ਅੱਸੂ 553 ਸੰਮਤ ਪਾਲ ਸਿੰਘ ਪੁਰੇਵਾਲ ਅਨੁਸਾਰ ਹੋਇਆ। ਸਾਡਾ ਇਹ ਚੈਨਲ ਇੱਕ ਪੰਥ, ਇੱਕ ਗ੍ਰੰਥ ਤੇ ਇੱਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਿਤ ਆ। ਕੋਸ਼ਿਸ਼ ਕਰਦੇ ਆ ਕਿ ਵੱਖ-ਵੱਖ ਸ਼ਖਸੀਅਤਾਂ ਤੁਹਾਡੇ ਰੂਬਰੂ ਕੀਤੀਆਂ ਜਾਣ। ਹਮੇਸ਼ਾ ਤੱਥਾਂ ਭਰਪੂਰ ਜਾਣਕਾਰੀ, ਗਰਾਊਂਡ ਪੱਧਰ ਤੇ ਕੀ ਚੱਲਦਾ ਆ, ਕੀ ਹੁੰਦਾ ਆ, ਜੇ ਕਾਂਗਰਸ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਇਸ ਟਾਈਮ, ਪੰਜਾਬ ਦੀ ਰਾਜਨੀਤੀ ਵਿੱਚ ਕੀ ਚੱਲ ਰਿਹਾ, ਕਿੱਦਾਂ ਚੰਨੀ ਸਾਹਿਬ CM ਬਣੇ ਆ ਤੇ ਕਿੱਦਾਂ ਕੈਪਟਨ ਸਾਹਿਬ ਦੀ ਛੁੱਟੀ ਹੋਈ ਆ, ਉਹਦੇ ਬਾਰੇ ਜਾਣਕਾਰੀ। ਸੋ ਇਹਨਾਂ ਗੱਲਾਂ ਬਾਰੇ ਆਪਾਂ ਗੱਲਬਾਤ ਕਰਨ ਨੂੰ ਅੱਜ ਲੈ ਕੇ ਆਏ ਆ ਸਰਦਾਰ ਮਾਲਵਿੰਦਰ ਸਿੰਘ ਮਾਲੀ ਹੁਣਾਂ ਨੂੰ। ਸਾਡੇ ਵੱਡੇ ਭਰਾ ਇਹ ਬਹੁਤ ਹੀ ਸਤਿਕਾਰਯੋਗ, ਜਿਹੜੇ ਕਿ ਆਫ ਦਾ ਏਅਰ ਵੀ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤੇ ਕਰੰਟ ਸਿਚੁਏਸ਼ਨ ਕੀ ਚੱਲ ਰਹੀ ਆ, ਕੀ ਹੋ ਰਿਹਾ ਆ, ਉਹਦੇ ਬਾਰੇ ਵੀ ਜਾਣਕਾਰੀ ਬੈਠੇ ਅਸੀਂ ਬਾਹਰਲੇ ਦੇਸ਼ਾਂ 'ਚ ਮਿਲਦੀ ਰਹਿੰਦੀ ਆ। ਤੇ ਫੇਸਬੁੱਕ ਰਾਹੀਂ ਤਾਂ ਹਰ ਇੱਕ ਨੂੰ ਪਤਾ ਹੈ ਕਿ ਜੋ ਕਿਸਾਨ ਅੰਦੋਲਨ 'ਚ ਦੀ ਭੂਮਿਕਾ ਰਹੀ ਆ, ਜਿੱਥੇ ਕਿਸਾਨ ਗਲਤ ਆ ਉੱਥੇ ਗਲਤ ਕਿਹਾ ਗਿਆ ਲੀਡਰਾਂ ਨੂੰ, ਜਿੱਥੇ ਸਹੀ ਆ ਉਹਨੂੰ ਸਹੀ ਕਿਹਾ ਗਿਆ। ਸੋ ਜੀ ਆਇਆਂ ਮਾਲੀ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ 10ਵੇਂ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਆਪਾਂ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਇਸ ਵਰਤਾਰੇ ਬਾਰੇ ਦੱਸੋ ਜਿਹਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ CM ਬਣਾਇਆ ਗਿਆ ਤੇ ਉਧਰ ਕਪਤਾਨ ਸਾਹਿਬ ਦੀ ਛੁੱਟੀ ਕੀਤੀ ਗਈ। ਸੋ ਇਹਦੇ ਬਾਰੇ, ਉਹਨਾਂ ਦੇ CM ਬਣਨ ਤੇ ਉਹਨਾਂ ਦੀ ਛੁੱਟੀ ਦੇ ਵਿੱਚ ਵਰਤਾਰੇ ਬਾਰੇ ਤੁਹਾਡੇ ਕੀ ਖਿਆਲਾਤ ਨੇ, ਕੀ ਪਬਲਿਕ ਸੋਚਦੀ ਆ, ਕੀ ਤੁਸੀਂ ਸੋਚਦੇ ਹੋ, ਕੀ ਕਾਂਗਰਸ ਪਾਰਟੀ ਦੇ ਨੁਮਾਇੰਦੇ ਸੋਚਦੇ ਆ, ਕੀ ਆਮ ਪਬਲਿਕ ਸੋਚਦੀ ਆ, ਉਹਦੇ ਬਾਰੇ ਇੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਦੇਖੋ ਜੀ, ਜੇ ਆਪਾਂ ਇਸ ਵਰਤਾਰੇ ਬਾਰੇ ਗੱਲ ਕਰੀਏ, ਇਸ ਵਰਤਾਰੇ ਦੀ ਨੀਂਹ ਆ ਨਾ ਜਿਹੜੀ, ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ ਰੱਖੀ ਗਈ ਸੀ। ਵਾਹ, ਠੀਕ। ਜਦੋਂ ਨਵਜੋਤ ਸਿੰਘ ਸਿੱਧੂ ਨੇ ਬਾਬਾ ਗੁਰੂ ਨਾਨਕ ਸਾਹਿਬ ਦਾ ਫਲਸਫੇ ਅਨੁਸਾਰ ਉੱਥੇ ਬਿਰਤਾਂਤ ਉਚਾਰਿਆ, ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਦੀਦਾਰ ਦੀ ਗੱਲ ਵੀ ਕੀਤੀ ਤੇ ਸਾਡਾ ਦੇਸ਼ ਪੰਜਾਬ ਆ ਜਿਹੜਾ, ਉਹਦੀ ਜਿਹੜੀ ਖੂਨੀ ਵੰਡ ਆ, ਜਿਹੜੇ ਬੰਦ ਬਾਰਡਰ ਨੇ ਉਹਨਾਂ ਨੂੰ ਖੋਲਣ ਦੀ ਵੀ ਗੱਲ ਕੀਤੀ, ਖੁੱਲੇ ਵਪਾਰ ਦੀ ਵੀ ਗੱਲ ਕੀਤੀ, ਖੁੱਲੀ ਆਵਾਜਾਈ ਦੀ ਵੀ ਗੱਲ ਕੀਤੀ ਤੇ ਦੋਹਾਂ ਦੇਸ਼ਾਂ ਦੇ ਵਿੱਚ, ਦੋਹਾਂ ਪੰਜਾਬਾਂ ਦੇ ਵਿੱਚ ਅਸਲ 'ਚ ਸ਼ਾਂਤੀ ਦੀ ਗੱਲ ਕੀਤੀ, ਅਮਨ ਦੀ ਗੱਲ ਕੀਤੀ, ਦੋਸਤੀ ਦੀ ਗੱਲ ਕੀਤੀ। ਉਹ ਜਿਹੜਾ ਵਰਤਾਂਤ ਸਿਰਜਿਆ, ਉਦੋਂ ਫੇਰ ਜਿਹੜਾ ਭਾਰਤ ਦਾ ਰਾਸ਼ਟਰਵਾਦ ਆ, ਜਿਹੜਾ ਬ੍ਰਾਹਮਣਵਾਦੀ ਸੋਚ ਨਾਲ ਕੀਲਿਆ ਹੋਇਆ, ਉਹ ਭੜਕਿਆ ਬੁਰੀ ਤਰ੍ਹਾਂ ਤੇ ਉਹਨਾਂ ਨੇ ਉਸ ਵਰਤਾਂਤ ਨੂੰ ਜੱਫੀ ਦੇ ਨਾਂ ਤੇ, ਜਿਹੜਾ ਆਮ ਵਰਤਾਰਾ, ਪ੍ਰਧਾਨ ਮੰਤਰੀ ਬਿਨਾਂ ਦੱਸੇ ਬਿਰਿਆਨੀਆਂ ਖਾਏ ਆਵੇ, ਜੋ ਮਰਜ਼ੀ ਕਰੇ, ਉਹਦੇ ਉੱਤੇ ਕੋਈ ਇਤਰਾਜ਼ ਨਹੀਂ। ਪਰ ਜਦੋਂ ਉਹ ਫੌਜ ਦੇ ਮੁਖੀ ਨੂੰ ਕਮਰ ਜਵੇਦ ਨੂੰ ਜੱਫੀ ਪਾਈ, ਉਹਦਾ ਬਹਾਨਾ ਲੈ ਕੇ, ਮੈਂ ਉਸ ਵੇਲੇ ਵੀ ਕਿਹਾ ਸੀ ਜੱਫੀ ਤਾਂ ਬਹਾਨਾ ਹੈ, ਸਿੱਧੂ ਵੱਲੋਂ ਸਿਰਜਿਆ ਵਰਤਾਂਤ ਨਿਸ਼ਾਨਾ ਹੈ। ਉਦੋਂ ਲਕੀਰ ਖਿੱਚੀ ਗਈ ਸੀ ਦੋ ਧਿਰਾਂ ਦੇ ਵਿੱਚ। ਹਾਂਜੀ, ਉਦੋਂ ਜਿੱਥੇ ਸਿੱਧੂ ਵੱਲੋਂ ਸਿਰਜਿਆ
ਮੋਦੀ ਸੀ ਜਿਹੜੀ ਉਹਦੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਵੱਡੀ ਦੂਰਬੀਨ ਲਾਉਣ ਦਾ ਏਜੰਡਾ ਸੀ, ਪਰ ਜਿਵੇਂ ਕਹਿੰਦੇ ਨੇ ਨਾ, ਇੱਕ ਚੰਗਿਆੜੀ ਜੰਗਲ ਨੂੰ ਅੱਗ ਲਾ ਦਿੰਦੀ ਆ। ਸਿੱਧੂ ਦੇ ਵਰਤਾਂਤ ਦੇ ਹੋਕੇ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਐਡਾ ਵੱਡਾ ਹੁੰਗਾਰਾ ਭਰਿਆ ਕਿ ਉਹ ਸਰਕਾਰ ਨੂੰ ਵੀ ਪਿੱਛੇ ਮੁੜਨ ਲਈ ਮਜਬੂਰ ਹੋਣਾ ਪੈ ਗਿਆ। ਪਰ ਮੋਦੀ ਚੁੱਪ ਰਿਹਾ। ਜਿਵੇਂ ਫੌਜੀ ਨੇ, ਕੈਪਟਨ ਅਮਰਿੰਦਰ ਨੇ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਤੇ ਭਾਰਤ ਦੇ ਗੋਦੀ ਮੀਡੀਆ ਨੇ ਸਿੱਧੂ ਦੇ ਖਿਲਾਫ ਤੂਫਾਨ ਉਠਾਇਆ, ਦੇਸ਼ ਦੇ ਦੁਸ਼ਮਣ ਨਾਲ ਜੱਫੀ ਪਾਈ, ਇਹਨੇ ਆਹ ਕੀਤਾ, ਜੇ ਕੀਤਾ, ਉਹ ਕੀਤਾ, ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਬਾਲੇ ਚੁੱਪ ਰਹਿ ਗਏ। ਅਸੀਂ ਹਿੱਕ ਡਾ ਕੇ ਉਹਦੀ ਮਦਦ ਕੀਤੀ। ਤੇ ਜਿਵੇਂ ਆਪਾਂ ਕਈ ਵਾਰ ਕਹਿੰਦੇ ਹੁੰਦੇ ਆ ਨਾ ਜੀ, ਬਾਈ ਦੀ ਮਾਈਂਡ ਚ ਭਰ ਨਹੀਂ ਪਿੱਛੇ ਹਟਦਾ, ਤੇ ਸਿੱਧੂ ਉਸ ਵਰਤਾਂਤ ਤੋਂ ਸੂਤ ਭਰ ਪਿੱਛੇ ਨਹੀਂ ਹਟਿਆ। ਉਸ ਵਰਤਾਂਤ ਦੀ ਜਿੱਤ ਹੋਈ। ਲੜਾਈ ਆ ਜਿਹੜੀ ਉਹ ਫਿਰ ਅੱਗੇ ਵਧੀ। ਅੱਗੇ ਇਸ ਰੂਪ ਦੇ ਵਿੱਚ ਵਧੀ। ਮੰਤਰੀ ਹੁੰਦੇ ਹੋਏ ਜੋ ਸਿੱਧੂ ਨੇ ਗੱਲ ਕੀਤੀ ਵੀ ਤੁਸੀਂ ਝੂਠੀਆਂ ਸੌਹਾਂ ਖਾ ਕੇ ਨਹੀਂ ਮਸਲੇ ਹੱਲ ਹੋਣੇ। ਜਿਹੜੇ ਮਾਫੀਏ ਨੇ ਉਹ ਨੀਤੀਆਂ ਚੋਂ ਪੈਦਾ ਹੁੰਦੇ ਨੇ, ਨੀਤੀ ਬਦਲ ਕੇ ਖਤਮ ਹੋਣਗੇ। ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਓ, ਸੈਂਡ ਰੇਤ ਦੀ ਕਾਰਪੋਰੇਸ਼ਨ ਬਣਾਓ, ਟਰਾਂਸਪੋਰਟ ਨੀਤੀ ਬਦਲੋ, ਜਿਹੜੀ ਲੈਂਡ ਮਾਫੀਆ ਉਹਨੂੰ ਖਤਮ ਕਰ ਲਿਆ, ਕਲੋਨੀਆਂ ਬਣਾਈ ਜਾਓ ਗੈਰ ਕਾਨੂੰਨੀ, ਅਗਲੀ ਸਰਕਾਰ ਪੈਸੇ ਲੈ ਕੇ ਕਾਨੂੰਨੀ ਦੇਈ ਜਾਵੇ, ਤੇ ਨਾ ਉੱਥੇ ਗਲੀਆਂ ਨੇ, ਨਾ ਸੀਵਰੇਜ ਨੇ, ਲੋਕ ਰੁਲੀ ਜਾਣ। ਤੇ ਇਹ ਨੀਤੀਆਂ ਦਾ ਜਦੋਂ ਨੇ ਸਵਾਲ ਉਠਾਇਆ, ਕੇਵਲ ਮਾਫੀਏ ਦਾ ਸਵਾਲ ਉਠਾਇਆ, ਤਾਂ ਲੜਾਈ ਕਹੀ ਜਿਹੀ ਸਟੇਜ ਤੇ ਆ ਗਈ। ਇਹ ਬਠਿੰਡੇ ਰੈਲੀ 'ਚ ਜਦੋਂ ਨੇ ਇਹ ਸਵਾਲ ਉਠਾਤਾ ਕਿ 75-25 ਦੀ ਸਿਆਸਤ ਨਹੀਂ ਚੱਲਣੀ, ਇਹ ਸਿੱਧਾ ਕਹਿਤਾ ਕਿ ਜੇ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲੇ ਨੂੰ ਜਿਨ੍ਹਾਂ ਨੇ ਇਨਸਾਫ ਨਹੀਂ ਦਿੱਤਾ ਉਹਨਾਂ ਦੇ ਤੱਪੜ ਰੁਲ ਗਏ, ਜੇ ਅਸੀਂ ਨਾ ਦਿੱਤਾ ਤਾਂ ਸਾਡੇ ਵੀਰ ਰੁਲ ਜਾਣਗੇ। ਲੋਕ ਸਭਾ ਦੇ ਚੋਣ ਦੀ ਰੈਲੀ ਸੀ ਬਠਿੰਡੇ, ਪ੍ਰਿੰਕਾ ਗਾਂਧੀ ਵੀ ਉੱਥੇ ਸੀ। ਉਹਦੇ ਰਿਜ਼ਲਟ ਦੇ ਵਿੱਚੋਂ ਜਿਹੜੀਆਂ 1-2 ਸੀਟਾਂ ਕਾਂਗਰਸ ਹਾਰੀ, ਉਹਦਾ ਠੋਣਾ ਸਿੱਧੂ ਦੇ ਸਿਰ ਭੰਨ ਕੇ ਉਹਨਾਂ ਨੇ ਉਹਦਾ ਮਹਿਕਮਾ ਬਦਲਤਾ। ਉਹਨੂੰ ਪਤਾ ਸੀ ਵੀ ਲੜਾਈ ਕਿਤੇ ਹੋਰ ਆ, ਗੱਲ ਕਿਤੇ ਹੋਰ ਆ। ਉਹਨੇ ਉਸ ਗੱਲ ਨੂੰ, ਮਹਿਕਮੇ ਨੂੰ ਤਲਾਂਜਲੀ ਦੇ ਕੇ ਉਹਨੇ ਆਪਦਾ ਵਰਤਾਂਤ ਸਿਰਜਣਾ ਸ਼ੁਰੂ ਕਰਤਾ। ਇੱਕ ਤਾਂ ਪੱਖ ਆ ਜੀ ਇਹਦਾ। ਦੂਜਾ ਪੱਖ ਇਹਦਾ ਇਹ ਆ ਵੀ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ, ਕੈਪਟਨ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ ਸਾਹਮਣੇ ਆਉਣ ਲੱਗੀ। ਉਹਨੇ ਜਿਹੜੀ ਸਾਰੀ ਸਰਕਾਰ ਸੀ, ਸਿਆਸੀ ਇੱਛਾ ਖਤਮ ਕਰਕੇ ਆਊਟਸੋਰਸ ਕਰਤੀ ਅਫਸਰਸ਼ਾਹੀ ਨੂੰ। ਇੱਕ ਰਿਟਾਇਰਡ ਅਫਸਰ ਰੱਖ ਲਿਆ, ਉਹ ਰੁੱਸ ਕੇ ਘਰੇ ਜਾਂਦਾ, ਘਰੇ ਆ ਕੇ ਮਿਹਨਤ ਕਰਕੇ ਬੁਲਾ ਲਿਆਉਂਦਾ, ਫਿਰ ਰੁੱਸ ਕੇ ਘਰੇ ਜਾਂਦਾ, ਫਿਰ ਬੁਲਾ ਲਿਆਉਂਦਾ, ਤੇ ਆਪ ਸੁੱਖ ਵਿਲਾਸ ਦੇ ਬਰਾਬਰ ਸਿਸਵਾ ਫਾਰਮ ਪਾ ਲਿਆ, ਉੱਥੇ ਆਸ਼ੀ ਜ਼ਿੰਦਗੀ ਜਿਉਣ ਲੱਗ ਗਿਆ। ਜਿਹਦੇ ਕਰਕੇ MLA ਵੀ ਗੁੱਸੇ ਹੋ ਗਏ, ਮੰਤਰੀ ਮੰਡਲ ਦੇ ਵਿੱਚ ਵੀ ਗੁੱਸਾ ਹੋ ਗਿਆ। ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਉਹ ਤਾਂ ਆਪਦਾ ਇੱਕ ਪ੍ਰਵਚਨ ਸਿਰਜੇ ਰਹੇ ਸੀ। ਇੱਕ ਮੁੱਦਿਆਂ ਦੀ ਰਾਜਨੀਤੀ ਦੀ ਗੱਲ ਕਰ ਰਿਹਾ ਸੀ, ਮੁੱਦਿਆਂ ਨੂੰ ਹੱਲ ਕਰਨ ਦੀ ਰਾਜਨੀਤੀ ਦੀ ਗੱਲ ਕਰ ਰਿਹਾ ਸੀ, ਵਾਅਦਿਆਂ ਦੀ ਜਵਾਬਦੇਹੀ ਦੀ ਗੱਲ ਕਰ ਰਿਹਾ ਸੀ, ਖਾਲੀ ਖਜ਼ਾਨਾ ਜਿਹੜਾ ਲੋਕਾਂ ਦਾ ਪੈਸਾ ਉਹ 'ਚ ਜਿਹੜੀਆਂ ਘਰਲਾਂ ਪੈ ਰਹੀਆਂ ਨੇ ਉਹਨੂੰ ਬੰਦ ਕਰਨ ਦੀ ਗੱਲ ਕਰ ਰਿਹਾ ਸੀ। ਪ੍ਰਗਟ ਸਿੰਘ ਕਾਰਜਸ਼ੈਲੀ ਦੀ ਗੱਲ ਕਰ ਰਿਹਾ ਸੀ, ਕਾਰਗੁਜ਼ਾਰੀ ਦੀ ਗੱਲ ਕਰ ਰਿਹਾ ਸੀ, ਤੇ ਟੀਮ ਵਰਕ ਦੀ ਗੱਲ ਕਰ ਰਿਹਾ ਸੀ। ਸੋ ਇਹ ਸਾਰੇ ਕਾਸੇ ਦਾ ਸੁਮੇਲ ਹੋਇਆ। ਮੌਕਾ ਦਿੱਤਾ ਅਮਰਿੰਦਰ ਨੂੰ, ਉਹਨੂੰ 18 ਨਕਾਤੀ ਕੰਮ ਕਰੂ ਏਜੰਡਾ ਦਿੱਤਾ, ਫਿਰ 5 ਨਕਾਤੀ ਕੰਮ ਕਰੂ ਏਜੰਡਾ ਦਿੱਤਾ। ਉਹ ਜਿਵੇਂ ਕਹਿੰਦੇ ਨੇ ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ, ਉਹਨੇ ਐਲਾਨ ਇਹ ਕਰਨੇ ਸ਼ੁਰੂ ਕਰਤੇ। 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੀ ਵਰਸੀ ਤੇ ਵੀ ਮੇਰੀ ਸਰਕਾਰ ਨੇ ਤਾਂ ਵਾਅਦੇ ਪੂਰੇ ਕਰਨ ਦਾ ਭਾਰਤ ਦੇ ਇਤਿਹਾਸ ਦੇ ਵਿੱਚ ਰਿਕਾਰਡ ਸਿਰਜਤਾ। ਪਹਿਲਾਂ ਵਾਅਦੇ ਪੂਰੇ ਕਰਨ ਦਾ ਇਤਿਹਾਸ ਸਿਰਜਿਆ ਸੀ ਚੰਦਰ ਬਾਬੂ ਨਾਇਡੂ ਨੇ। 73 ਜਾਂ 83%, ਮੈਂ 93 ਪੂਰੇ ਕਰਤੇ ਤੇ 95 ਕਰ ਦੂੰ। ਸੋ ਇੱਕ ਇਹੋ ਜਿਹਾ ਟਕਰਾਅ ਆ ਗਿਆ ਸੀ ਤੇ ਜਿਹਦਾ ਕਿਸੇ ਨਾ ਕਿਸੇ ਰੂਪ ਚ ਹੱਲ ਹੋਣਾ ਸੀ। ਫਿਰ ਸਿੱਧੂ ਤੇ ਹਮਲਾ ਕੀਤਾ, ਜਿਵੇਂ ਉਹ ਮੁੱਖ ਮੰਤਰੀ ਹੁੰਦਾ ਕਾਰਗੁਜ਼ਾਰੀ ਤੇ। ਫਿਰ ਜਦੋਂ ਉਹ ਫੇਲ ਹੋ ਗਿਆ ਵੀ ਨਵੀਂ ਸਰਕਾਰ ਨੂੰ 6 ਮਹੀਨੇ ਦਿੰਨੇ, ਇਹਦਾ ਪਾਰਟੀ ਪ੍ਰਧਾਨ ਆ, ਫਿਰ ਸਲਾਹਕਾਰਾਂ ਦਾ ਨਾਮ ਲੈ ਕੇ ਫਿਰ ਉਹ ਤੇ ਹਮਲਾ ਕੀਤਾ। ਫਿਰ ਇਹ ਲੜਾਈ ਕਲਿੰਚ ਹੋਣ ਤੱਕ ਪਹੁੰਚ ਗਈ। ਤੇ ਹੁਣ ਜਾਂ ਟਾਂਡੇ ਵਾਲੀ ਰਹੂ ਜਾਂ ਭਾਂਡੇ ਵਾਲੀ ਰਹੂ। ਉਹ ਫਿਰ ਕੁਝ ਸਮਾਂ ਸਿੱਧੂ ਚੁੱਪ ਕੀਤਾ ਤੇ ਫਿਰ ਹਾਈ ਕਮਾਂਡ ਨੇ, ਜਿਹਨੂੰ ਆਪਾਂ ਕਹਿੰਦੇ ਸਰਜੀਕਲ ਸਟ੍ਰਾਈਕ ਕੀਤਾ, ਕਿਉਂਕਿ ਉਹ ਵਿਧਾਨ ਸਭਾ ਸੈਸ਼ਨ ਸੱਦਣ ਦੀ ਮੰਗ ਕਰ ਰਹੇ ਸੀ।
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਂ ਤੇ ਰੱਖ ਕੇ ਉਹ ਤਕਨੀਕੀ ਪੂਰੀ ਕਰ ਲਈ ਗੱਲ, ਸੱਦੇ ਨਾ ਸੱਦੇ, ਮਤਲਬ ਉਹਨੇ ਠੁੱਡ ਦਿਖਾਤਾ ਸਾਰੇ ਕਾਸੇ ਨੂੰ। ਹਾਂਜੀ, ਉਹ ਸਰਜੀਕਲ ਸਟ੍ਰਾਈਕ ਹੋਈ ਜਿਹਦੇ ਵਿੱਚੋਂ ਕੈਪਟਨ ਦਾ ਤਖਤਾ ਪਲਟ ਹੋ ਗਿਆ ਜੀ। ਇੱਥੋਂ ਤੱਕ ਇਹ ਜਦੋਂ ਗੱਲ ਹੋਈ, ਫਿਰ ਇਹ ਸੀ ਹੁਣ ਗਾਹਾਂ ਕਿਵੇਂ ਚੱਲਿਆ ਜਾਵੇ, ਮੁੱਖ ਮੰਤਰੀ ਕੌਣ ਬਣੇ। ਆਮ ਧਾਰਨਾ ਇਹੀ ਸੀ ਬਈ ਸੁਨੀਲ ਜਾਖੜ ਜੀ ਮੁੱਖ ਮੰਤਰੀ ਹੋਣਗੇ, ਹਾਂਜੀ, ਤੇ ਮਾਝਾ ਐਕਸਪ੍ਰੈਸ ਦੇ ਵਿੱਚੋਂ ਡਿਪਟੀ ਸੀਐਮ ਹੋਊ ਚੰਨੀ, ਡਿਪਟੀ ਸੀਐਮ ਹੋਊ। ਪਰ ਧੜਿਆਂ ਦੀ ਰਾਜਨੀਤੀ ਖੇਡਦੀ ਕਾਂਗਰਸ, ਜਿਹਨੇ ਧੜਿਆਂ ਦੀ ਨੀਤੀ ਵਸਾਰੀ ਹੋਈ ਸੀ, ਕਿਉਂਕਿ ਨਾ ਸਿੱਧੂ ਨੇ ਧੜਾ ਬਣਾਇਆ ਤੇ ਨਾ ਬਣਾਇਆ ਧੜਾ ਪ੍ਰਗਟ ਨੇ। ਉਸ ਤਰ੍ਹਾਂ ਦਾ ਧੜਾ ਮੰਤਰੀਆਂ ਨੇ ਵੀ ਨਹੀਂ ਬਣਾਇਆ ਸੀ। ਹਾਂਜੀ, ਸੋ ਇਹ ਜਦੋਂ ਇਹ ਸੀ, ਫਿਰ ਉਹੀ ਜਿਵੇਂ ਕਹਿੰਦੇ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਜੀ। ਸੁਨੀਲ ਜਾਖੜ ਨੂੰ ਆਊਟ ਕਰਨ ਲਈ ਸਿੱਖ ਪੱਤਾ ਖੇਡਿਆ ਗਿਆ ਵੀ ਜੇ ਸਿੱਖ ਨੂੰ ਲਾ ਕੇ ਅਸੀਂ ਹਿੰਦੂ ਬਣਾਤਾ, ਸਿੱਖਾਂ 'ਚ ਬੜਾ ਰੋਸ ਜਾਊ ਜੀ। ਹਾਂਜੀ, ਜਦੋਂ ਉਹ ਗੱਲ ਸਾਹਮਣੇ ਆ ਗਈ, ਫਿਰ ਇਹ ਗੱਲ ਆ ਗਈ ਜੇ ਹਿੰਦੂ ਨੂੰ ਲਾ ਕੇ ਸਿੱਖ ਬਣਾਤਾ ਤਾਂ ਫਿਰ ਹਿੰਦੂਆਂ 'ਚ ਬੜਾ ਰੋਸ ਜਾਊ ਜੀ। ਬਾਹਰ ਮੁਖੀ ਇਹ ਆ ਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਨੇ ਜੋ ਬੜਾ ਵੱਡਾ ਅਸਰ ਪਾਇਆ, ਜਿਵੇਂ ਮੁਲਕ ਦੇ ਵਿੱਚ ਹਿੰਦੂ ਤੇ ਮੁਸਲਮਾਨ ਪੱਤਾ ਰੋਕਤਾ, ਪੰਜਾਬ 'ਚ ਹਿੰਦੂ ਤੇ ਸਿੱਖ ਪੱਤਾ ਵੀ ਰੁਕ ਗਿਆ। ਬਿਲਕੁਲ, ਕਿਉਂਕਿ ਹਿੰਦੂ ਪੱਤਾ ਤਾਂ ਉਦੋਂ ਚੱਲਦਾ ਸੀ ਨਾ ਜੀ, ਜਦੋਂ ਸਿੱਖ ਆਪਣੇ ਹੱਕਾਂ ਲਈ ਦਿੱਲੀ ਦੇ ਖਿਲਾਫ ਮੋਰਚਾ ਲਾਉਂਦੇ ਸੀ। ਹਾਂਜੀ, ਉਦੋਂ ਕਹਿੰਦੇ ਸੀ ਇਹ ਤਾਂ ਸਿੱਖ ਉਹ ਨੇ 1849 ਵਾਲੇ, ਤਾਂ ਉਧਰ ਨੂੰ ਜਾਣਗੇ। ਹਿੰਦੂਆਂ 'ਚ ਡਰ ਪੈਦਾ ਕਰਦੇ ਸੀ ਤੇ ਉਹ ਦਿੱਲੀ ਵੱਲ ਝਾਕਦੇ ਸੀ। ਕਿਸਾਨ ਅੰਦੋਲਨ 'ਚ ਉਹੋ ਜਿਹੀ ਕੋਈ ਗੱਲ ਨਹੀਂ, ਭਾਈਚਾਰਾ ਸਿਰਜਿਆ, ਦੁਕਾਨਦਾਰ, ਆੜ੍ਹਤੀਏ, ਕਿਸਾਨਾਂ ਦਾ ਅੰਦੋਲਨ ਲੋਕ ਅੰਦੋਲਨ ਬਣ ਗਿਆ। ਫਿਰ ਕੁਝ ਧਿਰਾਂ ਨੇ ਪਹਿਲਾਂ ਦਲਿਤ ਪੱਤਾ ਉਸਾਰਨਾ ਸ਼ੁਰੂ ਕਰਤਾ ਸੀ, ਸਾਡਾ ਮੁੱਖ ਮੰਤਰੀ ਦਲਿਤ ਹੋਊ ਜੀ, ਸਾਡਾ ਡਿਪਟੀ ਸੀਐਮ ਦਲਿਤ ਹੋਊ ਜੀ, ਤੇ ਸਾਡਾ ਤਾਂ ਪਹਿਲੀ ਵਿਰੋਧੀ ਧਿਰ ਦਾ ਨੇਤਾ ਦਲਿਤ ਆ ਜੀ। ਇਹ ਬਾਹਰਮੁਖੀ ਤੌਰ ਤੇ ਹੋ ਗਿਆ। ਇਸ ਲੜਾਈ ਦੇ ਵਿੱਚੋਂ ਜਦੋਂ ਫੇਰ ਗਾਹਾਂ ਮੰਥਨ ਹੋਇਆ, ਉਹਦੇ ਵਿੱਚੋਂ ਫਿਰ ਚਰਨਜੀਤ ਚੰਨੀ, ਕਿਉਂਕਿ ਦੇਖੋ ਚਰਨਜੀਤ ਚੰਨੀ ਇੱਕ ਦਲਿਤ ਐਮਐਲਏ ਨੂੰ ਇਕੱਠੇ ਕਰਕੇ ਉਹਨਾਂ ਦੀ ਗੱਲ ਉਠਾ ਰਿਹਾ ਸੀ। ਬਿਲਕੁਲ, ਜਿਹੜੇ ਦੂਜੇ ਮੰਤਰੀ ਸੀ ਉਹ ਸਮੁੱਚੇ ਐਮਐਲਏ ਨੂੰ ਕਰਕੇ ਕਾਰਗੁਜ਼ਾਰੀ ਦੀ ਗੱਲ ਉਠਾ ਰਹੇ ਸੀ। ਇਹ ਸਾਰੇ ਕਸਦਾ ਜਿਵੇਂ ਕਹਿੰਦੇ ਚੰਨੀ ਦਾ ਨਾਂ ਫਿਰ ਉੱਭਰ ਆਇਆ। ਫਿਰ ਉਹ ਜਿਵੇਂ ਕਹਿੰਦੇ ਇੱਕ ਪੰਥ ਦੋ ਕਾਜ, ਨਾਲੇ ਤਾਂ ਸਾਰੇ ਉਹ ਤੇ ਸੰਤੁਸ਼ਟ ਹੋ ਗਏ ਤੇ ਨਾਲੇ ਜਿਹੜਾ ਦਲਿਤ ਪੱਤਾ ਚੱਲਿਆ ਜਾ ਰਿਹਾ ਸੀ ਉਹਨੂੰ ਕਾਟ ਲੱਗ ਗਈ। ਹਾਂਜੀ, ਸੋ ਇਹ ਸਿਚੁਏਸ਼ਨ ਉੱਭਰੀ ਆ ਜੀ। ਉਸ ਤੋਂ ਬਾਅਦ ਜਿਹੜੀ ਮੁੜ ਕੇ ਮੰਤਰੀਆਂ ਦੀ ਲਿਸਟ ਜੀ, 3 ਮੰਤਰੀ ਬਣਾਤੇ, ਡਿਪਟੀ ਕਿਹੜਾ ਬਣਾਤਾ, ਕਿਹੜਾ ਹਟਾਤਾ, ਉਹ ਫਿਰ ਹਾਈ ਕਮਾਂਡ ਦੇ ਹੱਥ ਤਾਕਤ ਜਿਹੜੀ ਆਈ ਆ। ਹਾਈ ਕਮਾਂਡ ਧੜਿਆਂ ਦੀ ਰਾਜਨੀਤੀ ਤਾਂ ਨਹੀਂ ਪਈ। ਅਮਰਿੰਦਰ ਨੇ ਜਿਹੜੀ ਬੜਕ ਮਾਰੀ ਸੀ ਵੀ ਹੇਠਲੀ ਉੱਤੇ ਕਰ ਦੂੰ, ਉਹਦੇ ਖਾਤਰ ਫਿਰ ਉਹਨਾਂ ਨੇ ਦਖਲ ਦਿੱਤਾ। ਉਹ ਪਾਵਰ ਸੈਂਟਰਾਂ ਦੀ ਰਾਜਨੀਤੀ ਖੇਡਣ ਲੱਗ ਗਏ ਧੜਿਆਂ ਦੀ ਥਾਂ। ਇੱਕ ਪਾਵਰ ਸੈਂਟਰ ਚੰਨੀ ਬਣ ਗਿਆ, ਇੱਕ ਸਿੱਧੂ ਸਾਹਿਬ ਬਣ ਗਏ, ਇੱਕ ਜਾਖੜ ਸਾਹਿਬ ਦੀ ਗੱਲ ਕੀਤੀ। ਉਹਦੇ ਵਿੱਚੋਂ ਕੁੱਲ ਮਿਲਾ ਕੇ ਮੰਥਨ ਕਰਕੇ ਆ ਮੰਤਰੀਆਂ ਦੀ ਲਿਸਟ ਆ ਜਿਹੜੀ ਆ ਰਹੀ ਆ, ਉਹ ਸਾਡੇ ਸਾਹਮਣੇ ਆਈ ਆ ਜੀ। ਇਹ ਹਾਲਾਤ ਨੇ ਅੱਜ। ਬਿਲਕੁਲ ਜੀ। ਸੰਗਤ ਨੂੰ ਫਿਰ ਦੱਸ ਦਈਏ, ਥੋੜੀ ਜੀ ਟੈਕਨੀਕਲ ਪ੍ਰੋਬਲਮ ਆ ਫੇਸਬੁੱਕ ਦੇ ਨਾਲ, ਇਸ ਕਰਕੇ ਆਪਣਾ ਪ੍ਰੋਗਰਾਮ YouTube ਤੇ ਤਾਂ TV ਚੈਨਲਾਂ ਤੇ ਤਾਂ ਪੂਰਾ ਸਹੀ ਚੱਲ ਰਿਹਾ ਆ, ਫੇਸਬੁੱਕ ਤੇ ਥੋੜੀ ਜੀ ਪ੍ਰੋਬਲਮ ਆ ਰਹੀ ਆ। ਦੇਸੀ ਚੈਨਲ ਦੇ ਉੱਪਰ ਪ੍ਰੋਗਰਾਮ ਸਹੀ ਚੱਲ ਰਿਹਾ, ਆਪਣੇ ਵਾਲੇ ਪੇਜ ਦੇ ਉੱਪਰ ਥੋੜੀ ਪ੍ਰੋਬਲਮ ਆ, ਪਰ ਉਹਦੇ ਤੋਂ ਆਪਾਂ ਸਾਰੇ ਪਾਸੇ ਸ਼ੇਅਰ ਕੀਤਾ ਹੋਇਆ ਆ ਪ੍ਰੋਗਰਾਮ। ਸ਼ਾਇਦ ਹੁਣ ਆਪਣੇ ਚੈਨਲ ਤੇ ਵੀ ਚੱਲ ਪਵੇ, ਮੈਂ ਉਹਨੂੰ ਰੀਸੈਟ ਕੀਤਾ ਹੈ ਸਾਰੇ ਨੂੰ, ਸੋ ਸ਼ਾਇਦ ਚੱਲ ਪਵੇ। ਪਰ TV ਦੇ ਉੱਪਰ ਆਪਣੀ ਫੀਡ ਬਿਲਕੁਲ ਸਹੀ ਜਾ ਰਹੀ ਆ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਸੋ ਜਿਹੜੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚੋਂ 2-3 ਗੱਲਾਂ ਤਾਂ ਬਿਲਕੁਲ ਜਿਹੜੀਆਂ ਸਾਹਮਣੇ ਆਉਂਦੀਆਂ ਨਿਕਲ ਕੇ, ਵੀ ਇੱਕ ਤਾਂ ਸਾਡੇ ਜਿਹੜੀ ਗੰਦੀ ਰਾਜਨੀਤੀ ਜਿਹਨੂੰ ਅਸੀਂ ਕਹਿੰਦੇ ਆ, ਉਹ ਅੱਜ ਤੱਕ ਭਾਰਤ ਵਿੱਚ ਬਹੁਤ ਭਾਰੀ ਆ। ਨੈਗੇਟਿਵਿਟੀ ਫੈਲਾਉਣ ਦੇ ਵਿੱਚ ਸਾਰੇ ਹੀ ਅੱਗੇ ਰਹਿੰਦੇ ਆ। ਹੁਣ ਜਿਹੜੀ ਜਦੋਂ ਸਿੱਧੂ ਸਾਹਿਬ ਨੇ ਕਰਤਾਰਪੁਰ ਦਾ ਲਾਂਘਾ ਖਲਾਇਆ ਸੀ, ਉਦੋਂ ਕੈਪਟਨ ਸਾਹਿਬ ਨੂੰ ਨਾ ਚੇਤੇ ਸੀ, ਨਾ ਕਿਸੇ ਹੋਰ ਨੂੰ ਚੇਤੇ ਸੀ ਵੀ ਇਹ ਜੀ ਦੇਸ਼ ਦਰੋਹੀ ਆ, ਇਹ ਜੀ ਦੇਸ਼ ਦੀ ਅਖੰਡਤਾ ਨੂੰ ਖਤਰਾ ਆ। ਉਦੋਂ ਸਾਰੇ ਬੱਲੇ ਬੱਲੇ ਹੋ ਗਈ ਸਾਰੇ ਪਾਸੇ। ਅੱਜ ਇੱਕਦਮ ਕੈਪਟਨ ਸਾਹਿਬ ਨੂੰ ਚੇਤਾ ਆ ਗਿਆ ਵੀ ਜਾ ਕੇ ਜਿਹੜੀ ਉੱਥੇ ਜੱਫੀ ਪਾਈ ਸੀ, ਹਾਲਾਂਕਿ ਉਹਨੇ ਤਾਂ ਬੰਦੇ ਨਾਲ ਹੀ ਪਾਈ ਸੀ ਜੱਫੀ, ਜਿਹੜੀ ਉੱਥੇ ਜਾ ਕੇ ਜੱਫੀ ਪਾਈ ਸੀ ਵੀ ਉਹ ਬਾਜਵਾ ਸਾਹਿਬ ਦੇ ਨਾਲ ਉਹ ਦੇਸ਼ ਵਿਰੋਧੀ ਹੋ ਗਈ।
ਤੇ ਜਿਹੜਾ ਇਮਰਾਨ ਜੀ, ਖਾਨ ਜੀ। ਦੇ ਨਾਲ ਗੱਲਬਾਤ ਚੱਲਦੀ ਰਹੀ ਉਹ ਦੇਸ਼ ਵਿਰੋਧੀ ਹੋ ਗਈ ਇੱਕਦਮ। ਸੋ ਇਹ ਜਿਹੜੀਆਂ ਗੱਲਾਂ ਆ, ਇਹ ਗੰਦੀ ਰਾਜਨੀਤੀ ਕਦੇ ਬੰਦ ਹੋਊਗੀ ਸਾਡੇ ਉੱਥੋਂ? ਵੀ ਹੁਣ ਤੱਕ ਤਾਂ ਤੁਹਾਨੂੰ ਚੇਤਾ ਨਹੀਂ ਆਇਆ ਇਸ ਗੱਲ ਦਾ, ਤੇ ਹੁਣ ਇੱਕਦਮ ਜਦੋਂ ਤੁਹਾਨੂੰ ਲਾਤਾ ਗਿਆ ਤੁਹਾਨੂੰ ਇਹ ਗੱਲਾਂ ਚੇਤਾ ਆਉਣ ਲੱਗ ਪਈਆਂ ਵੀ ਉਹ ਦੇਸ਼ ਧਰੋਹੀ ਆ। ਜੇ ਦੇਸ਼ ਧਰੋਹੀ ਆ ਤਾਂ ਤੁਸੀਂ ਮੰਤਰੀ ਕਿਉਂ ਬਣਾਇਆ ਹੋਇਆ ਸੀ? ਤੁਹਾਡੀ ਸਰਕਾਰ ਦੇ ਵਿੱਚ ਸੀ, ਤੁਹਾਨੂੰ ਉਦੋਂ ਹੀ ਅੰਦਰ ਕਰ ਦੇਣਾ ਚਾਹੀਦਾ ਸੀ ਵੀ ਇਹ ਤਾਂ ਦੇਸ਼ ਧਰੋਹੀ ਆ। ਤੁਸੀਂ ਮੁੱਖ ਮੰਤਰੀ ਸੀਗੇ ਕੱਲ੍ਹ ਤੱਕ। ਤੋ ਇਹ ਮਾੜਾ ਜਿਹਾ ਜ਼ਰੂਰ ਇਸ ਟੌਪਿਕ ਦੇ ਨਾਲ ਇਹ ਗੱਲ ਵੀ ਜ਼ਰੂਰ ਕਲੀਅਰ ਕਰ ਦਿਓ ਵੀ ਇਹ ਦੇਸ਼ ਧਰੋਹੀ ਦਾ ਚੇਤਾ ਹੁਣ ਕਿੱਦਾਂ ਆ ਗਿਆ ਕੈਪਟਨ ਨੂੰ? ਅਸਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਿਛਲੇ 4.5 ਸਾਲਾਂ ਤੋਂ ਮੋਦੀ ਸਰਕਾਰ ਦੀ ਰਾਸ਼ਟਰਵਾਦੀ ਨੀਤੀ ਇਹ ਲਾਗੂ ਕਰ ਰਿਹਾ ਜੀ। ਦੋ ਮਤਲਬ, ਇੱਕ ਤਾਂ ਇਹ ਆ ਵੀ ਪੰਜਾਬ ਦੇ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਕਰਨਾ, ਪੰਜਾਬ ਨੂੰ ਕੋਈ ਰਾਹਤ ਨਹੀਂ ਦੇਣੀ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹਦੇ ਲਈ ਇਨਸਾਫ ਦੀ ਰਾਜਨੀਤੀ ਕਰਨ ਦੀ ਥਾਂ ਵੋਟਾਂ ਦੀ ਰਾਜਨੀਤੀ ਤੇ 75-25 ਦੀ ਰਾਜਨੀਤੀ ਕਰਨੀ ਆ। ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਮੁੱਕਰਨ ਦੀ ਗੱਲ ਆ, ਉਹ ਵੀ ਦਿਖਾ ਦੇਣੀ ਆ ਵੀ ਕੀ ਮਤਲਬ ਹੁੰਦਾ ਜੀ ਇਹਦਾ। ਸਹੁੰ ਖਾ ਲਈ ਸੀ ਅਸੀਂ, ਮੁੱਕਰਨਗੇ ਕੀ ਕਰ ਲਓਗੇ ਤੁਸੀਂ? ਸੋ ਇਸ ਕਰਕੇ ਹੁਣ ਜਦੋਂ ਜਿਵੇਂ ਉਹ ਹਾਰ ਗਿਆ ਨਾ ਜੀ ਬੁਰੀ ਤਰ੍ਹਾਂ, ਹੁਣ ਇਹਦੇ ਇਹੀ ਜੀ ਹਾਲਤ ਵਿੱਚ ਪੰਜਾਬ ਇੱਕ ਇਹੋ ਜਿਹਾ ਸੂਬਾ ਜਿਹਨੇ ਮੋਦੀ ਦੀ ਵੇਵ ਨੂੰ ਕਦੇ ਹੁੰਗਾਰਾ ਨਹੀਂ ਦਿੱਤਾ। ਮੋਦੀ ਦੀ ਵਿਚਾਰਧਾਰਾ ਨੂੰ ਕਦੇ, ਸਾਰਾ ਮੁਲਕ ਦੂਜੇ ਪਾਸੇ ਉਲਟਿਆ ਪਿਆ ਸੀ, ਪਰ ਪੰਜਾਬ ਆ ਜਿਹੜਾ, ਉਹਨੇ ਪੰਜਾਬ ਦੀ ਆਪਣੀ ਇੱਕ ਵੱਖਰੀ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ। ਹਾਂਜੀ, ਹੁਣ ਉਹਦੇ ਕੋਲੇ ਚਾਰਾ ਕੀ ਸੀ? ਅਸਲ ਸਮੱਸਿਆ ਕੀ ਆ? ਸਾਰਿਆਂ ਦੀ ਸਮੱਸਿਆ ਇਹ ਆ ਵੀ ਨਾ ਇੱਥੇ ਕੋਈ ਮੁੱਦਿਆਂ ਦੀ ਰਾਜਨੀਤੀ ਚਾਹੁੰਦਾ, ਨਾ ਇੱਥੇ ਕੋਈ ਮੁੱਦਿਆਂ ਨੂੰ ਹੱਲ ਕਰਨ ਦਾ ਰੋਡ ਮੈਪ ਚਾਹੁੰਦਾ, ਨਾ ਕੋਈ ਇਹ ਚਾਹੁੰਦਾ ਵੀ ਵਾਅਦਿਆਂ ਦੀ ਜਵਾਬਦੇਹੀ ਹੋਣੀ ਚਾਹੀਦੀ ਆ। ਜਿਹੜੇ ਨੁਕਤੇ ਤੇ ਅਮਰਿੰਦਰ ਤੇ ਕੁੜਕੀ ਚੜ੍ਹੀ ਹੋਈ ਆ ਸਾਰਿਆਂ ਨੇ, ਜਿਹੜੇ ਇਹਨੂੰ ਨਕਾਤੀ ਪ੍ਰੋਗਰਾਮ ਦਿੱਤੇ ਹੋਏ ਨੇ, ਉਹਦੇ ਵਿੱਚੋਂ ਉਹਨੇ ਭਟਕੇ ਹੋਏ ਨੇ ਬਖਲਾਹਟ ਦੇ ਵਿੱਚ। ਪਹਿਲਾਂ ਹੋਰ ਗੱਲ ਕਹਿੰਦਾ ਸੀ, ਪਹਿਲਾਂ ਤਾਂ ਇਹ ਕਹਿੰਦਾ ਸੀ ਇਹਦੀ ਪਹੁੰਚ ਗਲਤ ਆ, ਇਹ ਪਾਕਿਸਤਾਨ ਪ੍ਰਤੀ ਇਹਦੀ ਪਹੁੰਚ ਗਲਤ ਆ। ਹੁਣ ਤਾਂ ਉਹਨੇ ਸਿੱਧਾ ਸ਼ਰੇਆਮ ਇਹ ਕਹਿਤਾ ਨਾ ਜੀ ਵੀ ਇਹ ਰਾਸ਼ਟਰ ਦੀ ਸੁਰੱਖਿਆ ਨੂੰ ਖਤਰਾ, ਦੇਸ਼ ਦੀ ਸੁਰੱਖਿਆ ਨੂੰ ਖਤਰਾ। ਇਸ ਕਰਕੇ ਸਿੱਧੂ ਆ ਜਿਹੜਾ, ਮੈਂ ਇਹਨੂੰ ਮੁੱਖ ਮੰਤਰੀ ਨਹੀਂ ਬਣ ਦੇਣਾ। ਹੁਣ ਵੀ ਉਹਦੀ ਚਾਲ ਉਹੀ ਆ ਕਿ ਢਾਲ ਉਹਨੇ ਤਾਲ ਲਈ ਦੇਸ਼ ਦੀ ਸੁਰੱਖਿਆ ਦੀ। ਸਿੱਧੂ ਨੂੰ ਦੇਸ਼ ਦਾ ਦੁਸ਼ਮਣ ਕਰਾਰ ਦਿੱਤਾ ਜਾਵੇ ਤੇ ਜਿਹੜਾ ਅਸਲ ਮੁੱਦੇ ਨੇ ਪੰਜਾਬ ਦੇ, ਉਹਨਾਂ ਤੋਂ ਸੋਚਣ ਦੀ ਗੱਲ, ਪ੍ਰਚਾਰ ਦੀ ਗੱਲ, ਚੋਣ ਫੋਕਸ ਦੀ ਗੱਲ ਆ, ਉਹ ਜਿਹੜੀ ਘਟਾਈ ਜਾਵੇ। ਤੇ ਇਸ ਨੂੰ ਬਾਕੀ ਦੂਜੀਆਂ ਪਾਰਟੀਆਂ ਵੀ ਲਗਭਗ ਹੁੰਗਾਰਾ ਦੇ ਰਹੀਆਂ ਨੇ ਜੀ। ਠੀਕ। ਹਾਂਜੀ ਜਗਮੋਹਨ ਸਿੰਘ ਜੀ, ਮੈਂ ਇੱਧਰ ਲੱਗਾ ਹੋਇਆ ਸੈੱਟ ਕਰਨ ਤੇ ਆਪਣੀ ਫੀਡ ਦੀ ਬਹੁਤ ਪ੍ਰੋਬਲਮ ਹੋਈ ਰੀਸਟ੍ਰੀਮ 'ਚ ਪ੍ਰੋਬਲਮ ਆ, ਉਹਦੇ ਨਾਲ ਆਪਣੀ ਸਟ੍ਰੀਮ ਨਹੀਂ ਜਾ ਰਹੀ ਕਿਸੇ ਪਾਸੇ ਨਾ। ਹਾਂਜੀ, ਉਹ ਮੇਰਾ ਦੇਸੀ ਚੈਨਲ ਤੇ ਵੀ ਬੰਦ ਹੋਈ ਆ ਸਟ੍ਰੀਮ, ਉਹਨਾਂ ਨੂੰ ਜਾਂ ਉਹਨਾਂ ਨੂੰ ਉੱਥੋਂ ਰੀਸੈਟ ਕਰਨੀ ਪੈਣੀ ਆ। ਕੋਈ ਚੱਕਰ ਨਹੀਂ, ਆਪਣਾ YouTube ਤੇ ਵਧੀਆ ਪ੍ਰੋਗਰਾਮ ਚੱਲ ਰਿਹਾ ਸਾਰੇ ਪਾਸੇ, ਕੋਈ ਗੱਲ ਨਹੀਂ, ਜਿੱਦਾਂ ਵੀ ਹੈਗਾ ਆਪਣਾ ਰਿਕਾਰਡ ਹੋ ਜਾਣਾ, ਆਪਾਂ ਬਾਅਦ ਚ ਵੀ ਪੈ ਜਾਣਾ ਆ। ਸੋ ਇਦਾਂ ਦੀ ਟੈਨਸ਼ਨ ਵਾਲੀ ਗੱਲ ਨਹੀਂ ਆ। ਅੱਗੇ ਮਾਲੀ ਸਾਹਿਬ ਆਉਣੇ ਆਪਾਂ, ਜਿਹੜੇ ਆਹ ਪੁਲਿਸ ਦੇ DSP DGP ਜਿਹੜੇ ਸਰਕਾਰ ਚੇਂਜ ਕਰ ਰਹੀ ਆ, ਹੁਣ ਪੰਜਾਬ ਸਰਕਾਰ ਜਿਹੜੇ ਚੇਂਜ ਕਰ ਰਹੀ, ਤੇ ਉਹ ਸੁਖਬੀਰ ਬਾਦਲ ਸਾਹਿਬ ਕਹਿ ਰਹੇ ਆ ਵੀ ਜਿਹੜੇ DSP ਤੇ SSPਆਂ ਦਾ ਤਬਾਦਲਾ ਹੋ ਰਿਹਾ, ਲੱਗ ਰਿਹਾ ਆ, ਉਹ ਸਾਨੂੰ ਫੋਨ ਕਰ ਰਹੇ ਆ ਵੀ ਕੀ ਤੁਸੀਂ ਅਕਾਲੀਆਂ ਨੂੰ ਫੜ ਕੇ ਅੰਦਰ ਦਓਗੇ ਵੀ ਤਾਂ ਤੁਹਾਨੂੰ ਲਾਉਣਾ। ਇੱਕ ਤਾਂ ਇਹ ਗੱਲ ਸੁਣ ਚ ਸੁਖਬੀਰ ਸਿੰਘ ਬਾਦਲ ਤੋਂ ਆਈ ਆ, ਜਿਹੜਾ ਉਹਨਾਂ ਨੇ ਬਿਆਨ ਦਿੱਤਾ ਆ। ਇੱਕ ਬਿਆਨ ਉਹਨਾਂ ਨੇ ਇਹ ਵੀ ਦਿੱਤਾ ਆ ਵੀ ਆਪਣੇ ਵੀ ਜਿਹੜੇ ਇਹ ਦਲਿਤ, ਜਿਹੜਾ ਚਰਨਜੀਤ ਸਿੰਘ ਚੰਨੀ ਜਿਹੜਾ ਮੁੱਖ ਮੰਤਰੀ ਬਣਿਆ, ਇਹਦੇ ਬਣਨ ਪਿੱਛੇ ਸਾਡਾ ਹੱਥ ਹੈ, ਸਾਡਾ ਉਹਨੂੰ ਧੰਨਵਾਦ ਕਰਨਾ ਚਾਹੀਦਾ, ਕਿਉਂਕਿ ਅਸੀਂ ਕਿਹਾ ਸੀ ਡਿਪਟੀ CM ਜਿਹੜਾ ਦਲਿਤ ਬਣਾਵਾਂਗੇ, ਤੇ ਕਾਂਗਰਸ ਨੇ ਇਹਨਾਂ ਨੂੰ ਮੁੱਖ ਮੰਤਰੀ ਬਣਾਤਾ, ਇਹਨੂੰ ਵੀ ਸਾਡਾ ਧੰਨਵਾਦ ਕਰਨਾ ਚਾਹੀਦਾ ਆ। ਸੋ ਇਹ ਦੋ ਮੁੱਦਿਆਂ ਦੇ ਕੀ ਜਿਹੜੇ DSP SP ਲੱਗੇ ਆ ਕਿ ਪੰਜਾਬ ਸਰਕਾਰ ਦਾ ਉਹਨਾਂ ਤੇ ਕੋਈ ਕੰਟਰੋਲ ਨਹੀਂ, ਜਿਹੜੇ ਉਹ ਜਾ ਕੇ ਸਿੱਧਾ ਸੁਖਬੀਰ ਬਾਦਲ ਨੂੰ ਹੀ ਫੋਨ ਕਰ ਰਹੇ ਆ। ਜੀ ਇਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਜੀ, ਤੁਹਾਡੇ ਕੀ ਖਿਆਲ ਹੈ ਇਹਦੇ ਬਾਰੇ? ਹਾਂਜੀ ਭਾਜੀ। ਇਹਨਾਂ ਦਾ ਇੱਕੋ ਇੱਕ ਮਕਸਦ ਇਹ ਆ ਕਿ ਅਸਲ ਮੁੱਦੇ ਨੂੰ ਰੋਲਿਆ ਜਾਵੇ, ਗੌਣ ਮੁੱਦੇ ਉਠਾਏ ਜਾਣ। ਹਾਂਜੀ, ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਵੀ ਸਾਨੂੰ ਇਹ ਐਲਾਨ ਕਰਨਾ ਚਾਹੀਦਾ ਹਮੇਸ਼ਾ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਆ,
ਅਸੀਂ ਉੱਥੇ ਇਨਸਾਫ ਦੀ ਸਿਆਸਤ ਕਰਾਂਗੇ। ਉਹਦੇ ਲਈ ਜੋ ਵੀ ਦੋਸ਼ੀ ਆ, ਜਿੱਡਾ ਵੀ ਵੱਡਾ ਮਰਜ਼ੀ ਦੋਸ਼ੀ ਆ, ਉਹਨੂੰ ਅਸੀਂ ਕਾਨੂੰਨ ਦੇ ਕਟਹਿਰੇ 'ਚ ਖੜਾ ਕਰਾਂਗੇ ਤੇ ਕਾਨੂੰਨ ਉਹਨੂੰ ਉਹਦੀ ਬਣਦੀ ਸਜ਼ਾ ਦੇਊਗਾ। ਸਹੀ ਵਰਤਾਂਤ ਇਹ ਆ, ਜਦੋਂ ਤੁਸੀਂ ਦੀ ਸਿਆਸਤ ਅਪਣਾਉਣੀ ਹੋਵੇ, ਜੇ ਤੁਸੀਂ ਵੋਟਾਂ ਦੀ ਸਿਆਸਤ ਅਪਣਾਉਣੀ ਹੋਵੇ, ਤਾਂ ਤੁਸੀਂ ਇਹ ਜਿਹੜੀਆਂ ਬੁਨਿਆਦੀ ਗੱਲਾਂ ਨੇ ਇਹਨੂੰ ਛੱਡ ਕੇ ਅਸੀਂ ਜੀ ਮਜੀਠੀ ਨੂੰ ਅੰਦਰ ਦੇਵਾਂਗੇ, ਅਸੀਂ ਜੀ ਬਾਦਲ ਨੂੰ ਅੰਦਰ ਦੇਵਾਂਗੇ, ਇਹ ਬੰਦਿਆਂ ਦੇ ਬੰਦੇ ਤੇ ਬੰਦਿਆਂ ਦੇ ਵਿਰੋਧ ਦੀ ਸਿਆਸਤ ਬਣ ਜਾਂਦੀ ਆ। ਅਸਲ ਮੁੱਦੇ ਤੋਂ ਧਿਆਨ ਭਟਕ ਜਾਂਦਾ। ਇਸੇ ਕਰਕੇ ਸੁਖਬੀਰ ਬਾਦਲ ਅੱਜ ਇਹ ਕਹਿ ਰਿਹਾ ਵੀ ਇਹ ਜਿਹੜੀ ਸਾਰੀ ਤਬਦੀਲੀ ਹੋ ਰਹੀ ਆ, ਇਹ ਕੋਈ ਮੁੱਦਿਆਂ ਦੀ ਸਿਆਸਤ ਕਰਕੇ ਤਬਦੀਲੀ ਨਹੀਂ ਹੋ ਰਹੀ, ਇਹ ਕੋਈ ਇਸ ਕਰਕੇ ਨਹੀਂ ਤਬਦੀਲੀ ਹੋ ਰਹੀ ਕਿ ਇਨਸਾਫ ਦਿੱਤਾ ਜਾਵੇ। ਇਹਦਾ ਸਾਰਿਆਂ ਦਾ ਮਕਸਦ ਇਹ ਆ ਵੀ ਸਾਨੂੰ ਫੜ ਕੇ ਅੰਦਰ ਕਰਨਾ। ਅੰਦਰ ਤੁਸੀਂ ਸਾਰੀ ਗੱਲ ਨੂੰ ਨਕਾਰ ਕੇ ਆਪਣੇ ਤੇ ਕੇਂਦਰ ਕਰਦੇ ਹੋ ਵੀ ਸਾਨੂੰ ਫੜਨ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ, ਵੀ ਨਾ ਤਾਂ ਇਹ 'ਚ ਮੁੱਦਾ, ਨਾ ਇਹਦਾ ਵਾਅਦਿਆਂ ਦੀ ਜਵਾਬਦੇਹੀ ਆ, ਇਹ 'ਚ ਕੋਈ ਗੱਲ ਨਹੀਂ ਜੀ। ਇਹ ਸਾਰੀ ਗੱਲ ਨੂੰ ਭਟਕਾਉਣ ਦੀ ਸਾਜ਼ਿਸ਼ ਆ ਉਹਨਾਂ ਦੀ। ਕੋਈ ਅਫਸਰ ਨਾ ਕਿਸੇ ਨੂੰ ਐ ਕਹਿੰਦਾ ਤੈਨੂੰ ਅਸੀਂ ਲਾਵਾਂਗੇ ਜੇ ਫੜੇਗਾ, ਸਰਕਾਰ ਕਹਿ ਦੇ ਵੀ ਇਹਨੂੰ ਫੜਨਾ। ਕਿਹੜਾ ਅਫਸਰ ਆ ਜੀ ਜਿਹੜਾ ਨਹੀਂ ਫੜੂਗਾ? ਕਿਸੇ ਅਫਸਰ ਦੀ ਜ਼ਰੂਰਤ ਹੈ ਕਿ ਸਰਕਾਰ ਦਾ ਹੁਕਮ ਨਹੀਂ ਮੰਨੂਗਾ? ਹੁਣ ਸੈਣੀ ਨਾਲ ਇਹਨਾਂ ਨੇ ਖੇਡ ਦੀ ਖੇਡੀ ਇੱਕ, ਪਰ ਸੈਣੀ ਫੜ ਤਾਂ ਲਿਆ ਸੀ ਨਾ ਆਖਰ ਨੂੰ। ਇਹ ਵੱਖਰੀ ਗੱਲ ਆ ਵੀ ਸਾਰੀ ਸਟੇਟ, ਸਾਰੀ ਜਿਹੜੀ ਅਦਾਲਤੀ ਮਸ਼ੀਨਰੀ ਆ ਉਹਦੀ ਪਿੱਠ ਤੇ ਖੜੀ ਆ ਵੀ ਜੇ ਸੈਣੀ ਨੂੰ ਸਜ਼ਾ ਅਸੀਂ ਦੇਤੀ ਤਾਂ ਆਉਣ ਵਾਲੇ ਸਮੇਂ 'ਚ ਸੈਣੀ ਵਰਗਾ ਰੋਲ ਨਿਭਾਉਣ ਵਾਲਾ ਕਿਹੜਾ ਪੁਲਿਸ ਅਫਸਰ ਤਿਆਰ ਹੋਊ? ਜਿਹਦੇ ਕਰਕੇ ਅੱਖਾਂ ਵੀ ਪੁੰਨੀਆਂ ਜਾ ਰਹੀਆਂ, ਉਹਨੂੰ ਫੁੱਲ ਪ੍ਰੋਟੈਕਸ਼ਨ ਵੀ ਦਿੱਤੀ ਜਾ ਰਹੀ ਹੈ। ਬਿਲਕੁਲ ਸਾਰੇ ਬੋਲ ਰਹੇ ਨੇ ਕਿ ਦੁਨੀਆ ਦੇ ਇਤਿਹਾਸ 'ਚ ਐਡੀ ਪ੍ਰੋਟੈਕਸ਼ਨ ਕਿਸੇ ਨੂੰ ਨਹੀਂ ਮਿਲੀ ਵੀ ਉਦੋਂ ਤੱਕ ਇਹਦੇ ਖਿਲਾਫ ਕੋਈ ਜਾਂਚ ਨਹੀਂ ਹੋ ਸਕਦੀ, ਕੋਈ ਕੇਸ ਨਹੀਂ ਦਰਜ ਹੋ ਸਕਦਾ, ਕੋਈ ਗ੍ਰਿਫਤਾਰੀ ਨਹੀਂ ਹੋ ਸਕਦੀ। ਕੀ ਦੁਨੀਆ 'ਚ ਕਿਤੇ ਐਡੀ ਪ੍ਰੋਟੈਕਸ਼ਨ ਮਿਲੀ ਹੈ? ਕਿਉਂਕਿ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਆ, ਨਸਲਕੁਸ਼ੀ ਸਿਰਫ ਦਿੱਲੀ ਨਹੀਂ ਹੋਈ, ਬਕਾਰੋ ਨਹੀਂ ਹੋਈ, ਕਾਨਪੁਰ ਨਹੀਂ ਹੋਈ, ਇੰਗਲੈਂਡ ਨਸਲਕੁਸ਼ੀ ਪੰਜਾਬ 'ਚ ਹੋਈ ਆ। ਜਦੋਂ ਹਜ਼ਾਰਾਂ ਮੁੰਡੇ ਸਕੀਮ ਬਣਾ ਕੇ ਘਰਾਂ 'ਚੋਂ ਫੜ ਕੇ ਕੱਢ ਕੇ ਮਸ਼ੀਨਰੀ ਨੇ ਮਾਰਿਆ, ਉੱਥੇ ਤਾਂ ਅਸੀਂ ਇਹ ਕਹਿੰਦੇ ਆ ਨਾ ਜੀ ਪੁਲਿਸ ਨੇ ਸ਼ਹਿ ਦਿੱਤੀ ਭੀੜਾਂ ਨੂੰ। ਸਾਰਾ ਕੁਛ ਇਹ ਸੀ, ਲੋਕਾਂ ਨੂੰ ਭੜਕਾਇਆ, ਪੁਲਿਸ ਨੇ ਸ਼ਹਿ ਦਿੱਤੀ, ਪੁਲਿਸ ਨੇ ਪੱਖ ਪੂਰਿਆ। ਇੱਥੇ ਪੰਜਾਬ ਦੇ ਵਿੱਚ ਜਿਹੜੀ ਨਸਲਕੁਸ਼ੀ ਦੀ ਵਰਸਟ ਫਾਰਮ ਆ, ਉਦੋਂ ਵੀ ਖਤਰਨਾਕ ਫਾਰਮ ਆ, ਉਹ ਤਾਂ ਸਾਰੀ ਕਾਨੂੰਨ ਮਸ਼ੀਨਰੀ ਨੇ, ਜਿਹਦੇ ਵਿੱਚ ਪੁਲਿਸ ਵੀ ਸ਼ਾਮਲ ਆ, ਕਾਰਜਪਾਲਿਕਾ ਵੀ ਸ਼ਾਮਲ ਆ, ਨਿਆਂਪਾਲਿਕਾ ਵੀ ਸ਼ਾਮਲ ਆ। ਉਹਨਾਂ ਨੇ ਮਿਲ ਕੇ ਅੰਜਾਮ ਦਿੱਤਾ ਉਹਨੂੰ, ਤੇ ਉਹਨੂੰ ਭੁਲਾਉਣ ਲਈ ਸਾਰੇ ਹੁਣ ਜ਼ੋਰ ਨਾਲ ਲੱਗੇ ਹੋਏ ਨੇ। ਸੋ ਜਿਹੜਾ ਵਰਤਾਂਤ ਸਿਰਜ ਰਿਹਾ ਆਪਣਾ ਸੁਖਬੀਰ ਬਾਦਲ, ਉਹ ਝੂਠਾ ਵਰਤਾਂਤ ਆ, ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਵਰਤਾਂਤ ਆ। ਮੈਂ ਕਹਿੰਦਾ ਸਾਰੀ ਜਾਂਚ ਕਰਕੇ ਮੰਨ ਲਓ ਸੁਖਬੀਰ ਨਾ ਵੀ ਫੜਿਆ ਜਾਵੇ, ਬਾਦਲ ਨਾ ਵੀ ਫੜਿਆ ਜਾਵੇ, ਇਹ ਕੋਈ ਗੱਲ ਨਾ ਆਉਂਦੀ ਹੋਵੇ, ਪਰ ਦੋਸ਼ੀ ਇਦੋਂ ਬਿਨਾਂ ਕਿਹੜਾ ਹੈ ਨਹੀਂ, ਜਿਹੜਾ ਹੇਠਾਂ ਤੱਕ ਸਾਰਾ ਕੁਝ ਹੋਇਆ ਜਾਂ ਇਹਨਾਂ ਨੇ ਪ੍ਰੋਟੈਕਸ਼ਨ ਦਿੱਤੀ। ਸੋ ਇਹ ਉਸ ਜਾਂਚ ਨੂੰ ਅੱਗੇ ਤੁਰਨੇ ਨਹੀਂ ਦੇਣਾ ਚਾਹੁੰਦੇ। ਇਹ ਨਹੀਂ ਦੇਖੋ, ਜਦੋਂ ਹਾਈ ਕੋਰਟ ਨੇ ਰੱਦ ਕੀਤੀ, ਇਹ ਕਹਿਣ ਦੀ ਥਾਂ ਵੀ ਕੈਪਟਨ ਨੇ ਵੀ ਸਹੀ ਜਾਂਚ ਨਹੀਂ ਕੀਤੀ, ਇਹਦੀ ਸਹੀ ਜਾਂਚ ਹੋਣੀ ਚਾਹੀਦੀ ਆ, ਸਹੀ ਦੋਸ਼ੀ ਸਾਹਮਣੇ ਆਉਣੇ ਚਾਹੀਦੇ ਆ। ਕਹਿੰਦੇ ਆਹ ਦੇਖ ਲਓ ਜੀ, ਸਾਬਤ ਹੋ ਗਿਆ ਨਾ, ਹਾਈ ਕੋਰਟ ਨੇ ਜਾਂਚ ਰੱਦ ਕਰਤੀ, ਇਹਦਾ ਮਤਲਬ ਸਾਰੇ ਦੋਸ਼ੀ ਬਰੀ ਹੋ ਗਏ। ਮਤਲਬ ਇਹ ਜਿਹੜੀਆਂ ਗੱਲਾਂ ਸਾਨੂੰ ਕਹੀਆਂ ਜਾ ਰਹੀਆਂ ਨੇ, ਸਾਨੂੰ ਜਿਹੜਾ ਭਰਮਾਇਆ ਜਾ ਰਿਹਾ ਨਾ ਜੀ, ਇਹ ਉਹੀ ਰਾਜਨੀਤੀ ਆ ਜਿਹੜੀ ਕਹਿੰਦੀ ਆ ਪੰਜਾਬ ਦੀ ਸੋਚ ਨੂੰ ਖੰਡਾ ਕੇ ਰੱਖੋ, ਮੁੱਦਿਆਂ ਤੇ ਕੇਂਦਰਿਤ ਨਾ ਹੋਣ ਦੇਵੋ, ਇਹਨਾਂ ਦੇ ਮਨਾਂ ਚੋਂ ਇਨਸਾਫ ਦੀ ਆਸ ਭੁਲਾ ਦਿਓ, ਸਿੱਖਾਂ ਦੇ ਮਨ 'ਚ ਪ੍ਰਭਾਵ ਕਦੇ ਨਾ ਬਣਨ ਦਿਓ ਵੀ ਅਸੀਂ ਲੜ ਕੇ ਜਿੱਤ ਪ੍ਰਾਪਤ ਕੀਤੀ। ਸਿੱਖਾਂ ਦੇ ਇਹ ਗੱਲ ਸਾਬਤ ਕਰੋ, ਜੇ ਸਾਡੇ ਗੋਡੇ ਹੇਠਾਂ ਲੱਗੋਗੇ, ਸਾਡੇ ਨਾਲ ਮਿਲ ਕੇ ਚੱਲੋਗੇ, ਸਾਨੂੰ ਸੁਪਰੀਮ ਮਿਲ ਕੇ ਚੱਲੋਗੇ, ਤਾਂ ਤੁਹਾਨੂੰ ਅਸੀਂ ਮਾੜਾ ਮੋਟਾ ਇਨਸਾਫ ਦੇ ਦਾਂਗੇ, ਨਹੀਂ ਇਦੋਂ ਬਿਨਾਂ ਇਨਸਾਫ ਦੀ ਝਾਕ ਨਾ ਰੱਖਿਓ। ਇਹੀ ਨੀਤੀ ਸੁਖਬੀਰ ਹੋਣੀ ਲਾਗੂ ਕਰ ਰਹੇ ਨੇ ਜੀ। ਬਿਲਕੁਲ ਜੀ। ਤੁਸੀਂ ਕੁਝ ਕਹਿਣ ਲੱਗੇ ਜਗਮੋਹਨ ਸਿੰਘ ਜੀ? ਹਾਂਜੀ, ਮੈਂ ਤਾਂ ਇਹ ਕਹਿਣ ਲੱਗਾ ਸੀਗਾ ਜੀ ਵੀ ਮਾਲੀ ਸਾਹਿਬ ਦੇ ਨਾਲ ਬਿਲਕੁਲ ਸਹਿਮਤ ਹਾਂ ਵੀ ਸਿੱਖਾਂ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਦਲਿਤ ਨਹੀਂ ਹੁੰਦਾ। ਜਿਹੜਾ ਸਿੱਖ ਆ ਉਹ ਸਿੱਖ ਆ, ਉਹ ਗੁਰੂ ਨਾਨਕ ਪਾਤਸ਼ਾਹ ਦਾ ਪੈਰੋਕਾਰ ਆ, ਉਹਦੇ ਵਿੱਚ ਕੋਈ ਜਾਤ ਪਾਤ ਕੋਈ ਵੀ ਇੱਦਾਂ ਦੀ ਗੱਲ ਨਹੀਂ ਹੁੰਦੀ। ਪਰ ਪ੍ਰੋਬਲਮ ਸਾਡੀ ਇਹ ਆਉਂਦੀ ਆ ਕਿ
ਇਹ ਗੋਰਿਆਂ ਵਾਲੀ ਕਨਸੈਪਟ ਜਿਹੜੀ ਆ ਅਕਾਲੀ ਦਲ ਵੀ ਲੈ ਕੇ ਚੱਲੀ ਆ ਵੀ, ਕਿਉਂਕਿ ਇਹਨਾਂ ਨੇ ਪਤਾ ਵੀ ਜੇ ਲੋਕਾਂ ਨੂੰ ਧੜਿਆਂ ਦੇ ਵਿੱਚ ਵੰਡਾਂਗੇ, ਪੋਲਰਾਈਜੇਸ਼ਨ ਕਰਾਂਗੇ ਤਾਂ ਹੀ ਸਾਡਾ ਭਲਾ ਆ, ਤਾਂ ਹੀ ਜੇ ਲੋਕ ਕਿਸੇ ਨੂੰ ਦਲਿਤ ਕਵਾਂਗੇ, ਕਿਸੇ ਨੂੰ ਅਲੱਗ ਸਮਾਜ ਦਾ ਕਵਾਂਗੇ, ਕਿਸੇ ਨੂੰ ਆਧਰਮੀ ਕਵਾਂਗੇ, ਕਿਸੇ ਨੂੰ ਕੁਛ ਕਵਾਂਗੇ, ਤਾਂ ਹੀ ਲੋਕ ਆਪਸ 'ਚ ਲੜਨਗੇ, ਆਪਸ 'ਚ ਲੜਾਈ ਚੱਲੂਗੀ, ਸਾਡੀ ਵੋਟ ਬੈਂਕ ਜਿਹੜੀ ਪੱਕੀ ਹੋਊਗੀ। ਦੂਜੀ ਗੱਲ ਰਹੀ ਅਫਸਰਾਂ ਦੀ, ਬਿਲਕੁਲ ਮਾਲੀ ਸਾਹਿਬ ਨਾਲ ਸਹਿਮਤ ਹਾਂ ਮੈਂ ਵੀ ਜਦੋਂ ਅਫਸਰ ਨੂੰ ਹੁਕਮ ਹੋ ਜਾਂਦਾ ਵੀ ਫੜ ਲਓ, ਉਹ ਜਿਹੜਾ ਮਰਜ਼ੀ ਹੋਵੇ ਅਫਸਰ ਨੇ ਫੜ ਕੇ ਅੰਦਰ ਕਰ ਦੇਣਾ। ਔਰ ਅੰਦਰ ਤੁਹਾਨੂੰ ਡਰ ਕਾਹਦਾ, ਜਿਹੜੇ ਬੰਦੇ ਨੇ ਕੋਈ ਗਲਤ ਕੰਮ ਨਾ ਕੀਤਾ ਹੋਵੇ ਉਹਨੂੰ ਡਰ ਨਹੀਂ ਹੁੰਦਾ, ਉਹ ਕਹਿੰਦਾ ਹਾਂਜੀ ਆ ਕੇ ਮੈਨੂੰ ਫੜ ਲਓ, ਕਿਉਂਕਿ ਉਹਨੇ ਕੋਈ ਗਲਤ ਕੰਮ ਹੀ ਨਹੀਂ ਕੀਤਾ ਹੁੰਦਾ। ਇਹਨਾਂ ਨੂੰ ਡਰ ਤਾਂ ਪਹਿਲਾਂ ਹੀ ਪੈ ਜਾਂਦਾ ਵੀ ਅਸੀਂ ਜਿੰਨੇ ਗਲਤ ਕੰਮ ਕੀਤੇ ਆ, ਵੀ ਅਸੀਂ ਜੋ ਕੁਛ ਪੰਜਾਬ ਦਾ ਬੁਰਾ ਹਾਲ ਕੀਤਾ, ਜਿੰਨੇ ਅਸੀਂ ਘਪਲੇ ਕੀਤੇ ਆ, ਸਾਡੀਆਂ ਪ੍ਰਾਪਰਟੀਆਂ ਜਿਹੜੀਆਂ ਆ ਉਹ ਕਰੋੜਾਂ ਤੋਂ ਅਰਬਾਂ 'ਚ ਹੋ ਗਈਆਂ, ਜੋ ਸਾਡਾ ਟਰਨਓਵਰ ਹੈ ਰੱਜ ਕੇ ਲੁੱਟਿਆ ਖਾਧਾ। ਇਹੀ ਹਿਸਾਬ ਕੈਪਟਨ ਸਾਹਿਬ ਨੇ 3.5 ਸਾਲ ਪੰਜਾਬ ਦਾ ਰੱਜ ਕੇ ਖਾਧਾ ਹੈ ਪੰਜਾਬ ਨੂੰ। ਤੇ ਉਹ ਜਿਹੜੀ ਗੱਲ ਤੁਸੀਂ ਨਜਾਇਜ਼ ਸੰਬੰਧ ਵਾਲੀ ਕਹੀ ਆ ਵੀ ਸਿੱਧੂ ਸਾਹਿਬ ਦੇ ਜਿਹੜੇ ਸੰਬੰਧ ਆ ਉਹ ਪਾਕਿਸਤਾਨ ਨਾਲ, ਜੀ ਬਿਲਕੁਲ ਗਲਤ ਆ, ਇਹ ਆ ਉਹ ਆ। ਆਪ ਤੁਸੀਂ ਪਾਕਿਸਤਾਨ ਘਰੇ ਲਈ ਬੈਠੇ ਆ, ਉਹਦੇ ਬਾਰੇ ਤੁਹਾਡੇ ਕੋਲ ਕੋਈ ਚਰਚਾ ਨਹੀਂ ਕਰ ਰਿਹਾ। ਕਿਉਂਕਿ ਉਹ ਸਾਰਾ ਕੁਝ ਬੀਜੇਪੀ ਦੀ ਕਠਪੁਤਲੀ ਬਣ ਕੇ ਉਸੇ ਹਿਸਾਬ ਨਾਲ ਰਾਸ਼ਟਰਵਾਦੀ ਘੱਟ ਬੀਜੇਪੀ ਦੀ ਕਠਪੁਤਲੀ ਬਣ ਕੇ ਕੈਪਟਨ ਸਾਹਿਬ ਇਹ 3.5 ਸਾਲ ਜ਼ਿਆਦਾ ਚੱਲੇ ਆ। ਸੋ ਹਾਂਜੀ, ਅਗਲਾ ਸਵਾਲ ਵੀਰਵਿੰਦਰ ਸਿੰਘ ਜੀ ਤੁਹਾਡਾ। ਬਿਲਕੁਲ ਜੀ, ਮੈਂ ਇਸੇ ਸਵਾਲ ਤੇ ਪਹਿਲਾਂ ਮੈਂ ਨਾਲ ਟਰਾਈ ਵੀ ਕਰ ਰਿਹਾ ਹਾਂ ਫੀਡ ਦੀ, ਵੀ ਜੇ ਕਿਸੇ ਤਰੀਕੇ ਨਾਲ ਰੀਸੈਟ ਹੋ ਜਾਵੇ ਚੱਲਦੇ 'ਚ ਹੀ। ਜਿਹੜੀ ਨਾ ਤੁਸੀਂ ਗੱਲ ਕਰ ਰਹੇ ਆ ਵੀ ਇਹ ਸੁਖਬੀਰ ਬਾਦਲ, ਮੈਂ ਉਹ ਬੜੇ ਧਿਆਨ ਨਾਲ ਉਹਦੀ ਇੰਟਰਵਿਊ ਦੇਖ ਰਿਹਾ ਸੀ, ਕਹਿੰਦਾ ਜੀ ਸਾਨੂੰ ਹੀ ਦੇਣਾ ਚਾਹੀਦਾ ਸਾਰਾ ਕ੍ਰੈਡਿਟ ਚੰਨੀ ਸਾਹਿਬ ਨੂੰ, ਕਿਉਂਕਿ ਪਹਿਲਾਂ ਅਸੀਂ ਵਾਈਸ ਚੀਫ ਮਿਨਿਸਟਰ ਅਨਾਊਂਸ ਕੀਤਾ ਸੀ ਵੀ ਦਲਿਤ ਬਣਾਵਾਂਗੇ, ਫਿਰ ਇਹਨਾਂ ਨੇ ਉਹ ਬਣਾ ਦਿੱਤਾ ਚੀਫ ਮਿਨਿਸਟਰ। ਦੂਜੇ ਪਾਸੇ ਸੁਖਬੀਰ ਬਾਦਲ ਦਾ ਜਿਹੜਾ ਖਾਸ ਬੰਦਾ ਆਪਾਂ ਕਹਿ ਸਕਦੇ ਹਾਂ, ਜਥੇਦਾਰ, ਉਹਦਾ ਬਿਆਨ ਆ ਰਿਹਾ ਵੀ ਦਲਿਤ ਤਾਂ ਹੁੰਦਾ ਹੀ ਨਹੀਂ ਜੀ ਸਿੱਖਾਂ ਦੇ ਵਿੱਚ। ਤੇ ਮੈਂ ਉਦਣ ਵੀ ਲਿਖ ਕੇ ਪਾਇਆ ਸੀ ਵੀ ਉਦਣ ਨਹੀਂ ਚੇਤਾ ਜਦੋਂ ਸੁਖਬੀਰ ਬਾਦਲ ਕਹਿੰਦਾ ਆ ਵੀ ਅਸੀਂ ਵਾਈਸ ਬਣਾਵਾਂਗੇ, ਅਸੀਂ ਵਾਈਸ ਚੀਫ ਮਿਨਿਸਟਰ ਇੱਕ ਦਲਿਤ ਲਵਾਂਗੇ, ਇੱਕ ਹਿੰਦੂ ਲਵਾਂਗੇ, ਉਦੋਂ ਇਹ ਜਥੇਦਾਰਾਂ ਨੂੰ ਚੇਤਾ ਨਹੀਂ ਆਉਂਦਾ। ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਜਿਵੇਂ ਕੈਪਟਨ ਨੂੰ ਪਹਿਲਾਂ ਚੇਤਾ ਨਹੀਂ ਸੀ ਆਉਂਦਾ ਵੀ ਸਿੱਧੂ ਸਾਹਿਬ ਦੇ ਪਾਕਿਸਤਾਨ ਨਾਲ ਰਲੇ ਹੋਏ ਆ ਜਾਂ ਇਹ ਦੇਸ਼ ਧਰੋਹੀ ਆ, ਉੱਦਾਂ ਹੀ ਇਹ ਸੁਖਬੀਰ ਬਾਦਲ ਨੂੰ ਵੀ ਭੁੱਲ ਜਾਂਦਾ ਵੀ ਕੱਲ੍ਹ ਤੱਕ ਤਾਂ ਮੈਂ ਕਹਿੰਦਾ ਰਿਹਾ ਦਲਿਤ, ਤੇ ਹੁਣ ਅਸੀਂ ਕਹਿ ਦਿੰਦੇ ਵੀ ਦਲਿਤ ਤਾਂ ਹੁੰਦਾ ਹੀ ਨਹੀਂ ਸਿੱਖਾਂ ਦੇ ਵਿੱਚ, ਤੇ ਗੱਲਾਂ 'ਚ ਆਪ ਹੀ ਫਿਰ ਕਹਿ ਜਾਂਦਾ ਆ ਨਾਲ ਹੀ ਦਲਿਤ। ਖੈਰ, ਆਪਾਂ ਗੱਲ ਕਰੀਏ ਜਿਹੜਾ ਅੱਜ ਮੰਤਰੀ ਮੰਡਲ ਦਾ ਚੇਂਜ ਆਈ ਆ, 5 ਮੰਤਰੀ ਮੇਰਾ ਖਿਆਲ ਲਾਤੇ ਗਏ ਆ, ਉਹਨਾਂ ਬਾਰੇ ਤੁਸੀਂ ਦੱਸ ਦਿਓ। ਤੇ ਬਹੁਤ ਸਾਰੇ ਨਵੇਂ ਚਿਹਰੇ ਬਣਾਏ ਗਏ ਆ, ਤੇ ਖਾਸ ਕਰਕੇ ਜਿਹੜਾ DGP ਚੇਂਜ ਕੀਤਾ ਗਿਆ ਆ, ਇਕਬਾਲਪ੍ਰੀਤ ਸਿੰਘ ਉਹਨਾਂ ਨੂੰ ਬਣਾਇਆ ਗਿਆ ਆ, ਉਹਦੇ ਬਾਰੇ ਜ਼ਰੂਰ ਦੱਸੋ ਵੀ ਉੱਥੋਂ ਸਾਨੂੰ ਕੀ ਉਮੀਦਾਂ ਕੀਤੀਆਂ ਜਾ ਸਕਦੀਆਂ ਨਵੇਂ ਮੰਤਰੀ ਮੰਡਲ 'ਚੋਂ, ਤੇ ਜਿਹੜੇ ਲਾਏ ਗਏ ਆ ਉਹ ਕਿਉਂ ਲਾਏ ਗਏ ਆ, ਕੀ ਇਸ ਕਰਕੇ ਲਾਏ ਗਏ ਵੀ ਕੈਪਟਨ ਦੇ ਖਾਸ ਸੀ ਜਾਂ ਉਹਨਾਂ ਨੇ ਕੁਝ ਕਰਕੇ ਨਹੀਂ ਦਿਖਾਇਆ ਤਾਂ ਲਾਏ ਗਏ ਆ? ਪਹਿਲੀ ਗੱਲ ਇਹ ਹੈ ਜੀ, ਜਿਹੜੀ ਆਪਣੀ ਪਹਿਲਾਂ ਗੱਲ ਚੱਲ ਰਹੀ ਹੈ, ਮੈਂ 1 ਮਿੰਟ ਉਹਦੇ ਬਾਰੇ ਗੱਲ ਕਰਨੀ ਜ਼ਰੂਰ। ਸਿਧਾਂਤਕ ਤੌਰ ਤੇ ਸਿੱਖਾਂ ਦੇ ਅੰਦਰ ਜਾਤ ਪਾਤ ਲਈ ਕੋਈ ਥਾਂ ਨਹੀਂ। ਬਿਲਕੁਲ, ਇਹ ਬਿਲਕੁਲ ਸਪਸ਼ਟ ਸਾਫ਼ ਗੱਲ ਆ। ਜਾਤ ਪਾਤ ਦੇ ਖਿਲਾਫ ਜਿੰਨੀ ਲੜਾਈ ਪੰਜਾਬ ਦੇ ਵਿੱਚ ਲੜੀ ਗਈ ਆ, ਇਸੇ ਕਰਕੇ ਆ ਵੀ ਇੱਥੇ ਜਾਤ ਪਾਤ ਦੀ ਤਿੱਖ ਤੇਜ਼ ਬਹੁਤ ਘੱਟ ਆ ਬਾਕੀ ਮੁਲਕ ਦੇ ਮੁਕਾਬਲੇ। ਬਿਲਕੁਲ, ਪਰ ਅਮਲੀ ਤੌਰ ਤੇ ਜਾਤ ਪਾਤ ਦਾ ਵਰਤਾਰਾ ਇੱਥੇ ਹੈ। ਜਦੋਂ ਤੁਸੀਂ ਅਮਲੀ ਤੌਰ ਤੇ ਵੇਖਦੇ ਹੋ ਤਾਂ ਜਾਤ ਪਾਤ ਦੇ ਆਧਾਰ ਤੇ ਅਕਾਲੀ ਦਲ ਨੇ ਵਿੰਗ ਬਣਾਏ ਹੋਏ ਨੇ, ਜਾਤ ਪਾਤ ਦੇ ਆਧਾਰ ਤੇ ਸ਼੍ਰੋਮਣੀ ਕਮੇਟੀ 'ਚ ਮਤਲਬ ਹਲਕੇ ਰਿਜ਼ਰਵ ਕੀਤੇ ਹੋਏ ਨੇ। ਬਿਲਕੁਲ। ਸੋ ਇਸ ਕਰਕੇ ਜਾਤ ਪਾਤ ਪ੍ਰਤੀ ਅਸੀਂ ਜੋ ਸਿੱਖੀ ਦੀ ਸਿਧਾਂਤਕ ਸਮਝ ਆ, ਉਹਦੇ ਅਨੁਸਾਰ ਉਹਦੇ ਖੜ ਕੇ ਇਹਨੂੰ ਲਗਾਤਾਰ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀ, ਉਹ 'ਚ ਕਿਤੇ ਨਾ ਕਿਤੇ ਸਾਡੀ ਅਣਗਹਿਲੀ ਰਹੀ ਆ, ਸਾਡੀ ਘਾਟ ਰਹੀ ਆ, ਜਿਹਦੇ ਕਰਕੇ ਜਾਤ ਪਾਤ ਨੂੰ ਜੋ ਗੁਰੂਆਂ ਨੇ ਖਤਮ ਕਰਨ ਵਾਲੇ ਪਾਸੇ ਅਮਲ ਤੋਰਿਆ ਸੀ, ਉਹ ਅੱਗੇ ਨਹੀਂ ਵੱਧ ਸਕਿਆ। ਜਾਤ ਪਾਤ ਦੇ ਆਧਾਰ ਤੇ ਤਾਂ ਗੁਰਦੁਆਰੇ ਬਣੇ ਹੋਏ ਨੇ ਜੀ। ਇਸ ਕਰਕੇ ਇਹ ਹਕੀਕਤ ਆ ਜਿਹੜੀ, ਇਹਨੂੰ ਸਾਨੂੰ ਸੰਬੋਧਨ ਹੋਣ ਦੀ ਲੋੜ ਆ, ਇਹਨੂੰ ਹੱਲ ਕਰਨ ਦੀ ਲੋੜ ਆ। ਜੋ ਤੁਸੀਂ ਗੱਲ ਕੀਤੀ ਆ, ਬਿਲਕੁਲ ਤੁਸੀਂ ਸਹੀ ਗੱਲ ਕੀਤੀ ਆ ਵੀ ਕੱਲਾ ਉਦੋਂ ਨਹੀਂ, ਮਤਲਬ ਜਦੋਂ ਤੁਸੀਂ ਇਹ ਕਹਿੰਦੇ ਨੇ ਆਪਣੀਆਂ ਕੱਛ 'ਚ ਦੂਜੇ ਦੀਆਂ ਹੱਥ 'ਚ। ਬਿਲਕੁਲ। ਸੋ ਅਸਲ ਹਕੀਕਤ ਇਹ ਆ, ਹਿੰਦੂ ਸਿੱਖ ਦਾ ਵਰਤਾਰਾ ਜਿਹੜਾ ਪ੍ਰਚਲਿਤ ਚੱਲਦਾ ਸੀ ਇੱਥੇ ਵੋਟਾਂ 'ਚ, ਉਹ ਠੁੱਸ ਕਰਤਾ ਕਿਸਾਨ ਅੰਦੋਲਨ ਨੇ। ਇਹਨਾਂ ਨੇ ਦਲਿਤ ਵਰਤਾਰਾ ਉਹਦਾ ਉਭਾਰਨ ਦੀ ਕੋਸ਼ਿਸ਼ ਕੀਤੀ,
ਵੀ ਆਪਾਂ ਜਿਹੜਾ ਇੱਧਰੋਂ ਸਾਨੂੰ ਘਾਟਾ ਪਊ ਉਹ ਦਲਿਤ ਵਰਤਾਰੇ ਨੂੰ ਉਭਾਰ ਕੇ ਅਸੀਂ ਉਹਦੇ ਰਾਹੀਂ ਵੋਟਾਂ ਦਾ ਘਾਟਾ ਪੂਰਾ ਕਰ ਲਾਂਗੇ। ਦੂਜੀ ਗੱਲ, ਜਿਹੜੀ ਤੁਸੀਂ ਡੀਜੀਪੀ ਦੇ ਬਦਲਣ ਦੀ ਗੱਲ ਕਹੀ ਆ, ਅਫਸਰਾਂ ਦੇ ਬਦਲਣ ਦੀ ਗੱਲ ਕਹੀ ਆ, ਦੇਖੋ ਇਹਦੇ ਬਾਰੇ ਮੈਂ ਬਾਹਲੀ ਜਾਣਕਾਰੀ ਨਹੀਂ ਰੱਖਦਾ ਕਿਉਂਕਿ ਮੈਨੂੰ ਇੰਟਰਨਲ ਸਿਸਟਮ ਕੀ ਆ ਉਹਦੇ ਬਾਰੇ ਨਹੀਂ ਪਤਾ। ਜਿੱਥੋਂ ਤੱਕ ਪੁਲਿਸ ਅਫਸਰਾਂ ਦੀ ਗੱਲ ਆ, ਕੋਈ ਵਿਰਲੇ ਹੀ ਮਾਈ ਦਾ ਲਾਲ ਹੋਊ ਜਿਹਦੇ ਹੱਥ ਖੂਨ ਨਾਲ ਨਹੀਂ ਰੰਗੇ ਹੋਏ। ਚਾਹੇ ਤੁਸੀਂ ਮੁਹੰਮਦ ਮੁਸਤਫਾ ਲੈ ਲਓ, ਚਾਹੇ ਤੁਸੀਂ ਇਕਬਾਲਪ੍ਰੀਤ ਸਹੋਤਾ ਆਮ ਤੌਰ ਤੇ ਇਹਨੂੰ 100 ਤੇ ਵਧੀਆ ਬੰਦਾ ਜਾਣਿਆ ਜਾਂਦਾ, ਹਾਂਜੀ, ਰਸਮੀ ਤੌਰ ਤੇ ਐਸਸੀ ਕੈਟਾਗਰੀ ਨਾਲ ਜੁੜਿਆ ਹੋਇਆ। ਇਹ ਵੀ ਕਿਹਾ ਜਾਂਦਾ ਸੀ ਇਹ ਤੇ ਡੀਜੀਪੀ ਰਜਿੰਦਰ ਸਿੰਘ ਵਰਗੇ ਟੌੜਾ ਸਾਹਿਬ ਦਾ ਵੀ ਸਤਿਕਾਰ ਕਰਦੇ ਸੀ, ਜਿਵੇਂ ਪੁਲਿਸ ਅਫਸਰਾਂ 'ਚ ਜਾਣਿਆ ਜਾਂਦਾ ਹੁੰਦਾ ਵੀ ਆਹ ਬਾਦਲ ਸਾਹਿਬ ਨਾਲ ਨੇ, ਉਹਨਾਂ ਨਾਲ ਨੇ, ਹੈਗੇ ਆਪਣੇ ਸਿਸਟਮ ਦੇ ਵਿੱਚ ਸੀ। ਪਰ ਇਕਬਾਲਪ੍ਰੀਤ ਸਹੋਤਾ ਇਹੀ ਆ ਜਿੱਤੇ ਪੰਜਾਬ 'ਚ ਜਿਹੜਾ ਪਹਿਲਾ ਪੱਤਰਕਾਰ ਰਾਮ ਸਿੰਘ ਬਲਿੰਗ ਮਾਰਿਆ ਸੀ ਉਹਨਾਂ ਵੇਲਿਆਂ 'ਚ, ਉਹ ਤੇ ਇਹਦਾ ਨਾਂ ਜੁੜਦਾ। ਦੂਜਾ, ਜਿਹਨੇ ਬਰਗਾੜੀ ਕਾਂਡ ਦੀ ਜਾਂਚ ਨਿਬੇੜਤੀ ਸੀ, 2 ਸਿੱਖ ਨੌਜਵਾਨਾਂ ਸਿਰ ਪਾਤੀ ਸੀ, ਤੇ ਜਿਹਨੇ ਪ੍ਰੈਸ ਕਾਨਫਰੰਸ ਕੇ ਆਈਐਸ ਨਾਲ ਵਿਦੇਸ਼ਾਂ ਨਾਲ ਸੰਬੰਧ ਜੋੜਤੇ ਸੀ, ਤੇ ਜਦੋਂ ਉਹ ਪ੍ਰੈਸ ਕਾਨਫਰੰਸ ਤੋਂ ਬਾਅਦ ਸੁਖਵੀਰ ਕਹਿੰਦਾ ਸੀ ਮਸਲਾ ਹੱਲ ਹੋ ਗਿਆ ਜੀ, ਮੈਂ ਤਾਂ ਹੁਣ ਆਡਾ ਸਾਹਿਬ ਮੱਥਾ ਟੇਕਣ ਚੱਲਿਆ। ਸੋ ਇਸ ਕਰਕੇ ਉਹਨਾਂ ਵੇਲਿਆਂ 'ਚ ਪੁਲਿਸ ਅਫਸਰਾਂ ਦੇ ਰੋਲ ਮਤਲਬ ਬਹੁਤ ਘੱਟ ਬੰਦੇ ਨੇ। ਮੇਰੇ ਯਾਦ ਆ ਇੱਕ RS ਗਿੱਲ ਸੀ ਬਠਿੰਡੇ, ਇੱਕ ਚਾਹਲ ਸਾਹਿਬ ਸੀ ਜਿਹੜੇ ਕਹਿੰਦੇ ਸੀ ਮੈਂ ਨਹੀਂ ਝੂਠੇ ਮੁਕਾਬਲੇ 'ਚ ਮਾਰਨਾ, ਪਰ ਉਹਨਾਂ ਕੋਲੋਂ ਗੋਬਿੰਦ ਰਾਮ ਲੈ ਜਾਂਦਾ ਸੀ ਜਾਂ ਕੋਈ ਹੋਰ ਲੈ ਜਾਂਦਾ ਸੀ, ਉਹ ਲਿਜਾ ਕੇ ਮਾਰ ਦਿੰਦਾ ਸੀ। ਸੋ ਇਸ ਕਰਕੇ ਪੁਲਿਸ ਵਾਲਿਆਂ ਨੂੰ ਇਸ ਤਰ੍ਹਾਂ ਉਹਨਾਂ ਬਾਰੇ ਕੋਈ ਫਤਵਾ ਦੇਣਾ, ਕਿਉਂਕਿ ਮੈਂ ਮਨੁੱਖੀ ਅਧਿਕਾਰਾਂ 'ਚ ਕੰਮ ਕਰਦਾ ਰਿਹਾ, ਮੈਨੂੰ ਉਸ ਪੱਖੋਂ ਜਾਣਕਾਰੀ ਆ। ਬਾਕੀ ਇਹ ਨਹੀਂ ਹੁੰਦਾ ਵੀ ਜਿਹਨੇ ਮਾੜੇ ਕੰਮ ਕੀਤੇ ਨੇ ਉਹਨੇ ਕਿਸੇ ਦਾ ਚੰਗਾ ਵੀ ਕੀਤਾ ਹੋਊ। ਬਿਲਕੁਲ, ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੇ ਕਈਆਂ ਨਾਲ ਚੰਗਾ ਵੀ ਕੀਤਾ ਹੋਊ। ਸੋ ਇਸ ਕਰਕੇ ਇਹਦੇ ਬਾਰੇ ਤਾਂ ਖਾਸ ਕਰਕੇ ਇਹ ਜਿਹੜੇ ਇਹਦੇ ਸਿਸਟਮ ਦੇ ਵਿੱਚ ਬੰਦੇ ਨੇ ਉਹੀ ਜਾਣ ਸਕਦੇ ਨੇ, ਕਿਉਂਕਿ ਜੇ ਅੱਜ ਤੁਸੀਂ ਪੁਲਿਸ ਨੂੰ ਕਾਨੂੰਨ ਦੇ ਦਾਇਰੇ 'ਚ ਨਹੀਂ ਲਿਆਉਂਦੇ, ਹੁਣ ਕੀ ਹੈ ਜੀ, ਹੁਣ ਸਾਰੇ ਅਧਿਕਾਰੀਆਂ ਬਾਰੇ ਮੈਂ ਛੋਟੀ ਗੱਲ ਕਰਦਾ। ਜਿਹੜੀ ਨਵੀਂ ਸਰਕਾਰ ਆ, ਜੇ ਤਾਂ ਇਹ ਅਸੂਲ ਇਹ ਲੈ ਕੇ ਚੱਲੂ ਵੀ ਪੰਥ ਹੋਰ ਗੱਲਾਂ ਸਭ ਪਿੱਛੋਂ ਨੇ, ਪੰਜਾਬ ਪਿਆਰਾ ਪਹਿਲਾਂ, ਜੇ ਤਾਂ ਇੱਥੋਂ ਨਿਯੁਕਤੀਆਂ ਕਰੂ ਵੀ ਕਿਹੜਾ ਅਫਸਰ ਆ ਜਿਹੜਾ ਪੰਜਾਬ ਪ੍ਰਤੀ ਸਮਰਪਿਤ ਆ, ਕਿਹੜਾ ਅਫਸਰ ਆ ਜਿਹੜਾ ਕਾਨੂੰਨ ਦਾ ਰਾਜ ਲਿਆਉਣ ਪ੍ਰਤੀ ਸਮਰਪਿਤ ਆ। ਇਹ ਤਾਂ ਘੱਟ ਗਲਤੀਆਂ ਹੋਈਆਂ ਨੇ, ਵੱਧ ਹੋਈਆਂ ਨੇ, ਬੰਦੇ ਬਦਲ ਵੀ ਜਾਂਦੇ ਹੁੰਦੇ ਨੇ, ਫੇਰ ਤਾਂ ਇਹ ਮਸਲੇ ਹੋ ਜਾਣਗੇ ਹੱਲ ਸਹੀ। ਜੇ ਆਹ ਦੌੜ ਚੱਲ ਪਈ, ਮੈਨੂੰ ਵੀ ਨਹੀਂ ਜੀ ਪਤਾ, ਮੈਂ ਤਾਂ ਮੇਰਾ ਲਵਾਉਣਾ, ਜਿਹੜਾ ਮੇਰਾ ਹੁਕਮ ਮੰਨੇ, ਜਿਹੜਾ ਮੇਰਾ ਹੁਕਮ ਮੰਨੇ, ਚੀਫ ਸੈਕਟਰੀ ਮੇਰਾ ਹੋਵੇ, ਡੀਜੀਪੀ ਮੇਰਾ ਹੋਵੇ, ਜੇ ਮੇਰੇ 'ਚ ਪੈ ਗਏ ਫੇਰ ਇਹ ਅਫਸਰਸ਼ਾਹੀ ਆ ਜਿਹੜੀ ਸਿਆਸੀ ਲੀਡਰਾਂ ਦੀ ਗੁਲਾਮ ਬਣੀ ਹੋਈ ਆ। ਸਿਆਸੀ ਲੀਡਰ ਮੋੜ ਕੇ ਜਿਨ੍ਹਾਂ ਦੇ ਗੁਲਾਮ ਬਣੇ ਹੋਇਆ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਆ, ਫਿਰ ਉਹਨਾਂ ਦੀ ਰੱਖਿਆ ਕਰਦੇ ਆ। ਜੇ ਤਾਂ ਇਹ ਅਮਲ ਨੂੰ ਇਹ ਤੋੜਨ 'ਚ ਨਵੀਂ ਟੀਮ ਹੋ ਗਈ ਕਾਮਯਾਬ, ਹਾਂ ਪੱਖੀ ਸੁਨੇਹਾ ਦੇਤਾ, ਫੇਰ ਤਾਂ ਕੰਮ ਹੋ ਜੂ, ਸਹੀ ਪਾਸੇ ਸੁਲਝ ਜੂ। ਜੇ ਪੁਲਿਸ ਅਫਸਰਾਂ ਤੇ ਠੀਕ ਹੈ, ਚੰਨੀ ਨੇ ਕਿਹਾ ਵੀ ਥਾਣਿਆਂ ਦੇ ਵਿੱਚ ਤੇ ਤਹਿਸੀਲਾਂ 'ਚ ਜਿਹੜਾ ਗੰਦ ਪੈ ਰਿਹਾ ਉਹਨੂੰ ਬੰਦ ਕਰੋ। ਮੁਲਾਜ਼ਮਾਂ ਨੂੰ ਕਿਹਾ ਤੁਹਾਡੀਆਂ ਮੰਗਾਂ ਮੰਨੋ, ਪਰ ਲੋਕਾਂ ਦੇ ਖਜ਼ਾਨੇ 'ਚੋਂ ਤੁਸੀਂ ਪੈਸਾ ਲੈਂਦੇ ਹੋ, ਕੰਮ ਕਰਕੇ ਦਿਖਾਓ, ਟਾਈਮ ਸਿਰ ਆਓ। ਅਫਸਰਾਂ ਨੂੰ ਵੀ ਕਿਹਾ ਟਾਈਮ ਸਿਰ ਆਓ। ਇਹ ਕਹਿਣਾ ਇੱਕ ਗੱਲ ਆ, ਇਹ ਤੇ ਸਖਤੀ ਨਾਲ ਪਹਿਰਾ ਦੇਣਾ ਹੋਰ ਗੱਲ ਆ। ਜੇ ਤੁਸੀਂ ਪ੍ਰਾਈਵੇਟ ਹਸਪਤਾਲਾਂ ਤੇ ਬੋਰਡ ਲਵਾਤੇ ਵੀ ਆਹ ਚੀਜ਼ ਦਾ ਖਰਚਾ, ਚੀਜ਼ ਦਾ ਖਰਚਾ, ਚੀਜ਼ ਦਾ ਖਰਚਾ, ਤੇ ਜਦੋਂ ਪ੍ਰਾਈਵੇਟ ਹਸਪਤਾਲਾਂ ਨੇ ਰੇਟਾਂ ਲਈਆਂ 15% ਗਰੀਬਾਂ ਦਾ ਮੁਫਤ ਇਲਾਜ ਕਰਾਂਗੇ, ਇਹ ਉਹਨੂੰ ਤੁਸੀਂ ਲਾਗੂ ਕਰਾਤਾ। ਜੇ ਤਹਿਸੀਲਾਂ 'ਚ ਬੋਰਡ ਲਾਤੇ ਆਹ ਰਜਿਸਟਰੀ ਦਾ ਖਰਚਾ, ਆਹ ਸਟਾਮ ਦਾ ਖਰਚਾ, ਆਹ ਐਫੀਡੇਵਿਟ ਦਾ ਖਰਚਾ, ਆਹ ਖਰਚਾ ਤੁਹਾਡੇ ਉਹ ਟੈਸਟ ਕਰਨ ਦਾ, ਜਿਹੜੇ ਆਪਾਂ ਉਹ ਤੋਂ ਨੋਟਰੀ ਤੋਂ ਟੈਸਟ ਕਰਾਉਣੇ ਹੁੰਦੇ ਆ, ਹਾਂਜੀ, ਤੇ ਨਾਲ ਇਹ ਕਹਿੰਦਾ ਜਿਹੜਾ ਇਦੋਂ ਵੱਧ ਖਰਚਾ ਲੈਂਦਾ ਉੱਥੇ ਖੜ ਕੇ ਲਲਕਾ ਮਾਰ ਦੋ ਵੀ ਦੇਖੋ ਜੀ ਮੇਰੇ ਤੋਂ ਵੱਧ ਪੈਸੇ ਮੰਗਦਾ। ਜੇ ਤਾਂ ਇਸ ਪਾਸੇ ਇਹ ਤੁਰ ਪਏ, ਥਾਣਿਆਂ ਦੇ ਵਿੱਚ ਕਹਿਤਾ, ਹਸਪਤਾਲਾਂ ਦੇ ਵਿੱਚ ਕਹਿਤਾ, ਤਹਿਸੀਲਾਂ 'ਚ ਕਹਿਤਾ, ਫੇਰ ਤਾਂ ਲੋਕਾਂ ਨੂੰ ਮਿਲੂ ਰਾਹਤ। ਚਲੋ ਜੇ ਤੁਸੀਂ ਬੋਕਲ ਚਰੋੜੀ ਭੰਨੋਗੇ ਫੇਰ ਰਾਹਤ ਕਿਵੇਂ ਮਿਲੂ ਜੀ? ਬਿਲਕੁਲ। ਹੁਣ ਜਿੰਨੇ ਮੈਗਾ ਪ੍ਰੋਜੈਕਟ ਨੇ ਵੱਡੇ ਜੀ,
ਅਸੀਂ ਇਹਦੀ ਖਾਤਰ ਗਰੀਬਾਂ ਨੂੰ ਜੀ 5% ਪਲਾਟ ਜਾਂ ਮਕਾਨ ਬਣਾ ਕੇ ਦੇਵਾਂਗੇ, ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਲਾਗਤ ਕੀਮਤ ਤੇ ਦੇਵਾਂਗੇ, ਸਸਤੇ ਭਾਅ ਦੇਵਾਂਗੇ, ਇਸ ਕਰਕੇ ਸਾਨੂੰ ਆਹ ਰੇਟਾਂ ਦਿੱਤੀਆਂ ਜਾਣ। ਕੱਖ ਨਹੀਂ ਕੀਤਾ। 5% ਦੀ ਤਾਂ 2.5% ਕਰ ਲਿਆ। 2.5% ਕਰਨਾ ਮਤਲਬ ਕਰੋੜਾਂ ਦਾ ਫਾਇਦਾ। 2.5% ਵੀ ਨਹੀਂ ਦਿੱਤੇ। ਬਿਲਕੁਲ ਹਸਪਤਾਲਾਂ ਨੇ ਰੇਟਾਂ ਲੈ ਲਈਆਂ, ਜ਼ਮੀਨਾਂ ਲੈ ਲਈਆਂ ਸਰਕਾਰੀ, 15% ਗਰੀਬਾਂ ਦਾ ਇਲਾਜ ਕਰਾਂਗੇ। ਕੋਈ ਉੱਥੇ ਇਲਾਜ ਨਹੀਂ, ਕੋਈ ਡਾਟਾ ਨਹੀਂ ਜੀ। ਇੰਜੀਨੀਅਰਿੰਗ ਕਾਲਜਾਂ ਨੇ ਇਹ ਕਹਿਤਾ ਵੀ 10% ਸੀਟਾਂ ਅਸੀਂ ਗਰੀਬ ਬੱਚਿਆਂ ਦੀਆਂ ਫੀਸਾਂ ਮਾਫ ਕਰਾਂਗੇ, ਸਾਡੀਆਂ 10% ਸੀਟਾਂ ਦਾ ਕੋਟਾ ਵਧਾ ਦਿਓ। ਕੋਟਾ ਵਧਾ ਲਿਆ, ਗਰੀਬਾਂ ਨੂੰ ਰਹਿਤ ਨਹੀਂ ਦਿੱਤੀ। ਹਾਲ ਤਾਂ ਅੰਨੀ ਪੀਹੀ ਤੇ ਕੁੱਤੇ ਚੱਟੀ ਵਾਲਾ ਬਣਿਆ ਹੋਇਆ। ਜੇ ਇਹਨਾਂ ਗੱਲਾਂ ਨੂੰ ਰੈਗੂਲੇਸ਼ਨ ਨਾ ਕੀਤਾ, ਇਹਨਾਂ ਨੇ ਹਸਪਤਾਲਾਂ ਦੀ ਗੱਲ ਨਾ ਕੀਤੀ, ਹੁਣ ਬਹੁਤ ਵੱਡੇ ਡਾਕਟਰ ਨੇ ਜੀ, ਪਿਆਰਾ ਲਾਲ ਗਰਗ, ਹਾਲਾਂਕਿ ਡਾਕਟਰਾਂ ਦੀ ਯੂਨੀਅਨ ਦੇ ਪ੍ਰਧਾਨ ਰਹੇ ਨੇ, ਉਹ ਕਹਿੰਦੇ ਨੇ ਪੇਂਡੂ ਡਿਸਪੈਂਸਰੀਆਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ, ਡਾਕਟਰ ਜਾਂਦੇ ਨਹੀਂ ਜੀ ਉੱਥੇ, ਪੈਸੇ ਦੇ ਕੇ ਗੈਰ ਹਾਜ਼ਰ ਰਹਿੰਦੇ ਨੇ। ਹੁਣ ਜੇ ਤੁਸੀਂ ਠੋਸ ਮੁੱਦਾ ਚੱਕ ਕੇ ਉਹਦਾ ਹੱਲ ਨਹੀਂ ਕਰੋਗੇ, ਅੱਜ ਤੁਸੀਂ ਕਹੀ ਜਾਓ ਦਲਿਤ ਮੁੱਖ ਮੰਤਰੀ ਬਣ ਗਿਆ, ਵੈਸੇ ਕਹਿਣਾ ਨਹੀਂ ਚਾਹੀਦਾ। ਮੈਂ ਤਾਂ ਵਾਰ-ਵਾਰ ਕਿਹਾ ਪੰਜਾਬ ਨੂੰ ਪੰਜਾਬੀ ਪੱਤੇ ਦੀ ਲੋੜ ਆ, ਪੰਜਾਬ ਨੂੰ ਪੰਜਾਬ ਦੇ ਸ਼ੇਰ ਪੁੱਤ ਦੀ ਲੋੜ ਆ, ਪੰਜਾਬ ਨੂੰ ਪੰਜਾਬ ਦੇ ਸਮਰਪਿਤ ਪੁੱਤ ਦੀ ਲੋੜ ਆ। ਉਹ ਹਿੰਦੂ ਵੀ ਹੋ ਸਕਦਾ, ਸਿੱਖ ਵੀ ਹੋ ਸਕਦਾ, ਈਸਾਈ ਵੀ ਹੋ ਸਕਦਾ, ਕੋਈ ਵੀ ਹੋ ਸਕਦਾ। ਪੱਤੇ ਖੇਡ ਕੇ ਦੇਖ ਲਏ ਅਸੀਂ ਪੰਜਾਬ 'ਚ। ਅੱਜ ਪੰਜਾਬੀ ਪੱਤੇ ਦੀ ਲੋੜ ਆ। ਪੰਜਾਬੀ ਪੱਤਾ ਉਹੀ ਹੋਊ ਜਿਹੜਾ ਬਾਬੇ ਗੁਰੂ ਨਾਨਕ ਦੇ ਫਲਸਫੇ ਨੂੰ ਸਮਰਪਿਤ ਹੋਊ। ਪੰਜਾਬ ਗੁਰਾਂ ਦੇ ਨਾਂ ਤੇ ਵਸਦਾ। ਬਿਲਕੁਲ ਸਿੱਖ ਤੇ ਪੰਜਾਬ 'ਚ ਕੋਈ ਵਿਰੋਧ ਨਹੀਂ ਹੈ। ਇਹ ਇੱਕ ਖੜਾ ਕੀਤਾ ਗਿਆ ਸੀ ਸਿਆਸਤ ਨੇ, ਇੱਕ ਦੂਜੇ ਦੇ ਪੂਰਕ ਨੇ, ਇੱਕ ਬਹੁਤ ਦ੍ਰਿੜਾ, ਇੱਕ ਉਹਦਾ ਸਹਾਈ ਆ। ਸੋ ਇਸ ਕਰਕੇ ਸਾਰੇ ਕਾਸੇ ਨੂੰ ਮੁੜ ਕੇ ਸੋਚਣ ਦੀ ਲੋੜ ਆ, ਮੁੜ ਕੇ ਵਿਚਾਰਨ ਦੀ ਲੋੜ ਆ, ਕਿਉਂਕਿ ਇਹ ਜਿਹੜੀ ਤਬਦੀਲੀ ਹੋਈ ਹੈ ਇਹ 'ਚ ਧੱਕ 3-4 ਗੱਲਾਂ ਦੀ ਆ। ਇੱਕ ਤਾਂ ਧੱਕ ਇਹ ਆ ਨਵਾਂ ਵਰਤਾਂਤ ਸਿਰਜ ਰਿਹਾ ਨਵਜੋਤ ਸਿੰਘ ਸਿੱਧੂ, ਇੱਕ ਧੱਕ ਇਹ ਆ ਮਤਲਬ ਕਾਰਜਸ਼ੈਲੀ ਤੇ ਜਵਾਬਦੇਹੀ ਦੀ ਗੱਲ ਉਭਾਰ ਰਿਹਾ ਪ੍ਰਗਟ ਸਿੰਘ, ਇੱਕ ਧੱਕ ਇਹ ਆ ਐਮਐਲਏਆਂ ਦੀ ਵੀ ਅਮਰਿੰਦਰ ਦੀ ਅਗਵਾਈ 'ਚ ਤਾਂ ਅਸੀਂ ਜਿੱਤ ਨਹੀਂ ਸਕਦੇ, ਚੋਣ ਜਿੱਤਣ ਦੀ ਧੱਕ ਆ। ਇੱਕ ਧੱਕ ਇਹ ਆ ਸਾਨੂੰ ਵਧੀਆ ਮਹਿਕਮੇ ਨਹੀਂ ਮਿਲਦੇ, ਅਫਸਰਸ਼ਾਹੀ ਭਾਰੂ ਆ, ਸਾਨੂੰ ਹੁਕਮ ਚਲਾਉਣ ਦੀ ਗੱਲ ਨਹੀਂ ਬਣਦੀ। ਇਹ ਸਾਰੀਆਂ ਧੱਕਾਂ ਦੀ ਇੱਕ ਸਾਂਝੀ ਧੱਕ ਬਣਾਉਣ ਦੀ ਲੋੜ ਆ। ਹੋਰ ਗੱਲਾਂ ਸਭ ਪਿੱਛੋਂ ਨੇ, ਪੰਜਾਬ ਪਿਆਰਾ ਪਹਿਲਾਂ ਹੈ। ਜੇ ਕਾਂਗਰਸ ਪਾਰਟੀ ਇਸ ਪੈਂਤੜ ਤੇ ਖੜ ਜੂ, ਇਹਨੂੰ ਜਿੰਨਾ ਕੁ ਲਾਗੂ ਕਰ ਸਕਦੀ ਹੈ 100 ਦਿਨਾਂ 'ਚ ਉਹ ਲਾਗੂ ਕਰੂ, ਤਾਂ ਕੁਦਰਤੀ ਤੌਰ ਤੇ ਪਾਰਟੀ ਦਾ ਵੀ ਫਾਇਦਾ ਹੋਣਾ, ਪੰਜਾਬ ਦਾ ਵੀ ਫਾਇਦਾ ਹੋਣਾ, ਦੂਜੀਆਂ ਪਾਰਟੀਆਂ ਨੂੰ ਵੀ ਆਪਦੇ ਆਪ ਨੂੰ ਬਦਲਣ ਦਾ ਮੌਕਾ ਮਿਲਣਾ, ਤੇ 2022 ਚ ਕਾਂਗਰਸ ਨੂੰ ਵੀ ਫਾਇਦਾ ਹੋਣਾ। ਜਿਹੜਾ ਕੋਈ ਸਹੀ ਪੈਂਤੜਾ ਦਊ ਦੇ, ਕਿਉਂਕਿ ਪੰਜਾਬ ਦੇ ਲੋਕ ਜੋ ਪ੍ਰਚਲਿਤ ਚੱਲ ਰਿਹਾ ਉਹ ਤੋਂ ਅੱਕੇ ਹੋਏ ਨੇ। ਜਿਵੇਂ ਕਿਸਾਨ ਅੰਦੋਲਨ ਨੇ ਕਹਿਤਾ ਨਾ, ਜਿਵੇਂ ਤੁਸੀਂ ਮੁਲਕ ਨੂੰ ਹੱਕ ਰਹੇ ਹੋ, ਇਹ ਮੁਲਕ ਨਹੀਂ ਚੱਲ ਸਕਦਾ। ਇੱਥੇ ਫੈਡਰਲ ਸਿਆਸਤ ਦੀ ਲੋੜ ਆ। ਤੁਹਾਨੂੰ 3 ਖੇਤੀ ਕਾਨੂੰਨ ਬਣਾਉਣ ਦਾ ਸੰਵਿਧਾਨ ਨਹੀਂ ਹੱਕ ਦਿੰਦਾ। ਇਹ ਰਾਜਾਂ ਦੇ ਹੱਕਾਂ ਤੇ ਹਮਲਾ, ਫੈਡਰਲ ਹੱਕਾਂ ਤੇ ਹਮਲਾ। ਤੁਸੀਂ ਹੈਰਾਨ ਹੋਵੋਗੇ, ਕੋਈ ਵੀ ਪਾਰਟੀ ਇਸ ਪੋਜੀਸ਼ਨ ਨਾਲ ਸਹਿਮਤ ਨਹੀਂ। ਐ ਜ਼ਰੂਰ ਕਹਿੰਦੇ ਨੇ ਅਸੀਂ ਕਿਸਾਨ ਅੰਦੋਲਨ ਦੇ ਨਾਲ ਆ, ਖੇਤੀ ਬਿੱਲ ਵਾਪਸ ਲੈਣ ਦੇ ਨਾਲ ਆ, ਪਰ ਇਹ ਗੈਰ ਸੰਵਿਧਾਨਕ ਨੇ, ਬਣਾਉਣ ਦਾ ਹੱਕ ਨਹੀਂ। ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਇਹ ਗੱਲ ਕੋਈ ਨਹੀਂ ਉਚਾਰ ਰਿਹਾ। ਦੇਖ ਲਓ ਜੀ ਤੁਸੀਂ ਆਲੇ ਦੁਆਲੇ, ਹੋ ਸਕਦਾ ਕੋਈ 1-2 ਪਾਰਟੀਆਂ ਜਾਂ ਹੋਰ ਪਾਸੇ ਹੋਣ। ਸੋ ਜਿਹੜਾ ਵਿਚਾਰਕ ਧੁੰਦਲਕਾ, ਵਿਚਾਰਕ ਝੋਲਾ, ਉਹਨੂੰ ਮਟਾਉਣ ਲਈ, ਸੰਵਾਦ ਰਚਾਉਣ ਲਈ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ। ਜਿੱਦੋਂ ਕਿਸਾਨ ਆਗੂ ਵੀ ਉਖੜ ਗਏ, ਪਾਬੰਦੀ ਉਹ ਲਾਤੀ ਵੀ ਸਰਗਰਮੀ ਉਹ ਨਾ ਕਰੋ ਜੀ, ਤੁਸੀਂ ਕੋਈ ਜਿਹਨੂੰ ਵੋਟ ਪਾਉਣੀ ਆ ਨੇੜੇ ਜਾ ਕੇ ਪਾ ਦਿਓ। ਰੌਲਾ ਤਾਂ ਅਸੀਂ ਕਹਿੰਦੇ ਆ ਕਿਸਾਨ ਅੰਦੋਲਨ ਨੇ ਮੁਲਕ ਦੀ ਸਿਆਸਤ ਬਦਲਣੀ ਹੈ, ਤੇ ਪੰਜਾਬ ਜਿਹੜਾ ਅਗਵਾਈ ਕਰ ਰਿਹਾ ਸਭ ਤੋਂ ਵੱਧ ਪੰਜਾਬ 'ਚ ਕਿਉਂ ਨਹੀਂ ਬਦਲਣੀ ਚਾਹੀਦੀ? ਬਿਲਕੁਲ ਇਹ ਯਤਨ ਨਾ ਤਾਂ ਬੁੱਧੀਜੀਵੀ ਕਰ ਰਹੇ ਨੇ, ਨਾ ਕਿਸਾਨ ਆਗੂ ਕਰ ਰਹੇ ਨੇ, ਸਿਆਸੀ ਪਾਰਟੀਆਂ ਨੇ ਕਰਨਾ ਕੀ ਆ। ਇਸ ਕਰਕੇ ਬੜੀ ਗੰਭੀਰ ਸਥਿਤੀ ਬਣੀ ਹੋਈ ਆ ਜੀ ਮੇਰੀ ਅਕਲ ਦੇ ਹਿਸਾਬ ਨਾਲ। ਬਿਲਕੁਲ ਜੀ। ਮਾਲੀ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਨਾ, ਜਿਹੜੀ ਵੀ ਇਹ ਛੋਟੀ ਜਾਤ ਦਾ ਆ, ਜਾਤ ਪਾਤ ਦੀ ਗੱਲ, ਇਹ 'ਚ ਕੋਈ ਸ਼ੱਕ ਨਹੀਂ ਕਿ ਸ਼ੁਰੂ ਤੋਂ ਲੈ ਕੇ ਪਹਿਲੀ ਕਲਾਸ ਦੀ ਪੜ੍ਹਾਈ ਤੋਂ ਲੈ ਕੇ ਐਂਡ ਤੱਕ ਸਾਡੇ ਸਮਾਜ ਦੇ ਵਿੱਚ ਜਾਤ ਪਾਤ ਦਾ ਵਿਤਕਰਾ ਹੈਗਾ ਆ। ਇੱਥੋਂ ਤੱਕ ਕਿ ਸਾਨੂੰ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਰਾਸ਼ਟਰਪਤੀ ਦੇ ਨਾਲ ਨਹੀਂ ਚੱਲਦਾ। ਦੇਖ ਲਓ ਰੈੱਡ ਕਾਰਪਟ 'ਤੇ ਬਹੁਤ ਫੋਟੋਆਂ ਲੀਕ ਹੋਈਆਂ ਵੀ ਰੈੱਡ ਕਾਰਪਟ 'ਤੇ ਵੱਖਰਾ ਤੁਰਦਾ। ਪਰ ਮੈਨੂੰ ਨਾ ਇੱਕ ਆਸਾ ਕੀ ਵਾਰ ਦਾ ਸ਼ਬਦ ਯਾਦ ਆਉਂਦਾ, ਜਿਸ 'ਚੋਂ ਮਾਨਸ ਖਾਂ ਨੇ ਕਰੇ ਨਵਾਜ਼, ਉਹਦੇ ਵਿੱਚ ਇੱਕ ਤੁਕ ਹੁੰਦੀ ਆ, ਕਹਿੰਦੇ ਨੀਲ ਬਸਤਰ ਪੈਰ ਹੋਵੇ ਪ੍ਰਵਾਨ। ਇਹ ਜਦੋਂ ਦਾ ਬਾਹਰ ਪ੍ਰਵਾਨ ਹੋਣਾ ਹੁੰਦਾ ਆ,
ਉਦੋਂ ਤਾਂ ਇਹ ਸਾਰੇ ਪਾਸੇ ਲੱਗ ਜਾਂਦੇ ਆ ਵੀ ਠੀਕ ਆ ਭਾਈ, ਜੋ ਹੋ ਰਿਹਾ ਠੀਕ ਆ। ਹੁਣ ਮੋਦੀ ਦੀ ਐਗਜ਼ਾਮਪਲ ਲਓ, ਇਸ ਮੁਲਕ 'ਚ ਆਇਆ ਆ ਇਹ ਦੂਜੀ ਤੀਜੀ ਵਾਰ ਆਇਆ ਤੇ ਜੱਫੀਆਂ ਪਾ ਰਿਹਾ। ਕਿਹਨਾਂ ਨੂੰ ਪਾ ਰਿਹਾ? ਕ੍ਰਿਸਚਨਾਂ ਨੂੰ, ਜਿਹਨੂੰ ਉੱਥੇ ਈਸਾਈ ਕਹਿ ਕੇ ਛੋਟੀ ਜਾਤ ਵਾਲਾ ਕਿਹਾ ਜਾਂਦਾ ਆ, ਤੇ ਉਹਨਾਂ ਦੇ ਅੱਗੇ ਐ ਕਰਕੇ ਖੜਾ ਹੁੰਦਾ ਆ ਇਹ, ਕਿਉਂਕਿ ਇੱਥੇ ਨੀਲ ਬਸਤਰ ਪਹਿਰ ਹੋਵੇ ਪ੍ਰਵਾਨ ਵਾਲੀ ਗੱਲ ਆ ਜਾਂਦੀ ਆ ਵੀ ਉਹਨਾਂ ਅੱਗੇ ਪ੍ਰਵਾਨ ਵੀ ਹੋਣਾ ਆ, ਭਾਵੇਂ ਉਹਨਾਂ ਨੂੰ ਅਸੀਂ ਛੋਟੀ ਜਾਤ ਵਾਲਾ ਕਹਿੰਦੇ ਆ, ਵੀ ਇੱਥੇ ਆ ਕੇ ਉਹ ਜਾਤ ਪਾਤ ਖਤਮ ਹੋ ਜਾਂਦੀ ਆ। ਆਪਾਂ ਥੋੜੀ ਜਿਹੀ ਗੱਲ ਮੋਦੀ ਤੇ ਵੀ ਕਰਦੇ ਆ। ਮੋਦੀ ਅਮਰੀਕਾ ਆਇਆ, ਪਹਿਲਾਂ ਵੀ ਆਇਆ ਸੀ, ਪਹਿਲਾਂ ਓਬਾਮਾ ਨੂੰ ਜੱਫੀਆਂ ਪਾ ਗਿਆ, ਫਿਰ ਟਰੰਪ ਨੂੰ ਜੱਫੀਆਂ ਪਾ ਗਿਆ, ਹੁਣ ਬਾਈਡਨ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਪਰੇ ਕਰਤਾ ਵੀ ਨਹੀਂ ਤੂੰ ਰਹਿਣ ਦੇ ਭਾਈ, ਕੋਵਿਡ ਚੱਲ ਰਿਹਾ ਆ, ਤੂੰ ਮਾਸਕ ਵੀ ਨਹੀਂ ਲਾਇਆ ਹੋਇਆ। ਤੇ ਕੱਲ ਕਮਲਾ ਹੈਰਿਸ ਨੇ ਗੱਲਾਂ ਦੇ ਵਿੱਚ ਬੜਾ ਖੁਸ਼ ਹੋ ਕੇ ਆਇਆ ਹੋਣਾ ਵੀ ਇਹ ਵੀ ਗੁਜਰਾਤਣ ਆ, ਮੈਂ ਵੀ ਗੁਜਰਾਤੀ ਆ, ਇਹਦੀ ਮਾਂ ਗੁਜਰਾਤੀ ਸੀਗੀ, ਵੀ ਚੱਲ ਆਪਣੀ ਸਿਟੀ ਰਲ ਜੂਗੀ। ਤੇ ਉਹਨੇ ਉਹ ਝਾੜ ਝੰਬ ਕੀਤੀ ਆ ਗੱਲਾਂ 'ਚ, ਜਿਹਨੇ ਉਹ ਸੁਣੀ ਹੋਣੀ ਇੰਟਰਵਿਊ, ਉਹਨੂੰ ਸਮਝ ਆ ਗਈ ਹੋਣੀ ਵੀ ਕੀ ਕਹਿ ਰਹੀ ਆ, ਪਰ ਉਹ ਮੇਰਾ ਨਹੀਂ ਖਿਆਲ ਮੋਦੀ ਦੇ ਉੱਤੋਂ ਲੰਘ ਗਈ ਆ, ਇੰਗਲਿਸ਼ ਬੋਲ ਰਹੀ ਸੀਗੀ ਉਹ। ਸੋ ਜਦੋਂ ਇੱਥੇ ਆਉਂਦਾ ਆ, ਬਾਹਰ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ, ਸਭ ਨੂੰ ਦਿਖ ਰਿਹਾ, UN ਦੇ ਸਾਰੇ ਬੰਦਿਆਂ ਨੂੰ, ਭਈ ਇੰਨੇ ਲੋਕੀ ਖੜੇ ਆ ਬਾਹਰ ਏਡੇ ਏਡੇ ਪੋਸਟਰ ਲੈ ਕੇ। ਸੋ ਇਹ ਜਿਹੜਾ ਮੋਦੀ ਇੱਥੇ ਆਇਆ ਆ ਤੇ ਇਹ ਕਿਸਾਨ ਅੰਦੋਲਨ ਦੇ ਨਾਲ ਜਦੋਂ ਆਪਾਂ ਇਹਨੂੰ ਜੋੜ ਕੇ ਦੇਖਦੇ ਆ, ਤੇ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਇੱਕ ਮੈਂ ਕਰੈਕਟ ਕਰਦੇ ਆ ਭਾਜੀ ਵੀ ਜਿਹੜੀ ਇਹ ਕਮਲਾ ਹੈਰਿਸ ਆ, ਇਹਦੀ ਮਾਂ ਗੁਜਰਾਤਣ ਨਹੀਂ ਆ। ਹਾਂਜੀ, ਇਹ ਆਪਣਾ ਸਾਊਥ ਇੰਡੀਅਨ ਆ। ਠੀਕ ਹੈ। ਸਮਥਿੰਗ ਦੇਵੀ ਗੁਜਰਾਤਣ ਹੁੰਦੀ ਤਾਂ ਗੁਜਰਾਤੀਆਂ ਦੇ ਉਸ ਤਰੀਕੇ ਨਾਲ ਹੀ ਉਹ ਮਿਲਦੀ ਗੁਜਰਾਤੀ ਨੂੰ। ਠੀਕ ਤੇ ਹੈ। ਉਹ ਸਾਊਥ ਇੰਡੀਅਨ ਆ, ਉਹਦੀ ਮਾਂ ਜਿਹੜੀ ਆ। ਤੇ ਸਾਊਥ ਇੰਡੀਅਨ ਲੋਕ ਜਿਹੜੇ ਆ ਬਹੁਤ ਹੀ ਜ਼ਿਆਦਾ ਧਰਮ ਨਿਰਪੱਖ ਤੇ ਬਹੁਤ ਜ਼ਿਆਦਾ ਇਮਾਨਦਾਰ ਲੋਕ ਆ। ਉਸ ਖਿੱਤੇ ਦੇ ਲੋਕ ਜਿਹੜੇ ਆ, ਜਦੋਂ ਆਪਾਂ MP ਮਹਾਰਾਸ਼ਟਰ ਟੱਪ ਜਾਈਦਾ ਥੱਲੇ ਨੂੰ, ਤੇ ਤੁਹਾਨੂੰ ਇਮਾਨਦਾਰੀ ਜਿਹੜੀ ਆ ਉਹ ਝਲਕਣ ਲੱਗ ਪੈਂਦੀ, ਦਿਸਣ ਲੱਗ ਪੈਂਦੀ ਆ। ਜਾ ਕੇ ਕੇਰਲਾ, ਆਂਧਰਾ, ਕਰਨਾਟਕਾ, ਇਧਰਲੇ ਪਾਸੇ ਨੂੰ। ਸੋ ਬਿਲਕੁਲ ਜੀ, ਬਾਈਡਨ ਨੂੰ ਮਾਸਕ ਪਾ ਕੇ ਉਹ ਜੱਫੀ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਓਬਾਮਾ ਨੇ ਵੀ ਜੱਫੀ ਪਾਈ ਸੀ ਤੇ ਟਰੰਪ ਨੇ ਵੀ ਜੱਫੀ ਪਾਈ ਸੀ, ਪਰ ਜਿਹੜਾ ਬਾਈਡਨ ਆ ਉਹਨੇ ਉਹਨੂੰ ਜਿੱਦਾਂ ਬਾਹਾਂ ਤੋਂ ਫੜ ਕੇ, ਡੋਲਿਆਂ ਤੋਂ ਫੜ ਕੇ ਪਿੱਛੇ ਨੂੰ ਕਰ ਦਿੱਤਾ ਵੀ ਜ਼ਿਆਦਾ ਅੱਗੇ ਨਹੀਂ ਆਉਣਾ ਮੇਰੇ ਕੋਲ। ਦੂਜੀ ਗੱਲ ਇੱਕ ਹੋਰ ਮੈਂ ਐਡ ਕਰਦਾ ਤੁਹਾਡੀ ਗੱਲ ਦੇ ਵਿੱਚ ਹੀ, ਕਿ ਉਹੀ ਕਮਲਾ ਹੈਰਿਸ ਨੂੰ ਹਰਾਉਣ ਵਾਸਤੇ ਮੋਦੀ ਸਾਹਿਬ ਨੇ ਨਾਅਰਾ ਦਿੱਤਾ ਸੀ, ਅਬ ਕੀ ਵਾਰ ਟਰੰਪ ਸਰਕਾਰ, ਜਦੋਂ ਪਿਛਲੀ ਵਾਰ ਆਇਆ ਸੀ। ਤੇ ਉਦੋਂ ਕਮਲਾ ਹੈਰਿਸ ਨੂੰ ਹਰਾਉਣ ਲਈ ਇਹ ਨਾਅਰਾ ਦੇ ਕੇ ਗਿਆ ਸੀ ਇੱਥੇ ਬੜੇ ਸਟੇਡੀਅਮ। ਸੋ ਕਮਲਾ ਹੈਰਿਸ ਦੇ ਵੀ ਜਿਹੜੇ, ਬਾਈਡਨ ਦੇ ਵੀ ਜਿਹੜੇ ਹੈਗੇ ਆ ਸ਼ੁਭ ਚਿੰਤਕ ਹੁੰਦੇ ਆ, ਚਾਹੇ ਉਹ ਇੰਡੀਅਨ ਮੂਲ ਦੇ ਹੋਣ ਕਿਸੇ ਵੀ, ਉਹ ਵੀ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਇੰਟੈਲੀਜੈਂਸ ਦੀ ਹੁੰਦੀ ਆ ਕਿ ਕੀ ਆ। ਨਾਲੇ RSS ਦੇ ਬਹੁਤ ਜ਼ਿਆਦਾ ਖਿਲਾਫ ਹੈ ਕਮਲਾ ਹੈਰਿਸ। ਹਾਂਜੀ ਮਾਲੀ ਸਾਹਿਬ। ਨਹੀਂ ਠੀਕ ਆ ਜੀ, ਤੁਹਾਡੀ ਗੱਲ ਅਸਲ ਦੇ ਵਿੱਚ ਨਾ ਜੀ, ਮੋਦੀ ਦੀ ਜਾਨ ਬੜੀ ਕੜਕੀ 'ਚ ਫਸੀ ਹੋਈ ਆ ਭਾਰਤ। ਹਾਂਜੀ, ਸਾਰੇ ਪਾਸਿਆਂ ਤੋਂ ਹੀ ਫਸੀ ਹੋਈ ਆ। ਬਿਲਕੁਲ। ਹਾਂਜੀ। ਨੰਬਰ 1 ਤਾਂ ਜਿਹੜਾ ਕਿਸਾਨ, ਮਾਲੀ ਸਾਹਿਬ ਦੇ ਕਨੈਕਸ਼ਨ 'ਚ ਪ੍ਰੋਬਲਮ ਆ ਗਈ ਲੱਗਦੀ ਮੈਨੂੰ। ਹਾਂਜੀ, ਦੇਖਦੇ ਆ ਉਹਨਾਂ ਚਿਰ ਆਪਾਂ ਸੰਗਤ ਨੂੰ ਦੱਸ ਦਈਏ ਵੀ ਜਿਹੜੇ ਇਹ ਕੰਟੀਨਿਊ ਪ੍ਰੋਗਰਾਮ ਨਹੀਂ ਦੇਖ ਸਕੇ, ਆਪਾਂ ਇਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ, ਕਿਉਂਕਿ ਰਿਕਾਰਡਿੰਗ ਨਾਲ ਹਰੇਕ ਪ੍ਰੋਗਰਾਮ ਦੀ ਹੁੰਦੀ ਆ, ਇਹਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਰਿਕਾਰਡਿੰਗ 'ਤੇ ਚਲਾ ਦਾਂਗੇ ਤੇ ਉਹਨਾਂ ਨੂੰ ਸਟ੍ਰੀਮ ਭੇਜ ਦੂੰਗਾ। ਕੋਈ ਪ੍ਰੋਬਲਮ ਆ, ਮੈਂ ਆਪਣੇ ਖੁਦ ਦੇ ਪੇਜ 'ਤੇ ਪਾ ਕੇ ਵੀ ਦੇਖੀ ਆ, ਸਟ੍ਰੀਮ ਨਹੀਂ ਜਾ ਰਹੀ ਅੱਗੇ। ਫੇਸਬੁੱਕ ਵਾਲੇ ਉਹ ਸਿਰਫ ਸੈਂਡ ਕਰ ਰਿਹਾ ਆ, ਸਟ੍ਰੀਮ ਨਹੀਂ ਲੈ ਰਿਹਾ। ਫੇਸਬੁੱਕ ਦੀ ਕੋਈ ਪ੍ਰੋਬਲਮ ਆ ਜਾਂ ਕੀ ਪ੍ਰੋਬਲਮ ਹੈ, ਬਾਅਦ 'ਚ ਫਿਗਰ ਆਊਟ ਹੋਊਗੀ। ਸਿਰਫ YouTube 'ਤੇ ਸਟ੍ਰੀਮ ਜਾ ਰਹੀ ਆ, ਤੇ ਉਹ ਦੇਸੀ ਚੈਨਲ ਦੀ ਥੋੜਾ ਚਿਰ ਚੱਲੀ ਆ, ਕਿਉਂਕਿ ਉਹ ਬਾਹਰੋਂ ਸਟ੍ਰੀਮ ਸੀ ਤੇ ਉਹ ਵੀ ਬਾਅਦ 'ਚ ਬੰਦ ਹੋ ਗਈ ਆ, ਉਹ ਵੀ ਨਹੀਂ ਸਟ੍ਰੀਮ ਚੱਲ ਰਹੀ। ਚੱਲਦੀ ਹੁਣ ਚੱਲ ਰਹੀ ਦੁਬਾਰਾ, ਦੇਸੀ ਚੈਨਲ ਦੀ ਸਟ੍ਰੀਮ ਵੀ ਜਿਹੜੀ ਆ ਚੱਲ ਰਹੀ ਆ ਇਸ ਟਾਈਮ। ਠੀਕ ਹੈ। ਤੇ ਮੈਂ ਸ਼ੇਅਰ ਕੀਤੀ ਆ ਆਪਣੇ ਸੱਚ ਦੀ ਖੋਜ ਪੇਜ ਤੇ ਵੀ ਸ਼ੇਅਰ ਕੀਤੀ ਆ, ਤੇ ਆਪਣੇ ਪੇਜ ਤੇ ਵੀ ਸ਼ੇਅਰ ਕੀਤੀ ਆ। ਉਹਨਾਂ ਦੇ ਕਨੈਕਸ਼ਨ 'ਚ ਪ੍ਰੋਬਲਮ ਆ ਗਈ ਆ। ਆਪਾਂ ਅੱਜ ਆਪਣਾ ਪ੍ਰੋਗਰਾਮ ਥੋੜਾ ਛੋਟਾ ਕਰ ਲਾਂਗੇ ਤੇ ਆਪਾਂ ਕੱਲ ਤੱਕ ਫਿਗਰ ਆਊਟ ਕਰਾਂਗੇ। ਜੇ ਨਾ ਹੋਇਆ ਤੇ ਆਪਾਂ ਸਿੱਧੀ ਫਿਰ ਫੀਡ YouTube ਤੋਂ ਹੀ ਕੱਲ ਨੂੰ ਦੇਵਾਂਗੇ। ਆਪਾਂ ਉਹ ਚੱਕਰ 'ਚ ਨਹੀਂ ਪਵਾਂਗੇ ਜੇ ਫੇਸਬੁੱਕ ਦੀ ਕੋਈ ਰਿਸਟ੍ਰਿਕਸ਼ਨ ਹੋਈ ਜਾਂ ਕੁਝ ਲੱਗੀ ਹੋਈ। ਇੱਕ ਇਹ ਬੜਾ ਚੱਕਰ ਆ ਵੀ ਜਦੋਂ ਤੁਸੀਂ ਸੱਚ ਬੋਲਦੇ ਆ, ਤੁਹਾਡੇ ਅਗੇਂਸਟ ਸ਼ਿਕਾਇਤਾਂ ਕਰ ਕਰਕੇ ਤੁਹਾਡੀ ਸਟ੍ਰੀਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਮੈਂ ਗੁਰਮਤ TV 'ਤੇ ਵੀ ਸਿੱਧੀ ਸਟ੍ਰੀਮ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਪੇਜ 'ਤੇ ਵੀ ਕੀਤੀ, ਉੱਥੇ ਵੀ ਨਹੀਂ ਜਾ ਰਹੀ ਸਿੱਧੀ ਸਟ੍ਰੀਮ। ਉਹ ਸਿਰਫ ਇਹੀ ਆ ਰਿਹਾ ਕਿ ਸੈਂਡਿੰਗ ਡੇਟਾ, ਤੇ ਉਹ ਕਿਸੇ ਪਾਸੇ ਨਹੀਂ ਜਾ ਰਹੀ, ਸਿਰਫ ਔਰ ਸਿਰਫ YouTube 'ਤੇ ਜਾ ਰਹੀ ਆ। ਤੇ ਆਪਾਂ ਕੱਲ ਤੱਕ ਫਿਗਰ ਆਊਟ ਕਰ ਲਾਂਗੇ। ਮਾਲੀ ਸਾਹਿਬ ਨੂੰ ਦੇਖਦੇ ਆ, ਜੇ ਉਹਨਾਂ ਦਾ ਕਨੈਕਸ਼ਨ ਜੁੜ ਗਿਆ ਤੇ ਆਪਾਂ ਉਹਨਾਂ ਕੋਲ ਜਿਹੜੀ ਲਾਸਟ ਗੱਲ ਸੀਗੀ ਜਿਹੜੀ ਆਪਾਂ ਕਰ ਰਹੇ ਸੀਗੇ, ਤੇ ਨਹੀਂ ਤਾਂ ਫਿਰ ਆਪਾਂ ਅੱਗੋਂ ਕੰਟੀਨਿਊ ਸ਼ਬਦ ਦੀ ਵਿਚਾਰ ਕਰਕੇ ਅੱਜ ਪ੍ਰੋਗਰਾਮ ਬੰਦ ਕਰ ਦਾਂਗੇ ਤੇ ਬਾਕੀ ਆਪਾਂ ਕੱਲ ਨੂੰ ਕਰਾਂਗੇ ਪ੍ਰੋਗਰਾਮ। ਮੈਂ ਇੱਕ ਵਾਰੀ ਕੱਟ ਕੇ ਲਾ ਕੇ ਦੇਖ ਲੈਂਦਾ ਉਹਨਾਂ ਨੂੰ। ਹਾਂਜੀ ਬਿਲਕੁਲ ਜੀ, ਲੱਗਦਾ
ਹੋ ਸਕਦਾ ਕਿ ਉਹਨਾਂ ਦੀ ਬੈਟਰੀ ਵਗੈਰਾ ਜਿਹੜੀ ਫੋਨ ਦੀ ਆ ਹਾਂਜੀ ਉਹ ਡਾਊਨ ਹੋ ਕੁਛ ਜਾਵੇ। ਇਹੋ ਜਿਹਾ ਹੀ ਚੱਕਰ ਲੱਗਦਾ ਕੁਛ ਹਾਂਜੀ ਹਾਂਜੀ ਕਿਉਂਕਿ ਇੱਕਦਮ ਹੋਈ ਆ ਹਾਂਜੀ ਤੇ ਮੈਂ ਉਹਨਾਂ ਨੂੰ ਲਾ ਕੇ ਦੇਖ ਲੈਂਦਾ ਦੁਬਾਰਾ। ਉਹਦਾ ਆਪਣਾ ਸਮਾਂ ਵੀ ਉਹਦਾ ਹੋ ਚੁੱਕਾ ਆ, ਤੇ ਜੇ ਨਹੀਂ ਲੱਗਦੇ ਆਪਾਂ ਕੋਈ ਗੱਲ ਨਹੀਂ, ਫਿਰ ਇੱਕ ਆਪਾਂ ਟਰਾਈ ਕਰ ਉਸ ਲੈਂਦੇ ਆਪਾਂ, ਨਹੀਂ ਤਾਂ ਫਿਰ ਆਪਾਂ ਸ਼ਬਦੀ ਵਿਚਾਰ ਕਰਕੇ ਪ੍ਰੋਗਰਾਮ ਨੂੰ ਸੰਕੋਚ ਦਿੰਦੇ ਹਾਂ ਅੱਜ, ਤੇ ਆਪਾਂ ਹਾਂਜੀ। ਬਾਅਦ ਚ ਨਾਲ ਟੈਕਨੀਕਲ ਟੀਮ ਨੂੰ ਲੈ ਕੇ ਤੇ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕੱਲ ਨੂੰ ਆਪਾਂ ਪ੍ਰੋਗਰਾਮ ਆਪਾਂ ਪੂਰਾ ਕਰਾਂਗੇ, ਕਿਉਂਕਿ ਇਹ ਪ੍ਰੋਗਰਾਮ ਤਾਂ ਪੂਰਾ ਕਰ ਲਾਂਗੇ। TV ਆਪਣੇ ਤੇ ਰਿਕਾਰਡਿੰਗ ਤਾਂ ਦੇਖ ਰਹੇ ਹੋਈ ਆ, ਸਭ ਦੇਖ ਰਹੇ ਆ, ਟੀਵੀ ਦੀ ਤੇ ਫੀਡ ਵਿੱਚ ਕੱਟ ਹੋ ਗਈ ਸੀ ਮੇਰਾ ਖਿਆਲ, ਉਹ ਵੀ ਨਹੀਂ ਗਈ ਜਿਹੜੀ ਕਸਟਮ ਫੀਡ ਆ। ਦੇਸੀ ਚੈਨਲ ਤੇ ਵੀ ਨਹੀਂ ਚੱਲ ਰਹੀ ਫੀਡ ਚੌਗਨ ਸਿੰਘ ਜੀ? ਨਹੀਂ, ਮੈਂ ਚੱਲ ਰਹੀ ਹੁਣ ਭਾਜੀ, ਦੇਖ ਰਿਹਾ ਲਾਈਵ ਚੱਲ ਰਹੀ ਹੈ ਠੀਕ ਦੇਸੀ ਹੈ। ਚੈਨਲ ਦੇ ਉੱਪਰ ਓਕੇ ਰਾਈਟ ਨਾਓ। ਸੋ ਮੈਂ ਉਹ ਖੋਲੀ ਹੋਈ ਹੈ ਦੇਸੀ ਚੈਨਲ ਦੀ ਫੀਡ ਵੀ, ਲਾਈਵ ਚੱਲ ਰਹੀ ਹੈ ਉਹਦੇ ਉੱਪਰ। ਚਲੋ ਆਪਾਂ ਕਰੀਏ ਗਾਂ ਗੱਲਬਾਤ। ਕੋਈ ਨਹੀਂ, ਮਾਲੀ ਸਾਹਿਬ ਨੂੰ ਕਰ ਦਿਓ ਡਿਸਕਨੈਕਟ ਤੁਸੀਂ, ਚਲੋ ਤੇ ਠੀਕ ਆ। ਆਪਾਂ ਗਾਂ ਗੱਲਬਾਤ ਕਾਲਸ ਜਿਹਨਾਂ ਨੇ ਕਾਲ ਕਰਨੀ ਆਪਾਂ ਨੂੰ ਕਾਲ ਕਰ ਸਕਦੇ ਆ, ਠੀਕ ਨਹੀਂ? ਤੇ ਆਪਣੇ ਹਰਭਜਨ ਸਿੰਘ ਦੇਵ ਹੋਣਾ ਨੇ ਵੀ ਕਿਹਾ ਵੈਸੇ ਹੁਣ ਚੱਲਦੀ ਹੈ ਜੀ, ਚੱਲ ਰਹੀ ਆ। ਤੇ ਜਿਹੜਾ ਦੇਸੀ ਆ ਮੈਂ ਆਪਣੇ ਪੇਜ ਤੇ ਵੀ ਸ਼ੇਅਰ ਕਰਤੀ, ਸੱਚ ਦੀ ਖੋਜ ਤੇ ਵੀ, ਤਾਂ ਆਪਣੇ ਪਰਸਨਲ ਪੇਜ ਤੇ ਵੀ ਤੁਸੀਂ ਉੱਥੋਂ ਗਾਂ ਕਰ ਸਕਦੇ ਹੋ ਸਟ੍ਰੀਮ ਨੂੰ, ਤੇ YouTube ਤੇ ਤਾਂ ਚੱਲਦੀ ਆ। ਓਕੇ ਠੀਕ ਹੈ ਜੀ। ਫਿਰ ਇਹ ਨਵੀਂ ਫੀਡ ਆ, ਕਿਉਂਕਿ ਜਿਹੜੀ ਮੈਂ ਫੀਡ ਤੇ ਮੈਂ ਹਾਂ, ਉਹ ਨਹੀਂ, ਨਵੀਂ ਫੀਡ ਦੁਬਾਰਾ ਉਹਨਾਂ ਨੇ ਕ੍ਰੀਏਟ ਕਰਕੇ ਫਿਰ ਦੁਬਾਰਾ ਪਾਈ ਆ ਵਿੱਚ। ਓਕੇ ਤੇ ਚਲੋ ਇਹ ਟੈਕਨੀਕਲ ਗੱਲਾਂ ਆ ਜਿਹਦੇ ਵਿੱਚ 1.5-2 ਸਾਲ 'ਚ ਮੇਰਾ ਖਿਆਲ ਦੂਜੀ ਵਾਰ ਸ਼ਾਇਦ ਇਹ ਪ੍ਰੋਬਲਮ ਆਈ ਆ ਸਾਨੂੰ, ਨਹੀਂ ਤਾਂ ਕਦੇ ਨਹੀਂ ਪ੍ਰੋਬਲਮ ਆਈ। ਪਰ ਇਹ ਆ ਵੀ YouTube ਤੇ ਕੰਟੀਨਿਊ ਚੱਲ ਰਹੀ ਆ ਫੀਡ, ਉਹਦੇ ਤੇ ਕੋਈ ਪ੍ਰੋਬਲਮ ਨਹੀਂ ਆ, ਤੇ ਪ੍ਰੋਗਰਾਮ ਸਾਡਾ ਕੰਟੀਨਿਊ ਰਿਕਾਰਡ ਹੋ ਰਿਹਾ। ਆਪਾਂ ਫਿਰ ਦੁਬਾਰਾ ਜਦੋਂ ਪ੍ਰੋਗਰਾਮ ਖਤਮ ਹੋਊਗਾ ਉਸੇ ਟਾਈਮ ਹੀ ਫਿਰ ਚਲਾ ਦਾਂਗੇ ਇਹ ਪ੍ਰੋਗਰਾਮ, ਤੇ ਇਹਨੂੰ ਲਾਈਵ ਕਰ ਦਿਆਂਗੇ ਆਪਾਂ ਸਾਰੇ ਪਾਸੇ। ਨਾਲੇ ਉਹ ਟੈਸਟ ਹੋ ਜਾਊਗਾ ਵੀ ਲਾਈਵ ਚੱਲਦਾ ਕਿ ਨਹੀਂ ਚੱਲਦਾ। ਮੈਂ ਸਾਰਾ ਰੀਸੈਟ ਕਰਕੇ ਦੁਬਾਰਾ ਕਰੂੰਗਾ, ਸਾਰੀਆਂ ਨਵੀਆਂ ਕ੍ਰੀਏਟ ਕਰਕੇ ਸਾਰੀਆਂ ਫੀਡ, ਤੇ ਫਿਰ ਆਪਾਂ ਗੱਲ ਭਾਜੀ ਆਪਾਂ ਕਰ ਰਹੇ ਸੀਗੇ ਮੋਦੀ ਦੀ, ਬਾਈਡਨ ਦੀ ਤੇ ਕਮਲਾ ਹੈਰਿਸ ਦੀ। ਹਾਂਜੀ। ਸੋ ਦੇਖੋ, ਸਾਨੂੰ ਇਹ ਗੱਲਾਂ ਬਹੁਤ ਧਿਆਨ ਰੱਖਣੀਆਂ ਪੈਣੀਆਂ ਆ। ਸਾਨੂੰ ਲੱਗਦਾ ਹੁੰਦਾ ਇੱਕ ਨਾਰਮਲ ਪਰਸਨ ਵੀ ਜਿਹੜਾ USA ਦਾ ਪ੍ਰਧਾਨ ਮੰਤਰੀ ਆ, ਪ੍ਰੈਜ਼ੀਡੈਂਟ ਆ ਜਾਂ ਵਾਈਸ ਪ੍ਰੈਜ਼ੀਡੈਂਟ ਆ USA ਦੀ, ਉਹਨਾਂ ਨੂੰ ਸ਼ਾਇਦ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ। ਕਈ ਵਾਰ ਉਹਨਾਂ ਜਿਹਨੂੰ ਆਪਾਂ ਕਹਿੰਦੇ ਡਿਪਲੋਮੈਟਿਕ, ਵੀ ਬੰਦਾ ਡਿਪਲੋਮੈਟਿਕ ਆ। ਸੋ ਡਿਪਲੋਮੈਟਿਕ ਬੰਦੇ ਕਦੀ ਵੀ ਆਪਣਾ ਜਿਹੜਾ ਜ਼ਿਕਰ ਆ, ਇਜ਼ਹਾਰ ਆ, ਉਹ ਆਮਣੇ ਸਾਹਮਣੇ ਨਹੀਂ ਕਰਦੇ ਹੁੰਦੇ। ਉਹਨਾਂ ਦੇ ਭਾਵਨਾਵਾਂ ਤੇ ਉਹਨਾਂ ਦੀ ਪਾਲਿਸੀਆਂ ਥਰੂ ਪ੍ਰਗਟ ਹੁੰਦੀਆਂ ਉਹ ਸਾਰੀਆਂ। ਜਿਸ ਤਰੀਕੇ ਨਾਲ ਮੋਦੀ ਨੂੰ ਗਾਲ ਨਹੀਂ ਲਾਇਆ ਗਿਆ, ਓਬਾਮਾ ਨੇ ਵੀ ਜੱਫੀ ਪਾਈ ਆ, ਤੇ ਜੱਫੀ ਜਿਹੜੀ ਸੀਗੀ ਟਰੰਪ ਸਾਹਿਬ ਨੇ ਵੀ ਪਾਈ ਸੀ, ਪਰ ਬਾਈਡਨ ਸਾਹਿਬ ਨੇ ਉਹਨੂੰ ਸ਼ੋਲਡਰ ਤੋਂ ਫੜ ਕੇ ਪਿੱਛੇ ਨੂੰ ਕਰ ਦਿੱਤਾ। ਸੋ ਇੱਥੋਂ ਸਾਨੂੰ ਇਹ ਪਤਾ ਲੱਗਦਾ ਵੀ ਇਹ ਲੋਕ ਵੀ ਇਸ ਚੀਜ਼ ਨੂੰ ਅੰਡਰਸਟੈਂਡ ਕਰਦੇ ਆ, ਕਿਉਂਕਿ ਖਾਸ ਕਰ ਡੈਮੋਕ੍ਰੈਟਿਕ ਜਿਹੜੀ ਭਾਰਤ USA ਦੀ ਡੈਮੋਕ੍ਰੈਟਿਕ ਪਾਰਟੀ ਆ, ਜਿਹੜੇ ਡੈਮੋਕ੍ਰੇਟਸ ਆ, ਇਹ ਬਿਲਕੁਲ ਹੀ ਨਸਲ ਭੇਦ, ਜਾਤ ਪਾਤ ਜਿਹੜੀ ਆਪਾਂ ਕਹਿ ਦਿੰਦੇ ਆ, ਜਾਂ ਰੰਗ, ਇਹਦੇ ਬਿਲਕੁਲ ਖਿਲਾਫ ਹੈ ਇਹਨਾਂ ਚੀਜ਼ਾਂ ਦੇ। ਤੁਹਾਨੂੰ ਪਤਾ ਕਿ ਜਿਹੜਾ ਸਟੈਚੂ ਆ ਉੱਥੋਂ ਕਨਫੈਡਰੇਟ ਦਾ ਜਿਹੜਾ ਸਟੈਚੂ ਸੀ ਉੱਥੇ, ਉਹ ਵੀ ਵਾਸ਼ਿੰਗਟਨ DC ਤੋਂ ਲਾ ਦਿੱਤਾ ਗਿਆ ਆ। ਸੋ ਇਹਨਾਂ ਨੂੰ ਇਹ ਸਾਰਾ ਪਤਾ ਆ ਬਈ ਭਾਰਤ ਵਿੱਚ ਕਿੱਦਾਂ ਅੰਦੋਲਨ ਚੱਲ ਰਿਹਾ, ਕੀ ਹੋ ਰਿਹਾ। ਇਹ ਆਪਾਂ ਕਹਿ ਨਹੀਂ ਸਕਦੇ ਕਿ ਜੀ ਇੱਥੇ ਕਿਹੜਾ ਰਾਸ਼ਟਰਪਤੀ ਨੂੰ ਪਤਾ ਹੋਣਾ ਕਿ ਭਾਰਤ ਵਿੱਚ, ਕਿਉਂਕਿ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਸਾਰੇ ਵਰਲਡ ਵਾਈਡ ਹੋ ਚੁੱਕਾ ਆ। ਸੋ ਇਸ ਕਰਕੇ ਇਕੱਲੇ ਬੰਦੇ ਨੂੰ ਇਸ ਬਾਰੇ ਪਤਾ ਆ। ਜਿਹੜਾ ਫੇਸਬੁੱਕ ਦੀ ਵੀ ਫੀਡ ਦੀ ਪ੍ਰੋਬਲਮ ਹੈ, ਹੋ ਸਕਦਾ ਇਹ ਵੀ ਹੋਵੇ ਕਿਉਂਕਿ ਫੇਸਬੁੱਕ ਦੇ ਵਿੱਚ ਵੀ ਰਿਲਾਇੰਸ ਦਾ ਇੰਡੀਆ ਦੇ ਵਿੱਚ ਹਿੱਸਾ ਆ। ਉਹਨਾਂ ਨੂੰ ਪਤਾ ਕਿ ਜਿਹੜੀਆਂ ਡੈਮੋਸਟ੍ਰੇਸ਼ਨ ਚੱਲਣੀਆਂ ਇਹ ਫੇਸਬੁੱਕ ਤੇ, YouTube ਤੇ, ਸੋਸ਼ਲ ਮੀਡੀਆ ਤੇ ਹੀ ਲਾਈਵ ਚੱਲਣੀਆਂ, ਕਿਉਂਕਿ ਜਿਹੜਾ ਗੋਦੀ ਮੀਡੀਆ ਆ ਉਹਨਾਂ ਨੇ ਤਾਂ ਇਹ ਦਿਖਾਉਣੀਆਂ ਨਹੀਂ ਉੱਥੇ ਵੀ ਮੋਦੀ ਦਾ ਕਿੰਨੇ ਮਤਲਬ ਜ਼ੋਰ ਨਾਲ ਸਵਾਗਤ ਕੀਤਾ ਜਾ ਰਿਹਾ। ਕੱਲ ਉੱਥੇ ਜਿਹੜੀ ਵਾਸ਼ਿੰਗਟਨ DC ਮੇਰਾ ਖਿਆਲ ਇਹਨਾਂ ਨੇ ਇੰਡੀਪੈਂਡੈਂਸ ਡੇ ਪਰੇਡ ਰੱਖੀ ਸੀਗੀ, ਉਹ ਮੇਰਾ ਖਿਆਲ ਉਹ ਵੀ ਬੰਦ ਹੋ ਗਈ ਵਿੱਚੇ ਹੀ। ਤੇ ਈਵਨ ਉਹਨਾਂ ਨੇ ਕਿਸਾਨਾਂ ਨੂੰ, ਜਿਹੜੇ ਭਰਾਵਾਂ ਨੇ ਉਹ ਅਰੇਂਜ ਕੀਤੀ ਸੀ, ਉਹਨਾਂ ਨੇ ਮੁੜ ਕੇ ਕਿਸਾਨਾਂ ਨੂੰ ਕਿਹਾ ਤੁਸੀਂ ਸਟੇਜ ਤੋਂ ਆ ਕੇ, ਜਿਹੜੇ ਕਿਸਾਨ ਸਪੋਰਟਰ ਗਏ ਸੀ, ਤੁਸੀਂ ਬੋਲੋ ਸਟੇਜ ਤੋਂ ਆ ਕੇ। ਅੱਜ ਵੀ ਨਿਊਯਾਰਕ ਦੇ ਮੋਹਰੇ ਭਰਵਾਂ ਸਵਾਗਤ ਹੋ ਰਿਹਾ ਮੋਦੀ ਸਾਹਿਬ ਦਾ ਝੰਡਿਆਂ ਦੇ ਨਾਲ। ਖਾਲਸਾਈ ਝੰਡੇ ਵੀ ਲਹਿਰਾ ਰਹੇ, ਕਿਸਾਨੀ ਝੰਡੇ ਵੀ ਉੱਥੇ ਲਹਿਰਾ ਰਹੇ ਆ। ਸੋ ਇਹ ਗੱਲਾਂ ਆ ਵੀ ਇਹ ਸਾਡੇ ਇੱਦਾਂ ਨਾ ਸੋਚੀਏ ਕਿ ਇਹ ਸ਼ਾਇਦ ਜਿਹੜੇ ਵੱਡੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਬਿਲਕੁਲ, ਜੇ ਇਹਨਾਂ ਨੂੰ ਪਤਾ ਵੀ ਹੁੰਦਾ ਇਹ ਚੁੱਪ ਚਪੀਤੇ ਰਹਿੰਦੇ ਆ, ਪਰ ਇਹ ਪਾਲਿਸੀਜ਼ ਨੂੰ ਇਹਨੂੰ ਚੰਗੀ ਤਰ੍ਹਾਂ ਵਾਚ ਕਰਦੇ ਆ। ਹਾਂਜੀ ਭਾਜੀ। ਹਾਂਜੀ, ਆਪਾਂ ਸ਼ਬਦੀ ਵਿਚਾਰ ਕਰਦੇ ਹਾਂ। ਆਪਾਂ ਜਿਹੜੀ ਅੱਜ ਗੱਲਬਾਤ ਕਰ ਰਹੇ ਸੀਗੇ, ਜਿਹੜੀ ਜਥੇਦਾਰ ਨੇ ਵੀ ਗੱਲ ਕੀਤੀ, ਬਿਲਕੁਲ ਗੱਲ ਉਹ ਸਹੀ ਆ।
ਪਰ ਇਹ ਪੈਰਾ ਨਹੀਂ ਦਿੰਦੇ ਵੀ ਸਿੱਖੀ ਵਿੱਚ ਜਾਤ ਪਾਤ ਨਹੀਂ ਹੁੰਦੀ। ਜਿੱਥੇ ਜਾਤ ਪਾਤ ਆ ਉੱਥੇ ਸਿੱਖੀ ਨਹੀਂ ਹੈ। ਸਿੱਖੀ ਨੇ ਤਾਂ ਗੱਲ ਹੀ ਪਹਿਲੀ ਉੱਤੋਂ ਸ਼ੁਰੂ ਕੀਤੀ ਆ ਵੀ ਜਿੱਥੇ ਜਾਤ ਖਤਮ ਹੋ ਜਾਂਦੀ ਆ। ਸੋ ਆਪਣਾ ਸ਼ਬਦ ਜਿਹੜਾ ਆ ਭੈਰੋ ਰਾਗ ਦੇ ਵਿੱਚ ਆ, ਗੁਰੂ ਅਮਰਦਾਸ ਪਾਤਸ਼ਾਹ ਦਾ ਸ਼ਬਦ ਆ, 1127 ਪੰਨੇ ਦੇ ਉੱਤੇ ਇਹ ਸ਼ਬਦ ਆ, ਜਾਤ ਕਾ ਗਰਬ ਨਾ ਕਰਿਓ ਕੋਈ। ਇਹ ਸ਼ਬਦ ਬਹੁਤ ਵਾਰੀ ਤੁਸੀਂ ਸੁਣਿਆ ਵੀ ਹੋਣਾ, ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਸੋ ਇਹ ਸ਼ਬਦ ਦੀ ਆਪਾਂ ਵਿਚਾਰ ਕਰਾਂਗੇ। ਪਰ ਬਹੁਤ ਸਾਰੇ ਸ਼ਬਦ ਗੁਰਬਾਣੀ 'ਚ ਇੱਦਾਂ ਦੇ ਹੈਗੇ ਆ ਜਿਹੜੇ ਕੁੱਲ ਦਾ, ਜਾਤ ਦੀ ਗੱਲ ਕਰਦੇ ਆ। ਕਬੀਰ ਸਾਹਿਬ ਦੇ ਬਹੁਤ ਸਾਰੇ ਸ਼ਬਦ ਆ। ਮੇਰਾ ਫੇਵਰਟ ਸ਼ਬਦ ਮੈਂ ਬਹੁਤ ਵਾਰੀ ਇਹਦੇ ਵਿੱਚ ਵਿਚਾਰਿਆ ਆ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਉਲਟ ਜਾਤ ਕੁੱਲ ਦੋ ਬਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕਹੂ, ਪੰਡਤ ਮੁੱਲਾ ਛਾਡੇ ਦੋ। ਉਹ ਜਿਹੜਾ ਸ਼ਬਦ ਆ ਉਹ ਬੜਾ ਕਲੀਅਰ ਗੱਲ ਨੂੰ ਕਰਦਾ ਕਿ ਜਦੋਂ ਤੁਸੀਂ ਜਾਤ ਨੂੰ ਉਲਟ ਦਿੰਦੇ ਆ, ਛੱਡ ਦਿੰਦੇ ਆ, ਆਪਣੀ ਕੁੱਲ ਨੂੰ ਛੱਡ ਦਿੰਦੇ ਆ ਵੀ ਮੈਂ ਉੱਚੀ ਕੁੱਲ ਤੋਂ ਆ, ਉਦੋਂ ਹੀ ਤੁਹਾਡੀ ਸਿੱਖੀ ਦੀ ਸ਼ੁਰੂਆਤ ਹੁੰਦੀ ਆ। ਸੁਨ ਸਹਿਜ ਮੈਂ ਬੁਣਤ ਹਮਾਰੀ, ਜਦੋਂ ਟਿਕਾ ਆ ਜਾਂਦਾ ਆ ਮਨ ਦੇ ਵਿੱਚ, ਉਹ ਗਰਭ ਖਤਮ ਹੋ ਜਾਂਦਾ ਆ ਤੇਰੇ ਅੰਦਰੋਂ। ਜਿਹੜੀ ਇਸ ਸ਼ਬਦ 'ਚ ਵੀ ਗੱਲ ਆਊਗੀ ਕਿ ਜਾਤ ਕਾ ਗਰਭ ਨਾ ਕਰਿਓ ਕੋਈ। ਉਹ ਜਿਹੜਾ ਗਰਭ ਆ ਨਾ, ਉਹ ਕੀਲਾ ਜਿਹਨੂੰ ਆਪਾਂ ਕਹਿ ਦਿੰਦੇ ਪੰਜਾਬੀ 'ਚ, ਜਿਹੜਾ ਗੱਡਿਆ ਹੋਇਆ ਸਾਡੇ ਅੰਦਰ, ਉਹ ਜਿੰਨਾ ਚਿਰ ਵਿੱਚੋਂ ਨਹੀਂ ਨਿਕਲਦਾ ਉਨਾ ਚਿਰ ਸਾਡੇ ਅੰਦਰੋਂ ਇਹ ਜਾਤ ਪਾਤ ਨਹੀਂ ਨਿਕਲਣੀ। ਉਹ ਕਹਿੰਦੇ ਬੁਨ ਬੁਨ ਆਪ ਪਹਿਰਾਓ, ਜਹਾਂ ਨਹੀਂ ਆਪ ਤਹਾਂ ਹੋਏ ਗਾਓ, ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲਿਆ। ਬਹੁਤ ਘੱਟ ਸ਼ਬਦ ਹੈ ਜਿਹੜੇ ਮੈਨੂੰ ਪੂਰੇ ਯਾਦ ਆ। ਇਹ ਉਹਨਾਂ 'ਚੋਂ ਇੱਕ ਸ਼ਬਦ ਆ ਜਿਹੜਾ ਮੈਨੂੰ ਵੈਸੇ ਹੀ ਪੂਰਾ ਯਾਦ ਆ ਕਿ ਜੋ ਵੀ ਕੁਛ ਪੰਡਤ ਤੇ ਮੁੱਲਾ ਨੇ ਲਿਖਤਾ ਉਹਨਾਂ 'ਚੋਂ ਕੁਛ ਨਹੀਂ ਲਿਆ, ਕਿਉਂਕਿ ਪੰਡਤ ਨੇ ਜਾਤ ਪਾਤ ਦੇ ਸਿਰ ਤੇ ਹੀ ਰੋਟੀਆਂ ਸੇਕੀਆਂ ਆ। ਜੇ ਉਹ ਚਾਰ ਵਰਨ ਨਾ ਬਣਾਉਂਦਾ ਤਾਂ ਉਹਦੀ ਰੋਟੀ ਦਾਲ ਫੁਲਕਾ ਮੰਡਾ ਨਹੀਂ ਸੀ ਚੱਲਦਾ। ਸੋ ਐਂਡ ਦੇ ਵਿੱਚ ਬੜਾ ਵਧੀਆ ਤੁਹਾਨੂੰ ਕਹਿੰਦੇ ਕਬੀਰ ਸਾਹਿਬ ਦੱਸ ਰਹੇ ਆ ਕਿ ਸਿੱਖੀ ਹੈ ਕੀ ਆ, ਸਿੱਖੀ ਕਮਾਈ ਕਿਵੇਂ ਜਾਣੀ ਆ। ਜਦੋਂ ਤੇਰੇ ਅੰਦਰ ਸਹਿਜ ਆ ਗਿਆ, ਤੂੰ ਇੱਕ ਥਾਂ ਤੇ ਟਿਕ ਗਿਆ, ਜਦੋਂ ਤੇਰੇ ਅੰਦਰੋਂ ਭੱਜ ਦੌੜ ਖਤਮ ਹੋ ਗਈ, ਉਹੀ ਅਸਲੀ ਸਿੱਖੀ ਆ। ਜਦੋਂ ਤੈਨੂੰ ਸਮਝ ਆ ਗਈ ਵੀ ਮੇਰਾ ਜਿਹੜਾ ਜਨਮ ਆ ਇਹਨਾਂ ਗੱਲਾਂ ਤੋਂ ਬਾਹਰ ਆ, ਜਦੋਂ ਜਿੰਨਾ ਚਿਰ ਸਾਡੇ ਅੰਦਰ ਉਹ ਗੱਲ ਹੈਗੀ ਜੱਟਵਾਦ, ਅਫਲਾਣਾਵਾਦ, ਮੈਂ ਦੂਜੇ ਤੋਂ ਸੁਪਰੀਮ ਆ, ਉਹਨਾਂ ਚਿਰ ਅਸੀਂ ਅੱਗੇ ਨਹੀਂ ਚੱਲ ਸਕਦੇ। ਇਹ ਸਾਨੂੰ ਆਪਣੇ ਅੰਦਰੋਂ ਕੱਢਣੀ ਪੈਣੀ ਆ ਔਰ ਸ਼ਬਦ ਨੂੰ ਵਿਚਾਰਨਾ ਸ਼ੁਰੂ ਕਰਨਾ ਪੈਣਾ। ਜਦੋਂ ਅਸੀਂ ਸ਼ਬਦ ਦੇ ਨਾਲ ਜੁੜ ਜਾਂਦੇ, ਸਾਨੂੰ ਸਮਝ ਆ ਜਾਂਦੀ ਵੀ ਇਹ ਤਾਂ ਗੱਲਾਂ ਬਹੁਤ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਰੱਦ ਕਰਤੀਆਂ। ਹਰੇਕ ਗੱਲ 'ਚੋਂ ਸਿੰਬਲ ਲੈਣਾ ਹੁੰਦਾ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਫੇਰੀਆਂ ਦੀ ਸ਼ੁਰੂਆਤ ਕੀਤੀ, ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨਾਲ ਕੋਈ ਹੋਰ ਹੈ ਨਹੀਂ ਸੀ ਤੁਰਨ? ਉਹਨਾਂ ਨੇ ਮਰਦਾਨਾ ਹੀ ਕਿਉਂ ਚੂਜ਼ ਕੀਤਾ? ਕਿਉਂਕਿ ਉਸ ਟਾਈਮ ਦੇ ਉੱਤੇ ਮਰਾਸੀ ਨੂੰ ਬਹੁਤ ਛੋਟੀ ਜਾਤ ਦਾ ਸਮਝਿਆ ਜਾਂਦਾ ਹੁੰਦਾ ਸੀ। ਡੂਮ ਉਹਦਾ ਨਾਂ, ਉਹਨੂੰ ਡੂਮ ਕਿਹਾ ਜਾਂਦਾ ਸੀ। ਉਹਨਾਂ ਨੇ ਉਹਨੂੰ ਲੈ ਕੇ ਚੱਲਿਆ ਕਿਉਂਕਿ ਇੱਕ ਮੈਸੇਜ ਸੀਗਾ ਜਿਹੜਾ ਉਹਨਾਂ ਨੇ ਦੇਣ ਲਈ ਤੁਰਿਆ ਸੀ। ਪਰ ਅਸੀਂ ਤਾਂ ਉਹਨੂੰ ਵੀ ਪਿੱਛੇ ਕਰਤਾ, ਮਰਦਾਨੇ ਨੂੰ। ਅਸੀਂ ਕਹਿੰਦੇ ਹਾਂ ਲੈ ਜੱਟ ਕਿੱਦਾਂ ਪਿੱਛੇ ਰਹਿ ਗਏ। ਅਸੀਂ ਇੱਕ ਕ੍ਰੀਏਟ ਕਰ ਲਿਆ ਆਪਣਾ ਕਰੈਕਟਰ ਬਾਲੇ ਨਾਮ ਦਾ, ਵੀ ਆ ਬਾਲਾ ਸੰਧੂ ਜਿਹੜਾ ਆ ਇਹ ਨਾਲ ਸੀ ਜੀ ਗੁਰੂ ਨਾਨਕ ਪਾਤਸ਼ਾਹ ਦੇ। ਉਹ ਮਰਦਾਨੇ ਨੂੰ ਤਾਂ ਉਹੀ ਪਿੱਛੇ ਧੱਕਿਆ ਹੋਇਆ। ਜੇ ਤੁਸੀਂ ਬਾਲੇ ਵਾਲੀ ਜਨਮ ਸਾਖੀ ਪੜ੍ਹੋ ਤੇ ਉਹ ਹਰ ਗੱਲ ਦੇ ਵਿੱਚ ਬਾਲੇ ਨੂੰ ਇੱਦਾਂ ਦਿਖਾਇਆ ਵੀ ਜਿਵੇਂ ਉਹਨੂੰ ਅਕਲ ਹੀ ਨਹੀਂ ਹੁੰਦੀ, ਵੀ ਗੁਰੂ ਨਾਨਕ ਪਾਤਸ਼ਾਹ ਐਵੇਂ ਲੈ ਕੇ ਤੁਰ ਪਏ ਉਹਨੂੰ ਨਾਲ, ਉਹਨੂੰ ਤਾਂ ਕੁਝ ਪਤਾ ਹੀ ਨਹੀਂ ਸੀ। ਉਹ ਚ ਇਹ ਦਿਖਾਇਆ ਵੀ ਬਾਲਾ ਜਿਹੜਾ ਜ਼ਿਆਦਾ ਸਮਾਰਟ ਆ, ਤੇ ਤੁਸੀਂ ਸਕਿਪ ਕਰਕੇ ਗੱਲ ਪੁੱਠੀ ਕਹਿ ਗਏ, ਤੇ ਬਾਲਾ ਜਿਹੜਾ ਜ਼ਿਆਦਾ ਸਮਾਰਟ ਆ। ਉਹੀ ਮੈਂ ਕਹਿ ਰਿਹਾ ਵੀ ਮਰਦਾਨੇ ਨੂੰ ਤਾਂ ਕੋਈ ਪਤਾ ਹੀ ਨਹੀਂ। ਬਾਲੇ ਨੂੰ ਮੂਰਖ ਦਿਖਾਇਆ, ਬਾਲੇ ਨੂੰ ਵਧੀਆ ਦਿਖਾਇਆ, ਮਰਦਾਨੇ ਨੂੰ ਇੱਕ ਜੋਕਰ ਬਣਾ ਕੇ ਪੇਸ਼ ਕੀਤਾ ਆ ਉਸ ਜਨਮ ਸਾਖੀ ਦੇ ਵਿੱਚ। ਹਾਂਜੀ, ਚਲੋ ਆਪਾਂ ਸ਼ਬਦਾਂ ਲਾਉਂਦੇ ਆ। ਹਾਂਜੀ। ਦੂਜੀ ਗੱਲ ਭਾਜੀ ਇਹ ਆ ਵੀ ਜਿਹੜੀ ਤੁਸੀਂ ਗੱਲ ਕੀਤੀ ਨਾ ਜਾਤ ਪਾਤ ਦੀ, ਕਿ ਜਾਤ ਪਾਤ ਦੇ ਨਾਂ ਤੇ ਸਿੱਖਾਂ ਦੇ ਵਿੱਚ ਜਾਤ ਪਾਤ ਨਹੀਂ ਹੁੰਦੀ, ਇਹ ਨਹੀਂ ਹੁੰਦੀ। ਇਹ ਕਨਸੈਪਟ ਜਿਹੜਾ ਆ ਲੀਡਰਸ਼ਿਪ ਦੇ ਵਿੱਚ ਵੀ, ਰਾਜਨੀਤੀ ਦੇ ਵਿੱਚ ਵੀ, ਜਿੰਨਾ ਇਹ ਭਾਰੂ ਆ ਨਾ, ਇਹ ਕਿਤੇ ਵੀ ਭਾਰੂ ਨਹੀਂ। ਕਿਉਂਕਿ ਜਾਤ ਪਾਤ ਦੇ ਨਾਂ ਤੇ ਹੀ ਪੋਲਰਾਈਜੇਸ਼ਨ ਹੁੰਦੀ ਆ ਵੋਟ ਦੀ। ਜੇ ਹੁਣ ਆਪਣਾ ਹੀ ਪਿੰਡ ਆ, ਤੁਹਾਡਾ ਪਿੰਡ ਜਾਂ ਮੇਰਾ ਪਿੰਡ ਆ, ਉੱਥੇ ਸਾਰੇ ਇੱਕੋ ਹੀ ਗੁਰਦੁਆਰਾ ਹੋਵੇ, ਕੋਈ ਜਾਤ ਪਾਤ ਦਾ ਸਿਸਟਮ ਨਾ ਹੋਵੇ, ਜਿਹੜਾ ਚੰਗਾ ਇਨਸਾਨ ਚੰਗੇ ਕੰਮ ਕਰੂਗਾ, ਹਰ ਬੰਦਾ ਕਹੂਗਾ ਵੀ ਯਾਰ ਇਹਨੂੰ ਚੌਧਰੀ ਬਣਾਓ ਜਾਂ ਇਹਨੂੰ ਮੂਹਰੇ ਕਰੋ। ਪਰ ਜਦੋਂ ਜਿਹੜਾ ਇੱਕ ਡੋਮੀਨੇਟ ਕਰਦਾ ਬੰਦਾ, ਜਿਹੜਾ ਕੰਮ ਵੀ ਗਲਤ ਕਰਦਾ, ਛਿੱਤਰ ਮਾਰਦਾ ਜਾਂ ਕੁੱਟਦਾ ਆ, ਕਈ ਲੋਕ ਤਾਂ ਡਰਦੇ ਹੀ ਉਹਨੂੰ ਕਹਿੰਦੇ ਯਾਰ ਇਹਨੂੰ ਹੀ ਬਣ ਲੈਣ ਦਿਓ, ਠੀਕ ਨਹੀਂ? ਉਹ ਤੋਂ ਡਰ ਹੀ ਇੰਨਾ ਪੈਦਾ ਵੀ ਮਾਰ ਦਊਗਾ ਜਾਂ ਸਾਡਾ ਨੁਕਸਾਨ ਕਰ ਦਊਗਾ, ਠੀਕ ਹੈ ਨਾ? ਜਦੋਂ ਹੁਣ ਆਪਾਂ ਕਈ ਵਾਰ ਕਿਸੇ ਕੋ ਗਰੀਬੀ ਤੌਰ ਤੇ ਪੈਸੇ ਲੈਣ ਚਲ ਜਾਂਦੇ ਆ, ਪੈਸੇ ਲੈ ਲੈਂਦੇ ਆ,
ਉਹ ਆਪਣੀ ਗਰਜ ਪੂਰੀ ਕੀਤੀ ਹੁੰਦੀ ਹੈ। ਉਸੇ ਚੱਕਰ 'ਚ ਹੀ ਆਪਾਂ ਦੱਬੇ ਰਹਿੰਦੇ ਆ, ਚਾਹੇ ਉਹ ਜਿੰਨਾ ਮਰਜ਼ੀ ਗਲਤ ਬੰਦਾ ਆ, ਆਪਾਂ ਉਹਦੇ ਅਗੇਂਸਟ ਨਹੀਂ ਖੜਦੇ। ਸੋ ਇਦਾਂ ਦੀਆਂ ਗੱਲਾਂ ਆ ਵੀ ਬਾਕੀ ਤੁਹਾਡੀ ਗੱਲ ਆ ਵੀ ਜਾਤ ਪਾਤ ਦਾ ਸਿਸਟਮ ਜਿਹੜਾ ਕੋਡ ਆ ਉਹ ਬ੍ਰਾਹਮਣ ਨੇ ਤਾਂ ਚਲਾਇਆ ਸੀ, ਪਰ ਮੇਰਾ ਖਿਆਲ ਹੈ ਸਾਡੇ ਸਿੱਖਾਂ ਨੇ ਜਾਂ ਸਾਡੇ ਰਾਜਨੀਤਿਕ ਲੀਡਰਾਂ ਨੇ ਉਹ ਸਭ ਤੋਂ ਵੱਧ ਜਿਹੜਾ ਉਹਦਾ ਪੱਤਾ ਇਸਤੇਮਾਲ ਜਿਹੜਾ ਇਹਨਾਂ ਨੇ ਕੀਤਾ ਹੈ। ਬਿਲਕੁਲ ਹਾਂਜੀ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਸੋ ਆਪਾਂ ਕਬੀਰ ਸਾਹਿਬ ਦੇ ਸ਼ਬਦ ਦੀ ਗੱਲ ਕਰ ਰਹੇ ਸੀ ਵੀ ਰਿਦੇ ਖਲਾਸ ਨਿਰਖਲੇ ਮੀਰਾ, ਆਪ ਖੋਜ ਮਿਲੇ ਕਬੀਰਾ। ਜਿੰਨਾ ਚਿਰ ਤੂੰ ਆਪਣਾ ਅੰਦਰ ਨਹੀਂ ਨਾ ਖੋਜਦਾ, ਬੰਦੇ ਖੋਜ ਦਿਲ ਹਰ ਰੋਜ਼, ਉਹਨਾਂ ਚਿਰ ਤੂੰ ਜਿੰਨੀ ਮਰਜ਼ੀ ਗੱਲ ਕਰੀ ਜਾ। ਉਲਟ ਜਾਤ ਕੁਲ ਦੋ ਬਸਾਰੀ, ਉੱਥੋਂ ਸ਼ਬਦ ਸ਼ੁਰੂ ਹੁੰਦਾ ਆ। ਸੋ ਆਪਾਂ ਆਪਣੇ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ਬਦਾਂ ਲਾਈਏ, ਕਹਿੰਦੇ ਜਾਤ ਕਾ ਗਰਭ ਨਾ ਕਰਿਓ ਕੋਈ। ਹੁਣ ਦੇਖੋ ਇਹਦੇ ਅਰਥ ਕਰਨ ਦੀ ਵੀ ਨਹੀਂ ਲੋੜ ਇਸ ਸ਼ਬਦ ਦੇ, ਆਪ ਸਪਸ਼ਟ ਅਰਥ ਹੋਏ ਆ। ਜਾਤ ਕਾ ਗਰਭ ਨਾ ਕਰਿਓ ਕੋਈ, ਕਹਿੰਦੇ ਕੋਈ ਵੀ ਉਹਦਾ ਮਾਣ ਨਾ ਕਰਿਓ ਜਾਤ ਦਾ, ਵੀ ਮੈਂ ਬਹੁਤ ਉੱਚੀ ਜਾਤ ਦਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਹੁਣ ਬ੍ਰਾਹਮਣ ਤੇ ਚੋਟ ਕੀਤੀ ਹੋਈ ਆ। ਕਹਿੰਦੇ ਜਿਹੜਾ ਬ੍ਰਹਮ ਦੇ ਨਾਲ ਸਾਂਝ ਪਾ ਲੈਂਦਾ, ਬ੍ਰਹਮ ਨਾਲ ਸਾਂਝ ਕਿਹੜੀ ਆ? ਮੈਂ ਤਾਂ ਕਬੀਰ ਵਾਲਾ ਸ਼ਬਦ ਪਹਿਲਾਂ ਕੀਤਾ, ਆਪ ਖੋਜ ਮਿਲੇ ਕਬੀਰਾ। ਉਹ ਬ੍ਰਹਮ ਨਾਲ ਸਾਂਝ ਆ। ਜਦੋਂ ਆਪਣੇ ਆਪ ਨਾਲ, ਆਪਣੇ ਅੰਦਰ ਨਾਲ ਸਾਂਝ ਪੈ ਗਈ, ਆਪਣੇ ਅੰਦਰ ਦੇ ਸੱਚ ਨਾਲ ਸਾਂਝ ਪੈ ਗਈ, ਆਪਣੇ ਅੰਦਰ ਦੇ ਗੁਣਾਂ ਨਾਲ ਸਾਂਝ ਪੈ ਗਈ, ਉਹ ਸਾਂਝ ਦੀ ਗੱਲ ਕਰ ਰਹੇ ਆ। ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਕਹਿੰਦੇ ਮੇਰੇ ਵਾਸਤੇ ਉਹੀ ਬ੍ਰਾਹਮਣ ਆ ਜਿਹਨੇ ਆਪਣੇ ਆਪ ਨਾਲ ਸਾਂਝ ਪਾਲੀ, ਆਪਣੇ ਗੁਣਾਂ ਨਾਲ ਸਾਂਝ ਪਾਲੀ ਆ, ਉਹ ਬ੍ਰਾਹਮਣ ਬਣ ਗਿਆ। ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ। ਕਹਿੰਦੇ ਮੂਰਖਾ, ਇਹ ਗਵਾਰਾ, ਜਾਤ ਦਾ ਗਰਭ ਨਾ ਕਰ, ਇਸ ਗਰਭ ਤੇ ਚਲੇ। ਇੱਥੇ ਤੁਹਾਨੂੰ ਪੌਜ਼ ਦਊਂਗਾ ਭਾਜੀ। ਹਾਂਜੀ। ਸਭ ਤੋਂ ਵੱਧ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਤੋਂ ਸਭ ਤੋਂ ਵੱਡੇ ਮੂਰਖ ਤੇ ਗਵਾਰ ਆਪਾਂ ਇੱਥੇ ਕਿਹਨੂੰ ਕਵਾਂਗੇ? ਜਿਹੜੇ ਗਾਉਣ ਵਾਲੇ ਜੱਟ ਕਹਿ ਕੇ ਸੰਬੋਧਿਤ ਕਰਦੇ ਆ, ਔਰ ਜਿਹੜੇ ਅੱਗੋਂ ਗਾਣੇ ਉੱਚੀ ਕਰਕੇ ਲਾਉਂਦੇ ਆ, ਗੱਡੀਆਂ ਪਿੱਛੇ ਲਿਖਾਉਂਦੇ ਆ। ਹਾਂਜੀ। ਔਰ ਜਿਹੜੇ ਗਾਉਂਦੇ ਆ ਉਹ ਗਾਣਿਆਂ ਨੂੰ ਬਾਅਦ ਚ ਗੱਡੀਆਂ 'ਚ ਚਲਾਉਂਦੇ ਆ ਤੇ ਗੱਡੀ ਦੇ ਪਿੱਛੇ ਵੱਡਾ ਕਰਕੇ ਲਿਖਾਉਂਦੇ ਆ। ਇਹ ਜਿਹੜੀ ਆਪਾਂ ਹੁਣ ਦੁੱਖ ਬਹੁਤ ਲੱਗਣਾ, ਗੁਰਬਾਣੀ ਦੇ ਵਿੱਚ ਇਹ ਲੋਕ ਮੂਰਖ ਤੇ ਗਵਾਰ ਆ। ਬਿਲਕੁਲ। ਇਹਨਾਂ ਨੂੰ ਕਿਹਾ ਜਿਹੜਾ ਕਹਿੰਦਾ ਹਾਂ ਵੀ ਮੈਂ ਜੱਟ ਆ, ਜੇ ਕੋਈ ਲਿਖਦਾ ਹਾਂ ਮੈਂ ਚਮਾਰ ਆ, ਮੈਂ ਚੂੜਾ ਆ, ਜਿਹੜਾ ਵੀ ਕੋਈ ਆਪਣੀ ਜਾਤ ਤੇ ਗਰਵ ਕਰਦਾ ਆ, ਚਾਹੇ ਉਹ ਜੱਟ ਆ ਚਾਹੇ ਕੋਈ ਵੀ ਆ, ਉਹਨੂੰ ਗੁਰਬਾਣੀ ਮੂਰਖ ਤੇ ਗਵਾਰ ਕਹਿੰਦੀ ਆ, ਕਿਉਂਕਿ ਸਾਰਿਆਂ ਦੀ ਜਾਤ ਇੱਕੋ ਹੀ ਆ, ਇੱਕੋ ਹੀ ਖੂਨ ਹਰ ਇੱਕ ਦੇ ਅੰਦਰ ਵਹਿੰਦਾ ਆ। ਤੇ ਇਹ ਸਾਨੂੰ ਸੋਚਣਾ ਪੈਣਾ ਆ ਵੀ ਕਦ ਤੱਕ ਅਸੀਂ ਇਹ ਝੂਠੀਆਂ ਜਿਹੜੀਆਂ ਆ ਆਪਣਾ, ਮੈਂ ਇਹਨੂੰ ਕਹਿ ਸਕਦਾ ਵੀ ਝੂਠਾ ਹੰਕਾਰ ਕਦ ਤੱਕ ਅਸੀਂ ਲੈ ਕੇ ਘੁੰਮਦੇ ਰਵਾਂਗੇ। ਇੱਕ ਨਾ ਇੱਕ ਦਿਨ ਇੱਥੇ ਹੁਣ ਜਿਹੜੇ ਬੱਚੇ ਪੈਦਾ ਹੁੰਦੇ ਆ ਜਾਂ ਇੱਥੇ ਦੇ ਬੋਰਨ ਆ, ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਆ, ਅਨਲੈਸ ਤੁਸੀਂ ਉਹਨਾਂ ਨੂੰ ਆਪਣੇ ਜਿਹੜੇ ਵੈਨਮ ਨਾਲ ਇੰਜੈਕਟ ਕਰੋ। ਆਪਣਾ ਜਿਹੜੀ ਜ਼ਹਿਰ ਇੰਡੀਆ ਤੋਂ ਪੰਜਾਬ ਚੋਂ ਭਰ ਕੇ ਆਏ ਆ, ਉਹਨਾਂ ਦੇ ਦਿਮਾਗਾਂ 'ਚ ਜ਼ਹਿਰ ਨਾ ਪਾਓ, ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਨਹੀਂ ਹੁੰਦਾ, ਕਿਉਂਕਿ ਉਹ ਮਕਸੀਕਾ ਵੀ ਫਰੈਂਡ ਹੁੰਦਾ ਉਹਨਾਂ ਦਾ, ਕਾਲਾ ਵੀ ਹੁੰਦਾ, ਗੋਰਾ ਵੀ ਹੁੰਦਾ ਤੇ ਇੰਡੀਅਨ ਵੀ ਹੁੰਦਾ। ਉਹ ਕਿਸੇ ਨੂੰ ਕੁਝ ਨਹੀਂ ਪੁੱਛਦੇ ਵੀ ਤੇਰੀ ਜਾਤ ਕੀ ਹੈ ਕੀ ਨਹੀਂ। ਇੱਕ ਮੈਂ ਸੋਚਦਾ ਹੀ ਸੀ ਵੀ ਬਾਪੂ ਹਰਭਜਨ ਸਿੰਘ ਦੇਵ ਹੋਣੀ ਵੀ ਪਾਉਣਗੇ ਉਹ ਸ਼ਬਦ, ਹਮੇਸ਼ਾ ਆਪਣਾ ਜਿਹੜਾ ਆਪਾਂ ਵਿਆਖਿਆ ਕਰਦੇ ਹਾਂ ਉਹ ਥੱਲੇ ਸ਼ਬਦ ਪਾ ਦਿੰਦੇ ਆ। ਅੱਜ ਉਹਨਾਂ ਨੇ ਥੱਲੇ ਸ਼ਬਦ ਜਿਹੜਾ ਪਾ ਦਿੱਤਾ, ਧੰਨਵਾਦ ਉਹਨਾਂ ਦਾ। ਹਾਂਜੀ ਭਾਜੀ। ਬਿਲਕੁਲ ਜੀ। ਉਹ ਜਿਹੜੀ ਤੁਸੀਂ ਗੱਲ ਕੀਤੀ ਨਾ, ਇਹ ਮੈਂ ਪਹਿਲਾਂ ਵੀ ਮਾਲੀ ਸਾਹਿਬ ਨਾਲ ਵੀ ਉਹ ਗੱਲ ਕੀਤੀ ਅੱਜ ਵੀ ਦੇਖੋ ਇਹਨਾਂ ਕੰਟਰੀਆਂ 'ਚ ਆ ਕੇ ਬੱਚਿਆਂ ਦਾ ਤਾਂ ਜਾਣਾ ਹੀ ਜਾਣਾ, ਇਹਨਾਂ ਪ੍ਰਾਈਮ ਮਿਨਿਸਟਰਾਂ ਦਾ ਵੀ ਨਿਕਲ ਜਾਂਦਾ, ਜਿਹਨੂੰ ਉੱਥੇ ਹਸਾਈ ਕਹਿ ਕੇ ਪਿੱਛੇ ਛੱਡ ਦਿੰਦੇ, ਤੂੰ ਤਾਂ ਹਸਾਈ ਆ। ਇੱਥੇ ਆ ਕੇ ਕ੍ਰਿਸਚਨ ਜੀ ਬਹੁਤ ਉੱਪਰਲੀ ਜਾਤ ਹੁੰਦੀ ਆ, ਉਹੀ ਹੁੰਦੇ ਆ ਜੀ, ਉਹਨੂੰ ਆਪਾਂ ਪੰਜਾਬੀ 'ਚ ਹਸਾਈ ਕਹਿ ਦਿੰਦੇ ਆ, ਜਿਹੜੇ ਕ੍ਰਿਸਚਨ ਜਿਹਨਾਂ ਨੂੰ ਕਿਹਾ ਜਾਂਦਾ ਆ। ਔਰ ਇੱਥੇ ਉਹ ਜਿਹੜੇ ਟਰੰਪਿਜ਼ਮ ਵਾਲੇ ਕ੍ਰਿਸਚਨ ਆ, ਉਹਨਾਂ ਦੇ ਵਿੱਚ ਵੀ ਆਹ ਜਾਤ ਕਾ ਗਰਭ ਬੜਿਆ ਹੋਇਆ ਆ। ਉਹ ਕਹਿੰਦੇ ਅਸੀਂ ਸੁਪਰੀਮ ਆ, ਬਾਕੀ ਸਾਰੇ ਤਾਂ ਸਾਡੇ ਤੋਂ ਥੱਲੇ ਆ। ਪ੍ਰੋਬਲਮ ਉੱਥੇ ਵੀ ਆ, ਇਕੱਲੀ ਸਾਡੇ ਮੁਲਕ 'ਚ ਨਹੀਂ, ਪ੍ਰੋਬਲਮ ਬਹੁਤ ਥਾਵਾਂ 'ਤੇ ਆ, ਪਰ ਸਾਡੇ ਉਲਟਾ ਆ। ਸਾਡੇ ਜਿਹਨਾਂ ਨੂੰ ਛੋਟੀ ਜਾਤ ਦਾ ਕਿਹਾ ਜਾਂਦਾ, ਇੱਥੇ ਉੱਚੀ ਜਾਤ ਦੇ ਆ ਤੇ ਇੱਥੇ ਸਾਡੇ ਵਾਲੇ ਥੱਲੇ ਲਾ ਵਾਈਟ ਸੁਪਰਮਿਸਟ ਆ, ਵਾਈਟ ਸੁਪਰਮਿਸਟ ਜਿਹੜੀ ਇੱਥੇ ਆ। ਬਿਲਕੁਲ। ਸਾਡੇ ਬ੍ਰਾਹਮਣਵਾਦੀ ਕਹਿੰਦੇ ਵੀ ਅਸੀਂ ਬ੍ਰਾਹਮਣ ਉੱਚੀ ਜਾਤ ਵਾਲੇ ਆ, ਇਦਾਂ ਹੀ ਵਾਈਟ ਸੁਪਰਮਿਸਟ ਕਹਿੰਦੇ ਵੀ ਚਿੱਟੇ ਤੇ ਗੋਰੇ ਲੋਕ ਇੱਥੇ ਹੋਣੇ ਚਾਹੀਦੇ ਆ। ਉਹੀ ਕ੍ਰਿਸਚਨ ਆ ਸਾਰੇ, ਜੇ ਤਾਂ ਮੂੰਹ ਟੇਢਾ ਆ, ਕਿਹਦੀਆਂ ਅੱਖਾਂ ਟੇਢੀਆਂ ਆ, ਫੀਨੇ ਆ, ਜਾਪਾਨੀ ਆ, ਇੰਡੀਅਨ ਆ, ਬਰਾਊਨ ਸਕਿਨ ਆ, ਸਭ ਕੱਢ ਦੋ, ਮਾਰ ਦੋ ਤੋਂ ਕੱਢ ਦੋ ਦੇਸ਼ਾਂ ਚੋਂ, ਇਹਨਾਂ ਚੋਂ। ਸੋ ਇਹ ਕੁਛ ਚੱਲਦਾ ਹੈ। ਹਾਂਜੀ ਭਾਜੀ। ਹਾਂਜੀ। ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਉਹ ਬੜੀ ਵਧੀਆ ਕਲੀਅਰ ਕਰਤੀ ਹੈ ਜਗਮੋਹਨ ਸਿੰਘ ਉਹਨਾਂ ਨੇ ਵੀ ਮੂਰਖ ਤੇ ਗਵਾਰ ਕਿਹਨੂੰ ਕਿਹਾ ਆ। ਇਸ ਗਰਭ ਤੇ ਚੱਲੇ ਬਹੁਤ ਬੇਕਾਰਾ। ਦੇਖੋ ਹੁਣ ਗੱਲ ਕਲੀਅਰ ਕਰਤੀ ਵੀ ਜਿੰਨਾ ਚਿਰ ਤੇਰੇ ਅੰਦਰ ਇਹ ਕੀਲਾ ਰਹੂਗਾ ਨਾ, ਤੇ ਤੂੰ ਬਕਾਰਾਂ 'ਚ ਹੀ ਪੈਣਾ ਆ। ਇਹ ਜਿਹੜੇ ਤੇਰੇ ਜ਼ਿੰਦਗੀ 'ਚ ਬਕਾਰ ਆਉਣੇ ਆ, ਵਿਗਾੜ ਆਉਣੇ ਪੈਣੇ ਆ ਨਾ,
ਇਹਦੇ ਕਰਕੇ ਪੈਣੇ ਆ, ਸਕੀਲੇ ਕਰਕੇ, ਜਿਹੜਾ ਤੇਰੇ ਅੰਦਰ ਗੱਡਿਆ ਹੋਇਆ ਵੀ ਮੈਂ ਸੁਪਰੀਮ ਆ, ਮੈਂ ਜੱਟ ਆ, ਬਾਕੀ ਤਾਂ ਸਾਰੇ ਮੇਰੇ ਤੋਂ ਥੱਲੇ ਹੁੰਦੇ ਆ। ਕਹਿੰਦੇ ਚਾਰੇ ਵਰਣ ਆਖੇ ਸਭ ਕੋਈ, ਕਹਿੰਦੇ ਹਰ ਕੋਈ ਸਾਡੇ, ਕਿਉਂਕਿ ਉੱਥੇ ਭਾਰਤ ਦੇ ਵਿੱਚ ਰਚਨਾ ਹੋਈ ਆ ਤੇ ਗੁਰੂ ਅਮਰਦਾਸ ਪਾਤਸ਼ਾਹ ਉੱਥੇ ਦੀ ਗੱਲ ਕਰ ਰਹੇ ਆ। ਕਹਿੰਦੇ ਵੀ ਆਹ ਸਾਰੇ ਕਹਿੰਦੇ ਆ ਵੀ ਚਾਰ ਵਰਨ ਆ ਜੀ, ਬ੍ਰਾਹਮਣ, ਖੱਤਰੀ, ਵੈਦ, ਸ਼ੂਦਰ। ਹੁਣ ਜਿਹੜੇ ਬ੍ਰਾਹਮਣ ਦੇ ਬਣਾਏ ਹੋਏ ਚਾਰ ਹੈਗੇ ਆ ਇਹ ਵਰਨ, ਉਹਨਾਂ ਦੇ ਵਿੱਚ ਭਾਈ ਤੁਸੀਂ ਵੀ ਸ਼ੂਦਰ 'ਚ ਹੀ ਆਉਂਦੇ ਆ, ਭਾਵੇਂ ਤੁਸੀਂ ਜੱਟ ਆ, ਉੱਥੇ ਸਾਰੇ ਇੱਕ ਬਰਾਬਰ ਆ। ਉਹ ਜੱਟ ਹੋਵੇ, ਚਾਹੇ ਜਲਾਹਾ ਹੋਵੇ, ਚਾਹੇ ਤਖਾਣ ਹੋਵੇ, ਚਾਹੇ ਕੁਛ ਹੋਵੇ, ਸਾਰੇ ਸ਼ੂਦਰ ਹੀ ਆ। ਕੋਈ ਮਰਜ਼ੀ ਹੋਵੇ, ਮੈਂ ਬਹੁਤ ਵਾਰ ਕਿਹਾ ਇਹ ਗੱਲ, ਮੈਂ ਕਿਹਾ ਤੁਸੀਂ ਸਾਰੇ ਪੈਰਾਂ 'ਚੋਂ ਜੰਮੇ ਆ, ਤੁਸੀਂ ਫਿਰ ਗਾਂ ਆਪਣਾ ਬਣਾ ਲਿਆ। ਉਹ ਮਤਲਬ ਜਿਹੜੇ ਪੈਰਾਂ 'ਚ ਜੰਮੇ ਸੀ ਉਹਨਾਂ ਨੇ ਆਪਣਾ ਬਣਾ ਲਿਆ ਵੀ ਮੈਂ ਸੁਪਰੀਮ ਆ। ਉਹਨਾਂ ਜੱਟ ਕਹਿੰਦਾ ਮੈਂ ਸਾਰਿਆਂ ਨੂੰ ਸੁਪਰੀਮ ਆ, ਫਿਰ ਤਖਾਣ ਕਹਿੰਦਾ ਮੈਂ ਚਮਾਰਾਂ ਤੇ ਚੂੜਿਆਂ ਨੂੰ ਸੁਪਰੀਮ ਆ, ਹਨਾ। ਚਮਾਰ ਕਹਿੰਦਾ ਮੈਂ ਚੂੜਿਆਂ ਨੂੰ ਸੁਪਰੀਮ ਆ। ਮਤਲਬ ਅਸੀਂ ਆਪਣੇ ਉਹਨਾਂ ਜਾਤਾਂ ਦੇ ਵਿੱਚ ਵੀ ਰੇਸਿਜ਼ਮ ਹੋਰ ਗਾਂ ਪੈਦਾ ਕਰ ਦਿੱਤਾ। ਜਿਹੜੇ ਅਸੀਂ ਪੈਰਾਂ 'ਚੋਂ ਜੰਮੇ ਸੀ ਬ੍ਰਾਹਮਣ ਦੇ ਹਿਸਾਬ ਨਾਲ, ਅਸੀਂ ਨਹੀਂ ਮੰਨਦੇ, ਗੁਰਬਾਣੀ ਨਹੀਂ ਮੰਨਦੀ, ਪਰ ਬ੍ਰਾਹਮਣ ਦੇ ਹਿਸਾਬ ਨਾਲ ਗੁਰੂ ਸਾਹਿਬ ਉਦੋਂ ਗੱਲ ਕਰ ਰਹੇ ਆ ਵੀ ਜਿਹੜੇ ਸੀ ਉਹਨਾਂ ਨੇ ਆਪਸ ਦੇ ਵਿੱਚ ਵੀ ਫਿਰ ਆਪਣੀਆਂ ਜਾਤਾਂ ਦੇ ਵਿੱਚ ਵੀ ਜੱਟਾਂ ਨੇ ਕਰਤਾ ਵੀ ਮੇਰਾ ਗੋਤ ਆ, ਮੈਂ ਸੁਪਰੀਮ ਆ, ਮੈਂ ਆਹ ਗੋਤ ਹੈ ਮੇਰਾ ਗੋਤ ਜ਼ਿਆਦਾ ਸੁਪਰੀਮ ਆ, ਆਹ ਤਾਂ ਰਾਜਪੂਤਾਂ ਦਾ ਗੋਤ ਆ, ਆਹ ਤਾਂ ਬੈਰਕ ਤਾਂ ਸ਼ੇਖੂਪੁਰੇ ਤੋਂ ਆਏ ਆ, ਆਹ ਜਿਹੜੇ ਇੱਧਰੋਂ ਆਏ ਆ, ਅਸੀਂ ਇੱਥੇ ਰਹੇ ਆ ਪੰਜਾਬ ਸ਼ੁਰੂ ਤੋਂ ਹੀ। ਸੋ ਗਾਂ ਉਹ ਚੱਲ ਪਿਆ ਸਿਸਟਮ। ਸੋ ਜਿਹੜਾ ਡਿਵੀਜ਼ਨ ਹੈ ਇਹ ਗਾਂ ਤੋਂ ਗਾਂ ਚੱਲਦੀ ਰਹਿੰਦੀ ਆ। ਹਾਂਜੀ ਭਾਜੀ, ਬਿਲਕੁਲ ਜੀ। ਔਰ ਸਿੱਖਾਂ ਨੂੰ ਜਦੋਂ ਆਪਾਂ ਕਿਉਂ ਕਹਿੰਦੇ ਸਿੱਖਾਂ ਦੇ ਵਿੱਚ ਜਾਤ ਪਾਤ ਨਹੀਂ ਆ, ਕਿਉਂ ਕਹਿੰਦੇ ਆ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਜਾ ਕੇ ਮੱਥਾ ਟੇਕਦੇ ਆ, ਸਾਰੇ ਸਿੱਖ ਟੇਕਦੇ ਆ, ਉੱਥੇ ਤੁਸੀਂ ਰਵਿਦਾਸ ਨੂੰ ਵੀ ਮੱਥਾ ਟੇਕ ਰਹੇ ਹੋ, ਇੱਕ ਚਮਾਰ ਨੂੰ, ਕਬੀਰ ਨੂੰ ਵੀ ਮੱਥਾ ਟੇਕ ਰਹੇ ਹੋ, ਇੱਕ ਜਲਾਹੇ ਨੂੰ, ਸੈਣ ਨੂੰ ਵੀ ਮੱਥਾ ਟੇਕ ਰਹੇ ਹੋ, ਤੇ ਸਦਨੇ ਨੂੰ ਵੀ ਮੱਥਾ ਟੇਕ ਰਹੇ ਹੋ ਤੁਸੀਂ ਉੱਥੇ ਬੈਠ ਕੇ, ਜਿਹਨੂੰ ਤੁਸੀਂ ਉੱਦਾਂ ਕਹਿਣਾ ਇਹ ਕਸਾਈ ਬੰਦਾ ਆ। ਇਹ ਕਸਾਈ ਦਾ ਬਹੁਤ ਥੱਲੇ ਵਾਲਾ ਗਿਣਿਆ ਜਾਂਦਾ। ਬਾਕੀ ਜਿਹੜੇ ਜਦੋਂ ਤੁਸੀਂ ਨਾਮਦੇਵ, ਤਰਲੋਚਨ, ਬਾਕੀਆਂ ਦੀ ਗੱਲ ਕਰੋਗੇ, ਉਹਨਾਂ ਨੂੰ ਵੀ ਬ੍ਰਾਹਮਣ ਛੋਟੀ ਜਾਤ ਦਾ ਹੀ ਸਮਝਦਾ ਸੀ। ਤਾਂ ਹੀ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਇੱਥੇ ਜਗ੍ਹਾ ਦਿੱਤੀ, ਕਿਸੇ ਹੋਰ ਗ੍ਰੰਥ 'ਚ ਬ੍ਰਾਹਮਣ ਨੇ ਜਗ੍ਹਾ ਨਹੀਂ ਦਿੱਤੀ। ਤੇ ਅਸੀਂ ਫਿਰ ਕਹਿੰਦੇ ਆ ਅਸੀਂ ਸੁਪਰੀਮ ਆ ਤੇ ਅਸੀਂ ਇਹ ਆ ਉਹ ਆ। ਮੈਂ ਤਾਂ ਤੁਹਾਨੂੰ ਗੱਲ ਦੱਸੀ ਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਦੇ ਵਿੱਚੋਂ ਇੱਕ ਆਪਾਂ ਬਾਲਾ ਸੰਧੂ ਜਿਹੜਾ ਕ੍ਰੀਏਟ ਕੀਤਾ ਹੋਇਆ ਕਰੈਕਟਰ ਆ, ਉਹਨੂੰ ਕੱਢ ਦਈਏ, ਪਾਸੇ ਰੱਖ ਦਈਏ, ਤੇ ਜਿਹਨੂੰ ਅੱਜ ਆਪਾਂ ਜੱਟ ਕਹਿੰਦੇ ਆ ਨਾ, ਉਹ ਬੁੱਢੇ ਰੰਧਾਵੇ ਤੋਂ ਬਿਨਾਂ ਹੋਰ ਕੋਈ ਨਹੀਂ ਆ। ਬਿਲਕੁਲ। ਬਾਕੀ ਤੁਸੀਂ ਜਿੰਨੇ ਵੀ ਲਓਗੇ ਨਾ, ਭਗੀਰਥ ਲੈ ਲਓ ਜਾਂ ਆਪਣਾ ਸ਼੍ਰੀਲੰਕਾ ਦਾ ਰਾਜਾ ਲੈ ਲਓ, ਜਾਂ ਜਿੰਨੇ ਵੀ ਗੁਰੂ ਨਾਨਕ ਪਾਤਸ਼ਾਹ ਦਾ, ਭਾਈ ਗੁਰਦਾਸ ਦੀ ਵਾਰ ਪੜ੍ਹ ਲਿਓ, ਜਿੰਨੇ ਵੀ ਨਾਂ ਜੁੜੇ ਹੋਏ ਆ, ਉਹ ਤਕਰੀਬਨ ਉਹਨਾਂ ਨੂੰ ਅੱਜ ਤੁਸੀਂ ਛੋਟੀ ਜਾਤ ਦੇ ਕਹਿੰਦੇ ਆ। ਮੈਂ ਉਦੋਂ ਵੀ ਗੱਲ ਕੀਤੀ ਸੀ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਤੁਹਾਡੇ ਕੋਲ ਸਿਰ ਮੰਗੇ ਸੀ ਤੇ ਉੱਥੇ ਉਹਨਾਂ ਨੇ ਇਹ ਨਹੀਂ ਸੀ ਕਿਹਾ ਵੀ ਭਾਈ ਦਇਆ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਤੁਹਾਡੀ ਜਾਤ ਕੀ ਆ, ਭਾਈ ਸਾਹਿਬ ਸਿੰਘ ਜੀ ਤੁਹਾਡੀ ਜਾਤ ਕੀ ਆ। ਉਹਨਾਂ ਨੇ ਇਹ ਨਹੀਂ ਸੀ ਪੁੱਛਿਆ। ਜੇ ਤਾਂ ਕਿਸੇ ਨੂੰ ਲੱਗਦਾ ਹੋਵੇ ਵੀ ਪੁੱਛਿਆ ਸੀਗਾ ਤੇ ਉਹ ਦੱਸਦੇ ਹੋ, ਉਹਨਾਂ ਨੇ ਸਿੱਖਾਂ ਦੇ ਸਿਰ ਮੰਗੇ ਸੀਗੇ। ਔਰ ਜਿਹੜੇ ਉੱਠ ਕੇ ਆਏ ਸੀ ਉਹ ਦੇਖ ਲਓ ਤੁਸੀਂ ਕੌਣ ਸੀਗੇ। ਉਹਦੇ ਵਿੱਚ ਜਿਹਨਾਂ ਨੂੰ ਤੁਸੀਂ ਛੋਟੀ ਜਾਤ ਦੇ ਕਹਿੰਦੇ ਆ ਉਹਨਾਂ ਦੀ ਮੈਜੋਰਟੀ ਆ, ਜਿਹਨੂੰ ਤੁਸੀਂ ਬ੍ਰਾਹਮਣ ਕਹਿੰਦੇ ਆ, ਪੰਡਤ ਕਹਿੰਦੇ ਆ, ਹਿੰਦੂ ਕਹਿੰਦੇ ਆ, ਉਹ ਵੀ ਹੈ, ਤੇ ਜਿਹਨੂੰ ਅੱਜ ਤੁਸੀਂ ਜੱਟ ਕਹਿੰਦੇ ਆ ਉਹ ਵੀ ਹੈ। ਇੰਨਾ ਵਧੀਆ ਸਾਡਾ ਐਗਜ਼ੈਂਪਲ ਹੋਵੇ ਜਿਹਦੇ ਉੱਤੇ ਨੀਂਹ ਰੱਖੀ ਗਈ ਹੋਵੇ ਸਿੱਖ ਧਰਮ ਦੀ, ਤੇ ਅਸੀਂ ਫਿਰ ਉਹ ਕੀਲਾ ਆਪਣੇ ਅੰਦਰੋਂ ਨਾ ਕੱਢੀਏ ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਆ। ਖੈਰ ਆਪਾਂ ਸ਼ਬਦਾਂ ਲਾਉਂਦੇ ਆ। ਹਾਂਜੀ ਭਾਜੀ, ਮੈਂ ਇੱਕ ਹੋਰ ਗੱਲ ਕਹਾਂ ਵੀ ਇਕੱਲਾ ਜਾਤ ਦੇ ਨਾਲ ਮਤਲਬ ਬ੍ਰਾਹਮਣਾਂ ਦੀ ਵੀ, ਜਿਹੜੇ ਭੱਟ ਆ ਸਾਰੇ ਬ੍ਰਾਹਮਣ ਆ। ਉਹ ਬਿਲਕੁਲ ਜਿੰਨੇ ਆਪਣੇ ਭੱਟ ਸਾਹਿਬਾਨ ਹੋਏ ਆ ਸਾਰੇ ਬ੍ਰਾਹਮਣ ਆ, ਉਹਨਾਂ ਦੀ ਬਾਣੀ ਵੀ ਦਰਜ ਹੈ। ਬਿਲਕੁਲ। ਸੋ ਸਾਹਿਬ ਨੇ ਕਿਸੇ ਨੂੰ ਬ੍ਰਾਹਮਣ ਤੋਂ ਲੈ ਕੇ ਜਿੱਥੋਂ ਸੋ ਕਾਲਡ ਅਖੌਤੀ ਸਮਾਜ ਉਸ ਟਾਈਮ ਜੋ ਕਹਿੰਦਾ ਸੀ, ਥੱਲੇ ਤੋਂ ਲੈ ਕੇ ਭਗਤ ਰਵਿਦਾਸ ਤੋਂ ਲੈ ਕੇ ਭਗਤ ਕਬੀਰ ਸਾਹਿਬ ਤੋਂ ਲੈ ਕੇ ਇਹ ਬਾਬਾ ਫਰੀਦ ਜਿਹੜਾ ਕਿ ਧਰਮੀ ਹੋ ਰਿਹਾ, ਜਿਹੜਾ ਮੁਸਲਮਾਨ ਧਰਮ ਚੋਂ ਆ ਰਿਹਾ ਆ, ਹਨਾ, ਬਾਬਾ ਸ਼ੇਖ ਫਰੀਦ, ਉਹਦੀ ਬਾਣੀ ਵੀ ਲੈ ਗਈ। ਸੋ ਇਹ ਸਾਰਿਆਂ ਦਾ ਸੰਗ੍ਰਹਿ ਇਕੱਠਾ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਬਣਾਇਆ ਆ, ਜਿਹੜਾ ਸੰਪੂਰਨ ਕੀਤਾ ਆ ਗੁਰੂ ਅਰਜਨ ਪਾਤਸ਼ਾਹ ਨੇ, ਇਹਦੇ ਚੋਂ ਸਾਨੂੰ ਇਹ ਸੋਚਣਾ ਚਾਹੀਦਾ ਜਦੋਂ ਅਸੀਂ ਮੱਥਾ ਟੇਕਦੇ ਹਾਂ, ਜਿੱਦਾਂ ਹੁਣ ਕਈ ਸਾਡੇ ਵੀਰ ਜਾਤਾਂ ਕਰਕੇ ਇਹਨੂੰ ਜੀ ਗੁਰੂ ਰਵਿਦਾਸ ਨਹੀਂ ਕਿਹਾ, ਜਾਂ ਕਬੀਰ ਪੰਥੀ ਕਹਿੰਦੇ ਜੀ ਗੁਰੂ ਕਬੀਰ ਸਾਹਿਬ ਨਹੀਂ ਕਿਹਾ। ਸੋ ਇੱਥੇ ਗੁਰੂ ਦਾ ਮਤਲਬ ਹੁੰਦਾ ਟੀਚਰ, ਤੇ ਸਾਡੇ ਜਿੰਨੇ 35 ਮਹਾਂਪੁਰਖ ਹੈ ਸਾਡੇ ਸਾਰੇ ਉਹ ਟੀਚਰ ਆ, ਜਿਨ੍ਹਾਂ ਦੀ
ਜਦੋਂ ਅਸੀਂ ਮੱਥਾ ਟੇਕਦੇ ਹਾਂ, ਅਸੀਂ ਮੱਥਾ ਟੇਕਣ ਵਾਲੇ ਇਹ ਤੋਂ ਸੋਚਦੇ ਹਾਂ ਵੀ ਮੈਂ ਮੱਥਾ ਗੁਰੂ ਅਰਜਨ ਪਾਤਸ਼ਾਹ ਨੂੰ ਟੇਕ ਰਿਹਾ, ਜਾਂ ਮੈਂ ਭਗਤ ਕਬੀਰ ਨੂੰ ਟੇਕ ਰਿਹਾ, ਜਾਂ ਮੈਂ ਭਗਤ ਰਵਿਦਾਸ ਨੂੰ ਟੇਕ ਰਿਹਾ। ਅਸੀਂ ਤਾਂ ਮੱਥਾ ਜਿਹੜੇ 35 ਮਹਾਂਪੁਰਖ ਆ ਉਹਨਾਂ ਸਾਰਿਆਂ ਨੂੰ ਮੱਥਾ ਟੇਕਦੇ ਹਾਂ ਵੀ ਸਾਡੀ ਆ ਜਿਹੜੀ ਮਾੜੀ ਮੱਤ ਆ, ਇਹ ਖਰਾਬ ਬੁੱਧੀ ਆ, ਇਹ ਖਤਮ ਕਰ ਦਿਓ। ਤੁਸੀਂ ਆਪਣਾ ਗਿਆਨ ਦੇ ਕੇ ਸਾਡੇ 'ਚ 35 ਮਹਾਂਪੁਰਖੋ ਆਪਣਾ ਗਿਆਨ ਜਿਹੜਾ ਸਾਡੇ ਦਿਮਾਗ ਦੇ ਵਿੱਚ ਆਵੇ ਤਾਂ ਅਸੀਂ ਗਾਂ ਜਾ ਕੇ ਹੋਰ ਤਰੱਕੀ ਕਰ ਸਕੀਏ, ਚੰਗੇ ਇਨਸਾਨ ਬਣ ਸਕੀਏ। ਹਾਂਜੀ ਭਾਜੀ। ਬਿਲਕੁਲ ਜੀ, ਕਹਿੰਦੇ ਚਾਰੇ ਵਰਣ ਆਖੇ ਸਭ ਕੋਈ, ਸਾਰੇ ਹਰ ਕੋਈ ਕਹਿੰਦਾ ਵੀ 4 ਵਰਣਾਂ 'ਚ ਬੰਦੇ ਬਣੇ ਹੋਏ, 4 'ਚ ਬਣੇ ਹੋਏ, ਪਰ ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਪਰ ਸਾਰੇ ਪੈਦਾ ਤਾਂ ਉਸ ਇੱਕ ਬਿੰਦ ਤੋਂ ਹੋਏ ਆ ਨਾ, ਉਸ ਇੱਕ ਜੋਤੀ ਤੋਂ ਹੋਏ ਆ। ਉਹਨੂੰ ਤੁਸੀਂ ਕੁਦਰਤ ਕਹਿ ਲਓ, ਰੱਬ ਕਹਿ ਲਓ, ਪ੍ਰਮਾਤਮਾ ਕਹਿ ਲਓ, ਜੋ ਵੀ ਤੁਸੀਂ ਨਾਮ ਦੇਣਾ ਤੁਹਾਡੀ ਖੁਸ਼ੀ ਆ ਉਹ ਦੇ ਲਓ। ਪਰ ਉਹਦੇ ਵਿੱਚੋਂ ਹੀ, ਕਿਉਂਕਿ ਬਾਣੀ ਵਿੱਚ ਇੱਕ ਵਾਰੀ ਨਹੀਂ ਬਹੁਤ ਵਾਰੀ ਆਇਆ ਕਿ 5 ਤੱਤ ਤੇ ਤਨ ਰਚਿਓ। ਉਹ ਤੁਹਾਡਾ ਵੀ ਜੇ 5 ਨਾਲ ਰਚਿਆ ਆ, ਜਿਹਨੂੰ ਤੁਸੀਂ ਸ਼ੂਦਰ ਕਹਿੰਦੇ, ਉਹਦਾ ਵੀ 5 ਤੱਤਾਂ ਨਾਲ ਹੀ ਰਚਿਆ ਹੋਇਆ। ਉਹਦਾ 4 ਤੋਂ ਨਹੀਂ ਬਣਿਆ, ਜਦੋਂ 3 ਤੋਂ ਨਹੀਂ ਬਣਿਆ, ਉਹਦਾ ਵੀ 5 ਤੱਤਾਂ ਤੋਂ ਹੀ ਬਣਿਆ। ਉਹਨਾਂ 5 ਤੱਤਾਂ ਤੋਂ ਹੀ ਬਣਿਆ ਜਿਨ੍ਹਾਂ ਤੋਂ ਤੁਹਾਡਾ ਬਣਿਆ ਹੈ। ਫਿਰ ਅੱਗੋਂ ਕਲੀਅਰ ਕਰਦੇ ਇੱਕ ਗੱਲ, ਕਹਿੰਦੇ ਮਾਟੀ ਏਕ ਸਗਲ ਸੰਸਾਰਾ। ਇੱਕੋ ਮਿੱਟੀ ਦੇ ਸਾਰੇ ਬਣੇ ਹੋਏ ਆ, ਕੋਈ ਵੱਖਰੀ ਵੱਖਰੀ ਮਿੱਟੀ ਦੇ ਨਹੀਂ ਬਣੇ ਹੋਏ। ਬਹੁ ਭਾਂਡੇ ਘੜੇ ਘੁਮਾਰਾ, ਜਿਵੇਂ ਘੁਮਿਆਰ ਬਹੁਤ ਸਾਰੇ ਭਾਂਡੇ ਘੜਦਾ, ਇੱਕ ਹੁੱਕਾ ਵੀ ਉਹ ਬਣਾਉਂਦਾ ਆ, ਤੇ ਇੱਕ ਬਹੁਤ ਸੋਹਣੀ ਸਰਾਹੀ ਵੀ ਉਹ ਬਣਾਉਂਦਾ ਆ, ਜਿਹਦੇ ਵਿੱਚ ਤੁਸੀਂ ਅੰਮ੍ਰਿਤ ਵੀ ਪਾਉਂਦੇ ਆ, ਤੇ ਹੁੱਕੇ ਦੇ ਵਿੱਚ ਤੁਸੀਂ ਤੰਬਾਕੂ ਵੀ ਪਾਉਂਦੇ ਆ। ਬਣਾਏ ਤਾਂ ਦੋਨੇ ਹੀ ਉਹਨੇ ਹੋਏ ਆ ਨਾ, ਘੁਮਿਆਰ ਨੇ ਉਸੇ ਮਿੱਟੀ ਦੇ ਬਣੇ ਆ, ਕੋਈ ਫਰਕ ਨਹੀਂ ਹੈ, ਸਿਰਫ ਬਣਾਉਣ ਵਾਲੇ ਦੀ ਉਹਦੇ ਉੱਤੇ ਆ। ਇੱਦਾਂ ਹੀ ਜਿਹੜੇ ਵੱਖਰੇ ਵੱਖਰੇ ਇਨਸਾਨ ਬਣੇ ਹੋਏ ਆ, ਜਿਨ੍ਹਾਂ ਨੂੰ ਅਸੀਂ ਨਾਮ ਦੇ ਦਿੱਤਾ ਜਾਤ ਕੁੱਲ ਦਾ। ਜੇ ਹੁਣ ਤੁਸੀਂ ਪਿੱਛੇ ਚੱਲ ਜਾਓ, 3000 ਸਾਲ, 4000, 5000 ਸਾਲ ਪਹਿਲਾਂ ਚੱਲ ਜਾਓ, ਮਿਸੋਪਟੋਮੀਆ ਦੀ ਸੱਭਿਅਤਾ ਦੇਖ ਲਓ, ਸਿੰਧੂ ਘਾਟੀ ਦੀ ਸੱਭਿਅਤਾ ਦੇਖ ਲਓ, ਉਹਦੇ ਵਿੱਚ ਤੁਹਾਨੂੰ ਇਹੋ ਜਿਹਾ ਕੁਝ ਨਹੀਂ ਮਿਲੂਗਾ ਵੀ ਕੋਈ ਹਿੰਦੂ ਸੀਗਾ ਤੇ ਕੋਈ ਉਹ ਸੀਗਾ। ਸ਼ਾਇਦ ਇਹੀ ਕਾਰਨ ਹੈ ਵੀ ਉਹਨਾਂ ਨੂੰ ਖਤਮ ਕਰਤਾ ਗਿਆ, ਮਾਇੰਡ ਨੂੰ ਖਤਮ ਕਰਤਾ ਗਿਆ, ਕਿਉਂਕਿ ਜਿਹੜੇ ਲੋਕਾਂ ਨੇ ਅੱਗੋਂ ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪਾਉਣੀਆਂ ਸੀ, ਉਹਨਾਂ ਨੂੰ ਸੂਟ ਨਹੀਂ ਸੀ ਬਹਿੰਦੇ ਵੀ ਇਹ ਸਾਰੇ ਬਰਾਬਰ ਕਿਵੇਂ ਆ। ਇਹ ਅਸੀਂ ਕ੍ਰੀਏਟ ਕੀਤੇ ਆ, ਨਹੀਂ ਤਾਂ ਪਹਿਲਾਂ ਦੁਨੀਆ ਦੇ ਉੱਤੇ ਇਹੋ ਜਿਹਾ ਕੁਝ ਨਹੀਂ ਸੀਗਾ। ਇਹ ਬੰਦੇ ਨੇ ਕ੍ਰੀਏਟ ਕੀਤੇ ਆ ਸਿਰਫ ਵੰਡੀਆਂ ਪਾਉਣ ਵਾਸਤੇ। ਔਰ ਜਿਨ੍ਹਾਂ ਕੰਟਰੀਆਂ 'ਚ ਜਿੰਨਾ ਘੱਟ ਆ, ਉਹ ਕੰਟਰੀ ਉਨਾ ਹੀ ਜ਼ਿਆਦਾ ਵਧੀਆ ਆ। ਮਾਟੀ ਏਕ ਸਗਲ ਸੰਸਾਰਾ, ਬਹੁ ਭਾਂਡੇ ਘੜੇ ਘੁਮਾਰਾ, 5 ਤੱਤ ਮਿਲ ਦੇਹੀ ਕਾ ਕਾਰਾ। ਉਹੀ ਗੱਲ ਫਿਰ ਆ ਗਈ, 5 ਤੱਤ ਤੇ ਤਨ ਰਚਿਓ। 5 ਤੱਤਾਂ ਦਾ ਕਹਿੰਦੇ ਬਣਿਆ ਹੋਇਆ, ਘੱਟ ਵੱਧ ਕੋ ਕਰੇ ਵਿਚਾਰਾ। ਕਹਿੰਦੇ ਕਿਸੇ 'ਚ ਵੱਧ ਤੇ ਕਿਸੇ 'ਚ ਘੱਟ ਤੱਤ। ਰੰਗ ਕਿਸੇ ਦਾ ਥੋੜ੍ਹਾ ਜਿਹਾ ਕਾਲਾ ਹੋ ਜਾਂਦਾ, ਕਿਸੇ ਦਾ ਕੱਦ ਥੋੜ੍ਹਾ ਜਿਹਾ ਛੋਟਾ ਰਹਿ ਜਾਂਦਾ। ਜਿਹੜੀ ਜਗਮੋਹਨ ਸਿੰਘ ਉਹਨਾਂ ਨੇ ਗੱਲ ਕੀਤੀ ਸੀ, ਕਿਸੇ ਦੀਆਂ ਅੱਖਾਂ ਥੋੜ੍ਹੀਆਂ ਜਿਹੀਆਂ ਛੋਟੀਆਂ ਰਹਿ ਜਾਂਦੀਆਂ, ਪਰ ਉਹਨੂੰ ਆਪਣੇ ਨੂੰ ਵੱਖਰਾ ਨਾ ਸਮਝ। ਜਿਵੇਂ ਭਾਂਡੇ ਘੁਮਿਆਰ ਬਣਾਉਂਦਾ, ਉਹਦੀ ਐਗਜ਼ਾਮਪਲ ਦਿੱਤੀ ਆ, ਕਿਸੇ ਨੂੰ ਮਿੱਟੀ ਵੱਧ ਲੱਗ ਗਈ, ਕਿਸੇ ਨੂੰ ਮਿੱਟੀ ਘੱਟ ਲੱਗ ਗਈ, ਬਣੇ ਉਹਨਾਂ ਤੱਤਾਂ ਦੇ ਹੀ ਹੋਏ ਆ। ਕਹਿਤ ਨਾਨਕ ਇਹ ਜੀਓ ਕਰਮ ਬੰਦ ਹੋਈ। ਕਹਿੰਦੇ ਬਣ ਤਾਂ ਗਿਆ, ਪਰ ਜਿਹੜਾ ਆਉਣ ਵਾਲਾ ਤੁਹਾਡਾ ਸਮਾਂ ਨਾ, ਜਿਹੜੇ ਤੂੰ ਕਰਮ ਕਰਨੇ ਆ ਉਹਨਾਂ ਦਾ ਵੱਜਾ ਹੋਇਆ। ਜੇ ਚੰਗੇ ਕਰਮ ਕਰੇਗਾ ਤਾਂ ਤੂੰ ਮੇਰੇ ਵਾਸਤੇ ਉੱਤਮ ਆ, ਤੇ ਜੇ ਮਾੜੇ ਕਰੇਗਾ ਮੇਰੇ ਵਾਸਤੇ ਮਾੜਾ ਆ। ਇਹਦੇ ਵਿੱਚ ਜਾਤ ਕੁੱਲ ਸਾਰਾ ਕੁਝ ਬਾਹਰ ਕਰਤਾ ਗੁਰੂ ਸਾਹਿਬ ਨੇ। ਕਹਿਤ ਨਾਨਕ ਇਹ ਜੀਓ ਕਰਮ ਬੰਦ ਹੋਈ, ਕਰਮਾਂ ਦਾ ਵੱਜਾ ਹੋਇਆ ਆ। ਜਿਹੜੇ ਕਰਮ ਕਰਨੇ ਆ ਉੱਦਾਂ ਤੈਨੂੰ ਰਿਜ਼ਲਟ ਮਿਲਣਾ। ਕਰਮੀ ਕਰਮੀ ਹੋਏ ਵਿਚਾਰ, ਤੇਰੇ ਕੀਤੇ ਹੋਏ ਕਰਮਾਂ ਨਾਲ ਤੇਰੀ ਵਿਚਾਰ ਬਣਨੀ ਆਉਣ ਵਾਲੀ ਜ਼ਿੰਦਗੀ ਦੀ। ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਕਰਮਾਂ ਤੇ ਮੈਂ ਰੁਕਣਾ ਚਾਹੂੰਗਾ ਕਿ ਕਰਮ ਦਾ ਮਤਲਬ ਹੈ ਇਹ ਨਹੀਂ ਵੀ ਪਿਛਲੇ ਜਨਮ 'ਚ ਕੀ ਕੀਤਾ। ਗੁਰਬਾਣੀ ਪਿਛਲਾ ਤੇ ਅਗਲੇ ਜਨਮ ਨੂੰ ਨਹੀਂ ਮੰਨਦੀ, ਗੁਰਬਾਣੀ ਇਸ ਪ੍ਰੈਜ਼ੈਂਟ 'ਚ ਮੰਨਦੀ ਆ। ਗੁਰੂ ਨਾਨਕ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਸਾਨੂੰ ਪ੍ਰੈਜ਼ੈਂਟ 'ਚ ਜਿਉਣਾ ਸਿਖਾਉਂਦੇ ਆ ਵੀ ਜਿਹੜਾ ਹੁਣ ਤੇਰਾ ਆ, ਅੱਜ ਮੈਂ ਜੋ ਕਰਨਾ ਆ ਉਹ ਮੇਰਾ ਕਰਮ ਆ। ਜੇ ਮੈਂ ਪ੍ਰੋਗਰਾਮ ਕਰਨ ਤੋਂ ਬਾਅਦ ਗੱਡੀ ਚਲਾਉਣ ਲੱਗਾ ਆ, ਜਿੱਥੇ 40 ਦੀ ਸਪੀਡ ਆ ਤੇ ਮੈਂ 80 ਤੇ ਜਾਂਦਾ ਆ, ਮੇਰਾ ਐਕਸੀਡੈਂਟ ਹੁੰਦਾ ਤੇ ਉਹ ਕਰਮ ਮੈਂ ਆਪ ਕੀਤਾ ਆ। ਉਹਦੇ ਵਿੱਚ ਮੈਂ ਰੱਬ ਨੂੰ ਦੋਸ਼ੀ ਨਹੀਂ ਲਾ ਸਕਦਾ। ਕਿ ਜਦੋਂ ਆਪਾਂ ਕਹਿ ਦਿੰਦੇ ਆ, ਜਿਹੜਾ ਆਪਾਂ ਜਿੰਨੀਆਂ ਗਲਤੀਆਂ ਕਰਦੇ ਆ, ਆਪਾਂ ਕਹਿ ਦਿੰਦੇ ਜੀ ਉਹ ਰੱਬ ਨੇ ਜਿੱਦਾਂ ਭਾਣਾ ਵਰਤਿਆ, ਰੱਬ ਨੇ ਜਿੱਦਾਂ ਕਿਹਾ ਉੱਦਾਂ ਹੋ ਗਿਆ। ਨਾ, ਇਹ ਤੁਸੀਂ ਆਪ ਉਸ ਨੂੰ ਸਹੇੜਦੇ ਉਹਨਾਂ ਚੀਜ਼ਾਂ ਨੂੰ। ਸੋ ਕਰਮ ਦੀ ਫਿਲਾਸਫੀ ਜਿਹੜੀ ਆ, ਕਿਤੇ ਇੱਥੇ ਵੀ ਆਪਾਂ ਗੱਲਬਾਤ ਖੁੱਲ੍ਹ ਕੇ ਕਰਮਾਂ ਤੇ ਵੀ ਕਰਾਂਗੇ, ਕਿਉਂਕਿ ਇਹ ਬਹੁਤ ਭੰਬਲ ਭੂਸਾ ਲੋਕਾਂ 'ਚ ਪਿਆ ਆ ਵੀ ਕਰਮ ਵਾਲਾ ਜੀ ਪਿਛਲੇ ਜਨਮ ਦੇ ਮਾੜੇ ਕਰਮ ਹੈ ਜੀ, ਅਗਲੇ ਜਨਮ ਦੇ ਮਾੜੇ ਕਰਮ ਆ। ਸੋ ਇਹਨਾਂ ਚੱਕਰ 'ਚ ਵੀ ਅਸੀਂ ਕਿਸੇ ਕਰਮ ਫਿਲਾਸਫੀ ਤੇ ਵੀ ਆਪਾਂ ਕਿਸੇ ਦਿਨ ਲਿਆ ਕੇ ਕਿਸੇ ਸੁਹਿਰਦ ਬੰਦੇ ਨੂੰ, ਜਿਹਨੂੰ ਗਿਆਨ ਹੋਵੇ ਪੂਰੇ ਕਰਮ ਫਿਲਾਸਫੀ ਬਾਰੇ, ਕਿੰਨੇ ਪ੍ਰਕਾਰ ਦੇ ਕਰਮ ਆ,
ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਤੇ ਸੋ ਕਰਮਾਂ ਦੇ ਵੀ ਕਈ ਵਾਰੀ ਵੀ ਭੰਬੜ ਭੂਸੇ 'ਚ ਪੈਂਦੇ ਵੀ ਕਰਮ ਖਰੇ ਪਿਛਲੇ ਕਰਮਾਂ ਕਰਕੇ ਹੀ ਸਾਡਾ ਏਦਾਂ ਹੋ ਗਿਆ। ਹਾਂਜੀ ਭਾਜੀ। ਬਿਲਕੁਲ ਜੀ, ਥੋੜੀ ਜਿਹੀ ਵਿਚਾਰ ਆਪਾਂ ਕਰ ਹੀ ਲੈਂਦੇ ਆ। ਆਪਾਂ ਹਾਂਜੀ। ਪਿਛਲੇ ਪ੍ਰੋਗਰਾਮ 'ਚ ਵੀ ਕੀਤੀ ਸੀ ਕਿ ਜਪਜੀ ਸਾਹਿਬ ਨੂੰ ਬਾਰ-ਬਾਰ ਹਰ ਰੋਜ਼ ਪੜ੍ਹਨ ਬਾਰੇ ਕਹਿਣ ਦਾ ਕਾਰਨ ਹੀ ਇਹ ਸੀ ਕਿ ਉਹਦੇ ਵਿੱਚ ਬਹੁਤ ਸਾਰੇ ਸਿਧਾਂਤ ਤੁਹਾਡੇ ਸਪਸ਼ਟ ਹੋ ਜਾਂਦੇ ਆ। ਔਰ ਜਿਹੜੀ ਕਰਮ ਫਿਲਾਸਫੀ ਦੀ ਗੱਲ ਜਗਮੋਹਨ ਸਿੰਘ ਉਹਨਾਂ ਨੇ ਕੀਤੀ ਆ, ਮੈਂ ਬਹੁਤ ਸਾਲ ਪਹਿਲਾਂ 8-10 ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ, ਉਹਦਾ ਨਾਂ ਹੀ ਇਹ ਸੀ ਕਰਮ ਫਿਲਾਸਫੀ। ਹਾਂਜੀ। ਤੇ ਉਹਦੇ ਵਿੱਚ ਖੰਡਾਂ ਦਾ ਹੀ ਜ਼ਿਕਰ ਕੀਤਾ ਸੀ ਕਿ ਜਦੋਂ ਗੁਰੂ ਸਾਹਿਬ ਕਹਿੰਦੇ ਆ ਨਾ, ਰਾਤੀ ਰੁੱਤੀ ਥਿੱਤੀ ਵਾਰ, ਜਿੱਥੋਂ ਖੰਡ ਸ਼ੁਰੂ ਹੁੰਦੇ ਆ, ਪਵਨ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੋਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਉਹ ਆਹੀ ਗੱਲ ਕਰ ਰਹੇ ਜਿਹੜੀ ਆਪਾਂ ਕਰ ਰਹੇ ਹਾਂ ਵੀ ਉਹਨਾਂ ਨੇ ਇੱਕ ਕੁਦਰਤ ਨੇ ਤੁਹਾਨੂੰ ਸਿਸਟਮ ਬਣਾ ਕੇ ਦੇ ਦਿੱਤਾ। ਰਾਤੀ ਰੁੱਤੀ ਥਿੱਤੀ ਵਾਰ, ਰਾਤਾਂ ਬਣ ਗਈਆਂ, ਦਿਨ ਬਣ ਗਏ, ਦਿਹਾੜੀਆਂ ਬਣ ਗਈਆਂ, ਵਾਰ ਬਣ ਗਏ, ਪਵਨ ਪਾਣੀ ਅਗਨੀ ਪਤਾਲ, ਉਹਦੇ ਵਿੱਚ ਆ ਤੱਤ ਪਾਤੇ ਸਾਰੇ ਜਿਹੜੇ ਤੁਹਾਨੂੰ ਜ਼ਰੂਰਤ ਸੀਗੀ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, 5 ਤੱਤ ਆ ਗਏ। ਧਰਤੀ ਬਣਾਤੀ ਧਰਮ ਕਮਾਉਣ ਦਾ ਥਾਂ, ਜਗ੍ਹਾ। ਧਰਮ ਦੀ ਆਪਾਂ ਡੈਫੀਨੇਸ਼ਨ ਬਹੁਤ ਵਾਰੀ ਕਰ ਚੁੱਕੇ ਆ, ਫਰਜ਼ਾਂ ਦੀ ਪਹਿਚਾਣ, ਜਿੱਥੇ ਤੁਸੀਂ ਆਪਣੀ ਫਰਜ਼ਾਂ ਦੀ ਪਹਿਚਾਣ ਕਰਕੇ ਜ਼ਿੰਦਗੀ ਜਿਉਣੀ ਸੀ। ਤਿਸ ਵਿੱਚ ਜੀ ਜੋਤ ਕੇ ਰੰਗ, ਭਾਟੀ ਭਾਟੀ, ਜਿਹੜੀ ਹੁਣ ਆਪਾਂ ਗੱਲ ਕੀਤੀ, ਬਹੁ ਬਿੱਧ ਭਾਂਡੇ ਘੜੇ ਘੁਮਾਰਾ, ਵੱਖਰੇ ਵੱਖਰੇ ਤਰ੍ਹਾਂ ਦੇ ਇਨਸਾਨ ਪੈਦਾ ਕਰਤੇ ਆ। ਤਿਨਕੇ ਨਾਮ ਅਨੇਕ ਅਨੰਤ, ਉਹਦੇ ਨਾਂ ਅਸੀਂ ਵੱਖਰੇ ਵੱਖਰੇ ਰੱਖ ਲਏ। ਤੂੰ ਚਮਾਰ ਆ, ਤੂੰ ਚੂੜਾ ਆ, ਤੂੰ ਤਖਾਣ ਆ, ਤੂੰ ਲੁਹਾਰ ਆ, ਤੂੰ ਜੱਟ ਆ, ਉਹ ਅਸੀਂ ਰੱਖੇ। ਤਿਨਕੇ ਨਾਮ ਅਨੇਕ ਅਨੰਤ, ਬਹੁਤ ਸਾਰੇ ਰੱਖਤੇ। ਪਰ ਗੱਲ ਜਿਹੜੀ ਫਿਰ ਜਿਹੜੀ ਹੁਣ ਇੱਥੇ ਗੁਰੂ ਸਾਹਿਬ ਨੇ ਕੀਤੀ ਆ ਕਿ ਕਹਿਤ ਨਾਨਕ ਜੀਓ ਕਰਮਬੰਦ ਹੋਈ, ਉੱਥੇ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਤੇਰਾ ਨਿਬੇੜਾ ਹੋਣਾ ਹੈ। ਪਰ ਉੱਥੇ ਇੱਕ ਸ਼ਰਤ ਰੱਖਤੀ ਆ, ਸੱਚਾ ਆਪ ਸੱਚਾ ਦਰਬਾਰ। ਜਿਹੜਾ ਉਹ ਰਿਜ਼ਲਟ ਆ ਉਹ ਅਟਲ ਆ, ਉਹ ਫੈਸਲਾ ਅਟਲ ਆ। ਜੇ ਚੰਗੇ ਕਰਮ ਕਰੇਗਾ ਉਹਦਾ ਫੈਸਲਾ ਚੰਗਾ ਆ, ਜੇ ਮਾੜੇ ਕਰੇਗਾ ਤੇ ਉਹਦਾ ਮਾੜਾ ਹੈ। ਸੋ ਇਹ ਜਦੋਂ ਗੱਲ ਕੀਤੀ ਨਾ, ਤਿੱਥੇ ਸੋਣ ਪੰਜ ਪ੍ਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਨਦਰੀ ਕਰਮ ਪਵੇ ਨਿਸ਼ਾਨ, ਫਿਰ ਤੇਰੇ ਕੀਤੇ ਹੋਏ ਕਰਮਾਂ ਦੁਆਰਾ ਤੇਰੇ ਮੱਥੇ ਤੇ ਨਿਸ਼ਾਨ ਚਮਕਣਾ ਵੀ ਤੂੰ ਚੰਗਾ ਆ ਜਾਂ ਮਾੜਾ ਆ। ਕੱਚ ਪਕਾਈ ਉੱਥੇ ਪਾਏ, ਕੱਚਾ ਪੱਕਾ ਉੱਥੇ ਪਤਾ ਲੱਗ ਜਾਣਾ। ਨਾਨਕ ਗਿਆ ਜਾਪੇ ਜਾਏ। ਹੁਣ ਇਹ ਹੈਗਾ ਸਿਰਫ ਧਰਮਖੰਡ। ਉਸ ਤੋਂ ਬਾਅਦ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਧਰਮਖੰਡ ਤੋਂ ਹੀ ਅਸੀਂ ਕਹਿੰਦੇ ਆ ਵੀ ਹਾਏ ਧਰਮੀ ਬਣ ਗਿਆ ਬੰਦਾ, ਵੀ ਇਹ ਖਤਮ ਆ, ਬਸ ਇਹ ਲਾਸਟ ਸਟੇਜ ਆ। ਇਹ ਤਾਂ ਸ਼ੁਰੂਆਤ ਆ ਸਿੱਖੀ ਦੀ, ਧਰਮਖੰਡ। ਉਸ ਤੋਂ ਬਾਅਦ ਗਿਆਨ ਖੰਡ, ਗਿਆਨ ਲੈ, ਹੁਣ ਪੜ੍ਹਨਾ ਸ਼ੁਰੂ ਕਰ ਲਾ। ਧਰਮੀ ਬਣ ਗਿਆ, ਤੂੰ ਸਮਝ ਆ ਗਈ ਤੇਰੇ ਫਰਜ਼ ਕੀ ਆ, ਉਹਨਾਂ ਬਾਰੇ ਪੜ੍ਹਨਾ ਸ਼ੁਰੂ ਕਰ ਵੀ ਮੈਂ ਇਹਨਾਂ ਨੂੰ ਕਮਾਉਣਾ ਕਿਵੇਂ ਆ, ਫਰਜ਼ਾਂ ਨੂੰ ਕਮਾਉਣਾ। ਉਹ ਹੈਗਾ ਤੁਹਾਡਾ ਗਿਆਨ ਖੰਡ। ਉਸ ਤੋਂ ਬਾਅਦ ਸਰਮਖੰਡ, ਮਿਹਨਤ ਵਾਲਾ ਅਵਸਥਾ, ਉੱਤੇ ਮਿਹਨਤ ਕਰ। ਹੁਣ ਤੈਨੂੰ ਪਤਾ ਲੱਗ ਗਿਆ ਵੀ ਆਹ ਸਹੀ ਆ, ਆਹ ਗਲਤ ਆ, ਸਹੀ ਦੇ ਉੱਤੇ ਮਿਹਨਤ ਕਰਨੀ ਸ਼ੁਰੂ ਕਰਦੇ, ਆਪਣੇ ਉਹਨੂੰ ਬਦਲਣਾ ਸ਼ੁਰੂ ਕਰਦੇ। ਉਹਦੇ ਨਾਲ ਕੀ ਹੋਊਗਾ, ਤੂੰ ਅਗਲੀ ਸਟੇਜ 'ਤੇ ਚੱਲ ਜਾਏਗਾ। ਜਦੋਂ ਤੂੰ ਸ਼ਰਮ ਕਰ ਲਈ, ਮਿਹਨਤ ਕਰ ਲਈ, ਫਿਰ ਕਰਮਖੰਡ ਆ। ਅਸੀਂ ਸਿੱਧਾ ਹੀ ਭਾਲਦੇ ਹਾਂ ਕਰਮ। ਜਦੋਂ ਕਰਮਖੰਡ ਆ ਗਿਆ, ਅੱਗੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਫਿਰ ਸੱਚਖੰਡ ਆ ਤੇਰਾ, ਇੱਥੇ ਬਣ ਜਾਣਾ ਸੱਚਖੰਡ। ਸੋ ਆਹ ਜਿਹੜੇ ਸ਼ਬਦ ਦੀ ਵਿਚਾਰ ਆ, ਇਹੀ 5 ਖੰਡਾਂ ਦੀ ਵਿਚਾਰ ਆ। ਬਿਲਕੁਲ। ਕਹੋ ਨਾਨਕ ਇਹ ਜੀਓ ਕਰਮ ਬੰਦ ਹੋਈ, ਕਰਮਾਂ ਦਾ ਬੱਝਾ ਹੋਇਆ ਆ। ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਸੱਚੇ ਗੁਰੂ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ ਤੈਨੂੰ ਮੁਕਤੀ ਨਹੀਂ ਮਿਲਣੀ। ਸੱਚੇ ਗੁਰੂ ਤੋਂ ਵੀ ਅਸੀਂ ਕਨਫਿਊਜ਼ ਹੋਏ ਨੇ ਕਈ ਵਾਰੀ ਵੀ ਭਾਈ ਸੱਚਾ ਗੁਰੂ ਸ਼ਾਇਦ ਬਾਬਾ ਹੀ ਆ ਕੋਈ ਜਿਹੜਾ ਸੱਚਾ ਗੁਰੂ ਆ। ਨਹੀਂ, ਸੱਚਾ ਗੁਰੂ ਮਤਲਬ ਸੱਚਾ ਗਿਆਨ, ਸਹੀ ਗਿਆਨ, ਗੁਰੂ ਦਾ ਗਿਆਨ। ਜਦੋਂ ਤੈਨੂੰ ਉਹ ਮਿਲ ਗਿਆ ਤੇ ਤੈਨੂੰ ਵਿਕਾਰਾਂ ਤੋਂ ਮੁਕਤੀ ਮਿਲ ਜਾਣੀ ਆ। ਇਹ ਆਪਣਾ ਸ਼ਬਦ ਸੀਗਾ ਜਿਹੜਾ ਇੰਨੇ ਸ਼ਬਦ ਪੜ੍ਹ ਕੇ, ਇੰਨਾ ਸਮਝ ਕੇ ਵੀ ਜਾਤ ਪਾਤ ਤੋਂ ਨਹੀਂ ਨਿਕਲ ਸਕਿਆ। ਜਿਹਨੂੰ ਇਹ ਗੱਲ ਸਮਝ ਨਹੀਂ ਆਈ ਕਿ ਗੁਰੂ ਸਾਹਿਬ ਨੇ ਬਰਾਬਰ ਦੇ ਉੱਤੇ ਕਿਉਂ ਜਗ੍ਹਾ ਦਿੱਤੀ ਆ। 35 ਮਹਾਂਪੁਰਸ਼ ਇੱਕ ਬਰਾਬਰ ਆ, ਉਹਨਾਂ 'ਚ ਕੋਈ ਘੱਟ ਵੱਧ ਨਹੀਂ ਆ, ਕੋਈ ਛੋਟਾ ਵੱਡਾ ਨਹੀਂ ਆ। ਉਹ ਕਦੇ ਵੀ ਨਹੀਂ ਸਮਝ ਸਕਦਾ। ਫਿਰ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਜੇ ਹੁਣ ਆਪਾਂ ਇਤਿਹਾਸ 'ਚੋਂ ਐਗਜ਼ੈਂਪਲਾਂ ਲੈਣ ਲੱਗ ਪਈਏ, ਜਿਨ੍ਹਾਂ ਨੂੰ ਅੱਜ ਸਭ ਤੋਂ ਜ਼ਿਆਦਾ ਕੱਟੜਪੰਥੀ ਕਿਹਾ ਜਾਂਦਾ ਆ, ਕੱਟੜ ਬੰਦੇ, ਕੱਟੜ ਸਿੱਖੀ ਦੇ ਕੌਣ ਹੈ? ਤੁਹਾਡੇ ਦਿਮਾਗ 'ਚ 2 ਹੀ ਨਾਂ ਆਉਂਦੇ, ਇੱਕ ਟਕਸਾਲੀਏ ਤੇ ਇੱਕ ਖੰਡ ਕੀਰਤਨੀਏ, ਵੀ ਇਹ ਕੱਟੜ ਆ ਜੀ। ਹੁਣ ਆਪਾਂ ਟਕਸਾਲੀਆਂ ਦੀ ਗੱਲ ਕਰਦੇ ਹਾਂ। ਇਹਨਾਂ ਦਾ ਮਾਈਂਡ ਨਹੀਂ ਸੈੱਟ ਹੁੰਦਾ ਵੀ ਇਹ ਟਕਸਾਲ ਕਿੱਥੋਂ ਸ਼ੁਰੂ ਹੋਈ ਸੀ। ਕਿਉਂਕਿ ਜੇ ਭਾਈ ਮਨੀ ਸਿੰਘ ਕਹਿੰਦੇ ਆ ਤੇ ਭਾਈ ਮਨੀ ਸਿੰਘ ਨੂੰ ਫਿਰ ਇਹਨਾਂ ਨੂੰ ਛੋਟੀ ਜਾਤ ਵਾਲਾ ਕਹਿਣਾ ਪੈਣਾ। ਭਾਈ ਮਨੀ ਸਿੰਘ ਕੌਣ ਸੀ? ਫਿਰ ਇਹ ਸਵਾਲ ਲੈਣਾ ਵੀ ਉਹ ਜੱਟ ਸੀਗਾ? ਨਹੀਂ, ਇਹ ਕਹਿੰਦੇ ਨਹੀਂ ਜੀ ਨਹੀਂ, ਸਾਡੀ ਸ਼ੁਰੂਆਤ ਉੱਥੋਂ ਨਹੀਂ ਹੋਈ ਜੀ, ਸਾਡੀ ਤਾਂ ਬਾਬਾ ਦੀਪ ਸਿੰਘ ਤੋਂ ਹੋਈ ਆ, ਉਹ ਜੱਟ ਸੀਗਾ। ਇਹ ਮਾਈਂਡ ਨਹੀਂ ਸੈੱਟ ਕਰ ਪਾ ਰਹੇ।
ਹੁਣ ਗੁਰੂ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਸੰਭਾਲਿਆ, ਜਿਹਨਾਂ ਦੀ ਪੋਥੀਆਂ ਬਣਾਈਆਂ ਭਾਈ ਮਨੀ ਸਿੰਘ ਨੇ ਬਣਾਈਆਂ, ਸਭ ਤੋਂ ਜ਼ਿਆਦਾ ਸ਼ਹੀਦੀਆਂ ਮਨੀ ਸਿੰਘ ਦੇ ਪਰਿਵਾਰ ਨੇ ਦਿੱਤੀਆਂ। ਮਨੀ ਸਿੰਘ ਦੇ ਪਰਿਵਾਰ ਦੀਆਂ। ਤੇ ਅੱਜ ਜੇ ਅਸੀਂ ਗੱਲ ਕਰੀਏ ਵੀ ਮਨੀ ਸਿੰਘ ਜਿਹੜੀ ਕੌਮ, ਜਿਹੜੀ ਕੁੱਲ ਦੇ ਨਾਲ ਸੰਬੰਧਿਤ ਸੀਗਾ, ਸ਼ਿਕਲੀਗਰ ਉਹਨਾਂ ਨੂੰ ਹੀ ਕਿੱਥੇ ਸਿੱਟਿਆ ਹੋਇਆ ਹੈ। ਜੇ ਅਸੀਂ ਉਹ ਸਾਰੇ ਆਪਾਂ ਪੂਰਾ ਪ੍ਰੋਗਰਾਮ ਕੀਤਾ ਸੀ, ਲੱਖੀ ਸ਼ਾਹ ਵਣਜਾਰੇ ਦੀ ਗੱਲ ਕਰ ਲਈਏ, ਭਾਈ ਮਣੀ ਸਿੰਘ ਦੀ ਗੱਲ ਕਰ ਲਈਏ, ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰ ਲਈਏ, ਮੱਖਣ ਸ਼ਾਹ ਲਵਾਣਾ ਬਾਰੇ ਗੱਲ ਕਰ ਲਈਏ, ਮੱਖਣ ਸ਼ਾਹ ਲਵਾਣੇ ਬਾਰੇ ਗੱਲ ਕਰ ਲਈਏ, ਜਿਹੜੇ ਸਿੱਖਾਂ ਨੇ ਉਦੋਂ ਤੁਹਾਡਾ ਸਾਥ ਦਿੱਤਾ, ਜਿਨ੍ਹਾਂ ਨੇ ਸਿੱਖੀ ਨੂੰ ਅੱਗੇ ਤੋਰਿਆ, ਉਹਨਾਂ ਨੂੰ ਤੁਸੀਂ ਛੋਟੀ ਜਾਤ ਵਾਲੇ ਕਹਿ ਕੇ ਬੈਠਾ, ਤੂੰ ਲਵਾਣਾ ਓਏ ਪਰੇ ਹੋ ਜਾ। ਐ ਨਹੀਂ ਕਹਿੰਦੇ ਅਸੀਂ ਮੈਂ ਜੱਟ ਆ, ਮੈਂ ਅੱਗੇ ਹੋ ਕੇ। ਭਾਈ ਇਤਿਹਾਸ ਚੋਂ ਲੱਭੋ ਤਾਂ ਸਹੀ ਵੀ ਆਪਾਂ ਕੀ ਕੀਤਾ ਆ। ਕ੍ਰੀਏਟ ਨਾ ਕਰੋ, ਨਵਾਂ ਇਤਿਹਾਸ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਇਹ ਕੁਛ ਤਾਂ ਬਾਲਾ ਸੰਧੂ ਨੇ ਸਭ ਕੁਝ ਕਰਤਾ। ਇਹ ਕੁਛ ਤਾਂ ਗੁਰੂਆਂ ਦੇ ਪਰਿਵਾਰਾਂ ਨੇ ਕੀਤਾ। ਬਾਬਾ ਵਿਨੋਦ ਸਿੰਘ ਹੁਣਾਂ ਨੇ ਬੰਦਾ ਸਿੰਘ ਬਹਾਦਰ ਦਾ, ਬਿਲਕੁਲ ਬਾਬਾ ਬਹਾਦਰ ਦਾ ਵਿਰੋਧ ਹੀ ਇਸ ਕਰਕੇ ਕੀਤਾ ਕਿ ਉਹ ਸਾਊਥ ਚੋਂ ਆਏ, ਦੱਖਣ ਚੋਂ ਆਏ ਆ ਜੀ। ਇਹ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਕਹੀਦਾ, ਜੇ ਕੋਈ ਵਿਚਾਰਾ ਪ੍ਰਵਾਸੀ ਮਜ਼ਦੂਰ, ਜਿਹਨੂੰ ਆਪਾਂ ਭਈਆ ਦਾ ਮਤਲਬ ਹੁੰਦਾ ਭਰਾ। ਅਸਲੀ ਚ ਸਾਡੇ ਦੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਭਈਆ ਦਾ ਮਤਲਬ ਕੀ ਹੁੰਦਾ। ਜੋ ਕਿਸੇ ਨੂੰ ਭਈਆ ਕਹਿ ਦੋ ਤਾਂ ਅਗਲਾ ਗੁੱਸਾ ਕਰਦਾ, ਮੈਨੂੰ ਭਈਆ ਕਹਿਤਾ। ਭਈਆ ਦਾ ਮਤਲਬ ਹੁੰਦਾ ਭਰਾ ਹਿੰਦੀ ਦੇ ਵਿੱਚ, ਵੀ ਭਈਆ ਮਤਲਬ ਭਰਾ ਆਇਆ ਸਾਡੇ ਨਾਲ ਕੰਮ ਕਰਨ ਵਾਸਤੇ। ਤੇ ਜੇ ਕੱਲ੍ਹ ਨੂੰ ਉਹ ਸਿੱਖ ਬਣ ਜਾਂਦਾ ਤੇ ਉਹ ਜੇ ਪਿੰਡ ਦੇ ਗੁਰਦੁਆਰਾ ਦਾ ਪ੍ਰਧਾਨ ਬਣਨਾ ਚਾਹੇ, ਸਾਡੇ ਲੋਕ ਬਰਦਾਸ਼ਤ ਕਰਨਗੇ? ਕਦੇ ਵੀ ਨਹੀਂ ਕਹਿਣਗੇ ਭਈਆ ਇਹ ਸਿੱਖ ਬਣ ਕੇ ਕਿੱਦਾਂ ਪ੍ਰਧਾਨ ਬਣ ਜੂ। ਚਾਹੇ ਉਹ ਸਭ ਤੋਂ ਵੱਧ ਪਾਠ ਕਰਦਾ ਹੋਵੇ, ਚਾਹੇ ਉਹਦੀ ਸਭ ਤੋਂ ਵੱਧ ਮਤਲਬ ਚੰਗੇ ਕੰਮ ਕਰਨ 'ਚ ਪ੍ਰਾਪਤੀ ਹੋਵੇ, ਪਰ ਇਹੀ ਪ੍ਰੋਬਲਮ ਆ ਜਿਹੜੀਆਂ ਸਾਡੇ ਧਰਮ ਦੇ ਵਿੱਚੋਂ ਨਹੀਂ ਜਾਂਦੀਆਂ। ਇੱਥੇ ਹਾਲਾਤ ਵੀ ਇਹ ਆ। ਹੁਣ ਮਨਜਿੰਦਰ ਸਿੰਘ ਸਿਰਸਾ ਦਾ ਜਿਹੜਾ ਟੈਸਟ ਆਇਆ ਸਾਰਿਆਂ ਦੇ ਸਾਹਮਣੇ, ਇੱਥੇ ਗੱਲ ਕਰਨੀ ਜ਼ਰੂਰੀ ਆ। ਮਨਜਿੰਦਰ ਸਿੰਘ ਸਿਰਸਾ ਨੇ ਕੀ ਕੱਢੀ ਘੋੜੀ ਆ। ਇਹ ਸਾਡੇ ਜੀ ਪ੍ਰਧਾਨ ਰਹੇ ਆ 4 ਸਾਲ ਦਿੱਲੀ ਕਮੇਟੀ ਦੇ। 4 ਸਾਲ 8 ਸਾਲ 4 ਸਾਲ ਰਾਈਟ, ਜ਼ਿਆਦਾ 4 ਸਾਲ ਤੋਂ 4 ਪਹਿਲੀ ਵਾਰ, ਫਿਰ 8 ਸਾਲ ਹੋ ਗਏ। 8 ਸਾਲ ਪ੍ਰਧਾਨ ਰਹੇ ਆ। ਜਿਹੜਾ ਬੰਦਾ ਇਸ ਰੁਤਬੇ ਤੇ ਬੈਠਾ, ਮੇਰਾ ਖਿਆਲ ਆ ਉਹ ਬੰਦਾ ਰੋਜ਼ ਕਵੇ ਨਾ, ਹਫ਼ਤੇ 'ਚ 2 ਦਿਨ ਵੀ ਕਵੇ ਕਿਸੇ ਗ੍ਰੰਥੀ, ਕਿਸੇ ਭਾਈ ਨੂੰ, ਕਿਉਂਕਿ ਉਹਨਾਂ ਦੀ ਡਿਊਟੀ ਸਾਰੀ ਉੱਥੇ ਗੁਰਦੁਆਰੇ 'ਚ ਲੱਗੀ ਆ, ਵੀ ਯਾਰ 2 ਘੰਟੇ ਆ ਕੇ ਮੈਨੂੰ ਗੁਰਮਤਿ ਦੀ ਟਿਊਸ਼ਨ ਹੀ ਦੇ ਦਿਆ ਕਰ, ਮੈਨੂੰ ਸੰਥਿਆ ਹੀ ਸਿਖਾ ਦੇ ਗੁਰਬਾਣੀ ਦੀ। ਤੋ ਸਾਡੇ ਪ੍ਰਧਾਨ ਦਾ ਇਹ ਹਾਲ ਹੈ, ਉਹਨਾਂ ਦਾ ਤਾਂ ਇਹ ਹਾਲ ਹੈ ਵੀ ਪੈਸੇ ਕਿੱਧਰੋਂ ਗੋਲਕ 'ਚੋਂ ਖਾਣੇ ਆ, ਕਿੱਧਰੋਂ ਅਸੀਂ ਘਪਲਾ ਮਾਰਨਾ ਆ, ਉਹ ਆ। ਤੇ ਟੈਸਟ ਲਿਆ, ਹੁਣ ਸਾਰਿਆਂ ਸਾਹਮਣੇ ਕਿਰਕਰੀ ਹੋਈ ਆ, ਬੇਇੱਜ਼ਤੀ ਹੋਈ ਆ, ਬੇਇੱਜ਼ਤ ਹੋਣਾ ਵਾਲਾ। ਮੈਂ ਇਹ ਪੈਮਾਨਾ ਜੀ ਸ਼੍ਰੋਮਣੀ ਕਮੇਟੀ ਤੇ ਲਾਓ ਤੇ ਬਹੁਤ ਸਾਰੇ ਲੋਕ ਇੱਦਾਂ ਦੇ ਹੋਣੇ ਸ਼੍ਰੋਮਣੀ ਕਮੇਟੀ 'ਚ ਜਿਹਨਾਂ ਨੂੰ 5 ਪੌੜੀਆਂ ਦਾ ਪਾਠ ਵੀ ਨਹੀਂ ਆਉਂਦਾ ਹੋਣਾ, ਜਿਹਨਾਂ ਕੋਲ ਲਿਖ ਕੇ ਵੀ ਨਹੀਂ ਦਿਖਾ ਸਕਦੇ ਹੋਣੇ। ਠੀਕ ਹੈ ਨਾ। ਸੋ ਇਹ ਹਾਲਾਤ ਆ ਸਾਡੇ। ਤਰਲੋਚਨ ਸਿੰਘ ਦਪਾਲਪੁਰ ਹੁਣਾਂ ਨੇ ਕੱਲ੍ਹ ਇੱਕ ਆਰਟੀਕਲ ਲਿਖਿਆ ਸੀ, ਕਹਿੰਦੇ ਵੀ ਕੋਈ ਹੁਸ਼ਿਆਰਪੁਰ ਦਾ ਜਥੇਦਾਰ ਸੀ, ਮੇਰੇ ਖਿਆਲ ਫਗਵਾੜੇ ਦਾ, ਉਹ ਗਿਆ ਤੇ ਉਹਨੂੰ ਟੌੜਾ ਸਾਹਿਬ ਕਹਿੰਦੇ ਮੋਰਿਓ ਵੀ ਤੂੰ ਗੁਰਬਾਣੀ ਪੜ੍ਹ ਕੇ ਸੁਣਾ, ਜਪਜੀ ਸਾਹਿਬ ਪੜ੍ਹ ਲੈਣਾ ਤੂੰ, ਵੀ ਤੂੰ ਜਥੇਦਾਰ ਬਣਿਆ। ਉਹ ਕਹਿੰਦਾ ਜੀ ਬਾਦਲ ਸਾਹਿਬ ਨੂੰ ਪੁੱਛ ਲਓ, ਜਿੰਨੀ ਬਾਦਲ ਸਾਹਿਬ ਪੜ੍ਹ ਦੂਗਾ ਉਹ ਤੋਂ ਮੈਂ 4 ਗੁਣਾ ਵੱਧ ਹੀ ਪੜੂੰਗਾ। ਬਿਲਕੁਲ ਜੀ, ਮੈਂ ਤਾਂ ਕੱਲ ਲਿਖ ਕੇ ਪਾਇਆ ਸੀ ਵੀ ਆ ਜਿਹੜਾ ਮਨਜਿੰਦਰ ਸਿੰਘ ਸਿਰਸੇ ਵਾਲਾ ਟੈਸਟ ਆ, ਲੱਗਦੇ ਹੱਥ ਸੁਖਬੀਰ ਬਾਦਲ ਨੂੰ ਵੀ ਦੇ ਦਿਓ, ਵੀ ਉਹ ਵੀ ਤੁਹਾਨੂੰ ਪਾ ਲਾ ਜੇ ਵੀ ਉਹ ਵੀ ਕਿੰਨੇ। ਅੱਛਾ, ਦੂਜੀ ਗੱਲ ਇੱਕ ਮੈਂ ਹੋਰ ਇੱਥੇ ਗੱਲ ਕਲੀਅਰ ਕਰ ਦੇਵਾਂ, ਜੇ ਤੁਹਾਨੂੰ ਵਾਕਿਆ ਹੀ ਪੀੜ ਹੈ ਪੰਜਾਬੀ ਬਾਰੇ, ਸਿੱਖੀ ਬਾਰੇ, ਤਾਂ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖ ਲੈਣੀ ਆ। ਬੰਦਾ ਜਿਹੜਾ ਨਾਲ ਮੇਰੇ ਬੈਠਾ, ਇਹ ਪ੍ਰਾਈਮ ਐਗਜ਼ਾਮਪਲ ਆ, ਇਹਦੀ ਪੰਜਾਬੀ ਕਦੇ ਵੀ ਫਸਟ ਲੈਂਗੁਏਜ ਨਹੀਂ ਰਹੀ, ਇੱਥੇ ਹੀ ਸਿੱਖਿਆ ਤੇ ਹੁਣ ਪੜ੍ਹਨਾ ਵੀ ਆਉਂਦਾ ਤੇ ਲਿਖਣਾ ਵੀ ਆਉਂਦਾ ਹੈ। ਤੇ ਸਿਰਸਾ ਤਾਂ ਪ੍ਰਧਾਨ ਸੀਗਾ, ਉਹਨੂੰ ਤਾਂ ਸਿੱਖ ਲੈਣਾ ਚਾਹੀਦਾ ਸੀਗਾ। ਸੋ ਇਹ ਕੋਈ ਐਕਸਕਿਊਜ਼ ਨਹੀਂ ਹੁੰਦਾ। ਮੇਰਾ ਕਜ਼ਨ ਸੀ ਦਿੱਲੀ ਤੋਂ, ਉਹਨੂੰ ਰੂਬੀਓ ਦਾ ਨਾਂ ਰਵਿੰਦਰ ਸਿੰਘ, ਉਹਨੇ ਉੱਦਾਂ ਹੀ ਸਿੱਖੀ, ਆਪੇ ਹੀ ਸਿੱਖੀ ਆ ਪੰਜਾਬੀ। ਉਹ ਬਹੁਤ ਵਧੀਆ ਲਿਖ ਲੈਂਦਾ, ਬਹੁਤ ਵਧੀਆ ਪੜ੍ਹ ਲੈਂਦਾ। ਜੇ ਤੁਹਾਨੂੰ ਸ਼ੌਕ ਆ, ਜੇ ਤੁਸੀਂ ਵਾਕਈ ਚਾਹੁੰਦੇ ਆ, ਤਾਂ ਜੇ ਤੁਹਾਡਾ ਸਰਦਾ ਅੰਗਰੇਜ਼ੀ 'ਚ ਲਿਖ ਕੇ, ਹਿੰਦੀ 'ਚ ਲਿਖ ਕੇ, ਜਿਵੇਂ ਸਿਰਸੇ ਦਾ ਸਰ ਰਿਹਾ ਸੀ, ਕਮਜ਼ੋਰੀ ਸਾਡੀ ਆ। ਖੈਰ ਮੈਂ ਉਹ ਗੱਲ ਕੰਪਲੀਟ ਕਰ ਲਵਾਂ ਜਿਹੜੀ ਆਪਾਂ ਜਾਤ ਪਾਤ ਵਾਲੀ ਕਰ ਰਹੇ ਸੀ, ਵੀ ਆਪਾਂ ਇਤਿਹਾਸ ਨਵਾਂ ਕਿੱਥੋਂ ਸਿਰਜਾਂਗੇ? ਨਹੀਂ ਸਿਰ ਸਕਦੇ। ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੁੰਦੀ ਆ, ਨਾਲ ਕੌਣ ਆ ਸ਼ਹੀਦ ਹੋਣ ਵਾਲੇ? ਭਾਈ ਸਤੀ ਦਾਸ ਕੌਣ ਆ? ਭਾਈ ਮਤੀ ਦਾਸ ਕੌਣ ਆ? ਭਾਈ ਦਿਆਲਾ ਜੀ ਕੌਣ ਆ? ਅਸੀਂ ਇਤਿਹਾਸ ਨਹੀਂ ਬਦਲ ਸਕਦੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿਰ ਵੱਢਿਆ ਜਾਂਦਾ, ਲਿਜਾਣ ਵਾਲਾ ਕੌਣ ਆ? ਅਸੀਂ ਇਤਿਹਾਸ ਨਹੀਂ ਬਦਲ ਸਕਦੇ। ਤੁਸੀਂ ਧੱਕੇ ਨਾਲ ਨਹੀਂ ਕਹੋਗੇ ਜੱਟਾਂ ਨੇ ਚੱਕਿਆ ਸੀਗਾ ਸਿਰ, ਜੱਟਾਂ ਨੇ ਚੱਕਿਆ ਸੀ, ਧੜ ਵੀ ਜੱਟਾਂ ਨੇ ਚੱਕਿਆ ਸੀ, ਤੇ ਆਪਣਾ ਘਰ ਜਿਹੜਾ ਉਹ ਹੀ ਫੂਕ ਦਿੱਤਾ ਸੀਗਾ। ਨਾ, ਇਤਿਹਾਸ ਨਹੀਂ ਬਦਲਿਆ ਜਾਣਾ। ਜੱਟ ਬਣਾਉਣ ਵਾਲਾ ਕੌਣ ਆ? ਜਿਹਨੂੰ ਅੱਜ ਬੜੀ ਛਾਣ ਨਾਲ ਕਹਿੰਦੇ ਮੈਂ ਜੱਟ, ਮੇਰੀ ਇੰਨੀ ਜ਼ਮੀਨ, ਬਣਾਉਣ ਵਾਲਾ ਕੌਣ ਹੈ? ਬਾਬਾ ਬੰਦਾ ਸਿੰਘ ਬਹਾਦਰ।
ਬਿਲਕੁਲ ਜਿਹਨੂੰ ਅਸੀਂ ਸਿਰਫ ਇਸ ਕਰਕੇ ਸ਼ਿਗਲੀਗਰ ਤੋਂ ਬ੍ਰਾਹਮਣ ਕਰਕੇ ਪ੍ਰਚਾਰ ਰਹੇ ਆ ਵੀ ਜੰਮੂ ਦਾ ਬ੍ਰਾਹਮਣ ਸੀਗਾ ਵੀ ਕਿਤੇ ਸ਼ਿਗਲੀਗਰ ਥੱਲੇ ਨਾ ਆ ਜਾਵੇ ਉਹ, ਜਦ ਕਿ ਉਹ ਨੰਦੇੜ ਦੇ ਵਿੱਚ ਹੀ ਸੀਗਾ। ਅਸੀਂ ਪੂਰਾ ਪ੍ਰੋਗਰਾਮ ਕੀਤਾ, ਜਿਹਨੇ ਦੇਖਣਾ ਧਿਆਨ ਨਾਲ ਦੇਖ ਲਵੇ, ਉੱਥੋਂ ਹੀ ਆਇਆ ਸੀ, ਉੱਥੇ ਹੀ ਉੱਥੇ ਤਿੰਨ ਭਾਗ ਕੀਤੇ ਹੋਏ ਆ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਤੇ। ਕੋਈ ਵੀਰ ਵੀ ਸਾਡੇ YouTube ਚੈਨਲ ਤੇ ਜਾ ਕੇ ਉਹ ਦੇਖ ਤੇ ਸਕਦਾ। ਹੁਣ ਜੇ ਆਪਾਂ ਬਚਿੱਤਰ ਸਿੰਘ ਲਾ ਲਓ, ਹੋਰ ਬਹੁਤ ਸਾਰੇ ਤੁਹਾਨੂੰ ਐਗਜ਼ਾਮਪਲਾਂ ਮਿਲ ਜਾਣੀਆਂ। ਤੇ ਜੇ ਆਪਾਂ ਲੱਤਾਂ ਖਿੱਚਣ ਵਾਲਿਆਂ ਦੀ ਗੱਲ ਕਰੀਏ ਤੇ ਭਾਈ ਪ੍ਰਿਥੀ ਚੰਦ ਕੌਣ ਸੀਗਾ, ਰਾਮ ਰਾਈਏ ਕੌਣ ਸੀਗੇ, ਵਡਭਾਗ ਸਿੰਘ ਕੌਣ ਸੀਗਾ, ਇਹ ਵੀ ਸਾਨੂੰ ਦੇਖਣਾ ਪੈਣਾ ਸਿੱਖ ਇਤਿਹਾਸ ਦੇ ਵਿੱਚੋਂ। ਇਸ ਕਰਕੇ ਅਸੀਂ ਆਪਣੇ ਕੋਲੋਂ ਨਾ ਕੁਛ ਕਰਨ ਦੀ ਕੋਸ਼ਿਸ਼ ਕਰੀਏ ਵੀ ਸ਼ਾਇਦ ਮੈਂ ਉੱਚੀ ਕੁੱਲ ਦਾ ਤਾਂ ਮੈਂ ਹੀ ਸਭ ਕੁਝ ਕੀਤਾ, ਗੁਰੂ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਐਸੀ। ਉਹਨਾਂ ਨੇ ਤਾਂ ਆਪਣੇ ਪਰਿਵਾਰ ਵਾਸਤੇ ਕੋਈ ਜਗ੍ਹਾ ਨਹੀਂ ਰੱਖੀ। ਵਿਨੋਦ ਸਿੰਘ ਕੌਣ ਸੀ, ਗੁਰੂ ਅਮਰਦਾਸ ਪਾਤਸ਼ਾਹ ਦੇ ਵੰਸ਼ ਚੋਂ ਸੀਗਾ, ਜਿਨ੍ਹਾਂ ਦੀ ਆਪਾਂ ਸ਼ਬਦ ਵਿਚਾਰਿਆ ਅੱਜ। ਲੱਤਾਂ ਖਿੱਚਣ ਵਾਲੇ ਹਮੇਸ਼ਾ ਹੀ ਉੱਥੋਂ ਰਹੇ ਆ, ਜਿਹਨਾਂ ਨੂੰ ਆਹੀ ਉੱਚਾ ਘਰਾਣਾ ਕਹਿੰਦੇ ਨੇ, ਵੱਡੇ ਘਰਾਣੇ ਵਾਲੇ। ਬੇਦੀ ਅੱਜ ਤੱਕ ਤੁਹਾਡੀਆਂ ਜੜ੍ਹਾਂ 'ਚ ਤੇਲ ਦਿੰਦੇ ਰਹੇ ਆ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਵੰਸ਼ੀ ਆ, ਗੁਰੂ ਨਾਨਕ ਪਾਤਸ਼ਾਹ ਦੇ ਵੰਸ਼ਜ ਆ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਕੌਣ ਲਾਉਂਦਾ ਰਿਹਾ, ਤੇ ਗੱਦੀ ਚੱਕ ਕੇ ਸਿੱਟੀ ਕਿੰਨੇ ਆ? ਖੇਮ ਸਿੰਘ ਬੇਦੀ ਗੱਦੀ ਲਾਉਂਦਾ ਰਿਹਾ, ਤੇ ਇੱਕ ਪਾਸੇ ਨਹੀਂ ਉਹ ਚੱਕ ਕੇ ਸਿੱਟੀ ਕਿੰਨੇ ਆ? ਉਹਨੂੰ ਅਸੀਂ ਉਹਨੂੰ ਸ਼ੂਦਰ ਕਹਿੰਦੇ ਆ, ਛੋਟੀ ਜਾਤ ਵਾਲਾ ਕਹਿੰਦੇ ਆ। ਤੇ ਪੰਥ ਜੋ ਕਿਉਂ ਛੇਕਿਆ ਸੀ? ਭਾਈ ਤੁਸੀਂ ਇਤਿਹਾਸ ਨਹੀਂ ਬਦਲ ਸਕਦੇ। ਆਪਣੇ ਤੇ ਜਿਹੜੇ ਕਲੰਕ ਲੱਗੇ ਹੋਏ ਆ ਉਹਨਾਂ ਨੂੰ ਕਿਵੇਂ ਧੋਉਂਗੇ? ਕਲੰਕ ਅਸੀਂ ਲਵਾਲੇ ਹੋਏ ਆ। ਸਿੱਖੀ ਨੂੰ ਅੱਗੇ ਕੌਣ ਲੈ ਗਿਆ? ਦਿੱਤ ਸਿੰਘ ਗੁਰਮੁਖ ਸਿੰਘ ਹੁਣੀ ਲੈ ਕੇ ਗਏ ਆ। ਜੀ ਬਿਲਕੁਲ ਬਿਲਕੁਲ। ਅਸੀਂ ਜੋ ਮਰਜ਼ੀ ਕਹੀ ਜਾਈਏ, ਅਸੀਂ ਤਾਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਕੁਛ ਨਹੀਂ ਕਰ ਸਕਦੇ ਭਾਈ। ਫਿਰ ਹੋਰ ਸਾਡੇ ਸਿੱਖਾਂ ਦੇ ਵਿੱਚ ਅੱਗੋਂ ਕ੍ਰੀਏਟ ਕਰ ਲਿਆ, ਇਹ ਪਾਪਾ ਹੁੰਦਾ ਜੀ, ਆ ਫਲਾਣਾ ਹੁੰਦਾ। ਹੁਣ ਜੇ ਕੋਈ ਪੁੱਛ ਲਵੇ ਵੀ ਪਾਪਾ ਕਿਹਨੂੰ ਕਹਿੰਦੇ ਆ, ਬੇਦੀ ਨੂੰ ਕਹਿੰਦੇ ਆ ਪਾਪਾ, ਭੱਲਿਆਂ ਨੂੰ ਪਾਪਾ ਕਹਿੰਦੇ ਆ ਕਿ ਸੋਢੀਆਂ ਨੂੰ ਪਾਪਾ ਕਹਿੰਦੇ ਆ? ਜੇ ਸਾਰੇ ਗੁਰੂ ਹੀ ਪਾਪੇ ਆ ਫਿਰ। ਜੇ ਕੋਈ ਤੁਹਾਨੂੰ ਆ ਸਵਾਲ ਕਰ ਦੇਵੇ ਕੱਲ ਨੂੰ ਵੀ ਕਿਹਨੂੰ ਕਹਿੰਦੇ ਆ ਤੁਸੀਂ ਪਾਪੇ, ਦੱਸੋ, ਐਕਸਪਲੇਨ ਤਾਂ ਕਰੋ ਨਾ ਸਾਨੂੰ। ਸ਼ਰਮ ਦਾ ਘਾਟਾ ਇਹਨੂੰ ਕਹਿੰਦੇ ਆ, ਸ਼ਰਮ ਦਾ ਘਾਟਾ। ਲਵਾਣੇ ਕਿਹਨਾਂ ਨੂੰ ਕਹਿੰਦੇ ਆ? ਕਿਹਨਾਂ ਨੂੰ ਕਹਿੰਦੇ ਆ? ਸ਼ਿਗਲੀਗਰ, ਛੋਟੀ ਜਾਤ ਵਾਲੇ। ਭਾਈ ਕੋਈ ਪ੍ਰਾਪਤੀ ਤਾਂ ਦੱਸੋ ਨਾ ਵੀ ਉੱਚੀ ਜਾਤ ਵਾਲੇ ਦੀ ਆਹ ਪ੍ਰਾਪਤੀ ਆ, ਅਸੀਂ ਆਹ ਕੀਤਾ। ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੇ ਦਿੱਤੀਆਂ, ਤੁਸੀਂ ਆਪਣੇ ਨਾਂ ਦੇ ਨਾਲ ਗੋਤਾਂ ਲਾਤੀਆਂ ਪਿੰਡਾਂ ਦੇ ਹਿਸਾਬ ਨਾਲ, ਅਸੀਂ ਜੱਟ ਬਣ ਗਏ। ਅਸੀਂ ਸਾਰੇ ਇੱਕ ਬਰਾਬਰ ਸੀਗੇ। ਜਿਹਨਾਂ ਨੇ ਕੋਈ ਹੋਰ ਕੰਮ ਸ਼ੁਰੂ ਕਰਤਾ ਉਹਨਾਂ ਨੂੰ ਹੋਰ ਨਾਮ ਦੇ ਦਿੱਤਾ ਸੀ। ਨਾਲੇ ਜਿਹੜਾ ਬੰਦਾ ਭਾਵੇਂ ਕਿਤੋਂ ਆਵੇ, ਜਿਹੜਾ ਸਿੱਖੀ ਵਿੱਚ ਪੈਰ ਧਰ ਲਿਆ ਜਿਹਨੇ, ਉਹਦੇ ਮਗਰ ਦੇ ਜਿਹੜਾ ਕੀਲਾ ਉਹ ਪੱਟਿਆ ਜਾਂਦਾ। ਹਾਂਜੀ ਜਗਮੋਹਨ ਸਿੰਘ ਜੀ, ਤੁਸੀਂ ਐਂਡ ਕਰ ਦਿਓ ਪ੍ਰੋਗਰਾਮ ਦੇ ਐਂਡ 'ਚ ਜੋ ਵੀ ਤੁਸੀਂ ਕਹਿਣਾ ਚਾਹੋ। ਆਖਰੀ ਦੇ ਵਿੱਚ ਪਹਿਲਾਂ ਤਾਂ ਸਾਰੇ ਧੰਨਵਾਦ, ਤੇ ਅਸੀਂ ਆਪਣੇ ਦਰਸ਼ਕਾਂ ਤੋਂ ਖਿਮਾ ਮੰਗਦੇ ਹਾਂ ਜਿਹੜੇ ਸਾਨੂੰ ਫੇਸਬੁੱਕ ਤੇ ਪ੍ਰੋਬਲਮ ਆਈ ਆ। ਬਾਕੀ ਸਾਰੇ ਪਾਸੇ ਟੀਵੀ ਦੇ ਉੱਪਰ, YouTube ਦੇ ਉੱਪਰ ਬਿਲਕੁਲ ਵਧੀਆ ਪ੍ਰੋਗਰਾਮ ਚੱਲਿਆ, ਕੋਈ ਪ੍ਰੋਬਲਮ ਨਹੀਂ ਆਈ। ਸੋ ਇਹ ਫੇਸਬੁੱਕ ਦੀ ਪ੍ਰੋਬਲਮ ਇਹ ਵੀ ਹੋ ਸਕਦੀ, ਜਿੱਦਾਂ ਮੈਂ ਦੱਸਿਆ ਵੀ ਰਿਲਾਇੰਸ ਕਰਕੇ ਵੀ ਹੋ ਸਕਦਾ ਵੀ ਜਿਹੜੇ ਬਾਹਰਲੇ ਚੈਨਲ ਚੱਲਦੇ ਆ ਵੀ ਉੱਥੇ ਦਾ ਕੁਛ ਨਾ ਦਿਖਾਉਣ ਸਕਣ, ਇਸ ਕਰਕੇ ਵੀ ਹੋ ਸਕਦਾ ਵੀ ਇੱਥੇ ਕੋਈ ਪਾਬੰਦੀਆਂ ਜਾਂ ਕੁਛ ਨਾ ਕੁਛ ਕੰਪਲੇਂਟਸ ਵੀ ਹੋ ਜਾਂਦੀਆਂ ਜਦੋਂ ਕੋਈ ਪੋਸਟ ਵੀ ਪਾਈ ਦੀ ਆ ਕਈ ਵਾਰ, ਜਿਹੜੀ ਭਾਰਤ ਦੀ ਗਵਰਨਮੈਂਟ ਸਰਕਾਰ ਨੂੰ ਚੁੱਭਦੀ ਆ। ਬਾਕੀ ਮੈਂ ਸੰਗਤ ਨੂੰ ਇਹ ਦੱਸ ਦਵਾਂ ਵੀ ਪ੍ਰੋਗਰਾਮ ਤੋਂ ਤੁਰੰਤ ਬਾਅਦ ਮੈਂ ਇਸੇ ਪ੍ਰੋਗਰਾਮ ਦਾ ਪ੍ਰੀਮੀਅਰ ਲਾ ਦੂੰਗਾ ਫੇਸਬੁੱਕ ਦੇ ਉੱਤੇ। ਮੇਰਾ ਖਿਆਲ ਉਹ ਪ੍ਰੀਮੀਅਰ ਨੂੰ ਨਹੀਂ ਰੋਕ ਸਕਦੇ, ਪ੍ਰੀਮੀਅਰ ਚੱਲ ਰਹੇ ਆ, ਉਹ ਲਾਈਵ ਦੀ ਪ੍ਰੋਬਲਮ ਸੀਗੀ ਫੀਡ ਦੀ। ਹਾਂਜੀ, ਦੂਜੀ ਗੱਲ ਇਹ ਆ ਵੀ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਵੀ ਸਿਰਸੇ ਹੋਣਾ ਦੀ, ਜਾਂ ਸਾਰੇ ਜੇ ਇਹ ਸਾਰੇ ਪੈਮਾਨੇ ਸ਼੍ਰੋਮਣੀ ਕਮੇਟੀ ਤੇ ਹਰ ਇੱਕ ਤੇ ਲਾਏ ਜਾਣ ਤੇ ਬਹੁਤ ਸਾਰੇ ਜਿਹੜੇ ਆ ਲੋਕ ਆ ਉਹ ਵਾਸ਼ ਆਊਟ ਹੋ ਜਾਣਗੇ, ਜਿਨ੍ਹਾਂ ਨੂੰ ਸਿੱਖੀ ਸਿਧਾਂਤ ਹੀ ਨਹੀਂ ਪਤਾ, ਕੁਛ ਨਹੀਂ ਆ। ਗੁਰਦੁਆਰਿਆਂ 'ਚ ਮਨਮਤ ਕਿੱਦਾਂ ਫੈਲਾਈ ਜਾ ਰਹੀ ਹੈ ਆਪਾਂ ਨੂੰ ਵੀ ਪਤਾ ਆ, ਬਾਹਰਲੇ ਗੁਰਦੁਆਰਿਆਂ 'ਚ ਵੀ ਆਪਾਂ ਨੂੰ ਪਤਾ ਆ ਵੀ ਕਿੱਦਾਂ ਮਨਮਤ ਦਾ ਜ਼ੋਰ ਹੋ ਰਿਹਾ ਆ। ਗੁਰਮਤ ਨੂੰ ਕਿਤੇ ਨਾ ਕਿਤੇ ਢਾਹ ਲਾਈ ਜਾ ਰਹੀ ਆ। ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਪਿੱਛੇ ਸੱਟ ਕੇ ਕਦੀ ਸ਼੍ਰੀ ਚੰਦੀਆਂ ਦੇ ਦਿਨ ਮਨਾਏ ਜਾ ਰਹੇ ਆ, ਸ਼੍ਰੀ ਚੰਦੀਆਂ ਦਾ ਇਤਿਹਾਸ, ਉਹਨਾਂ ਦਾ ਸਿਧਾਂਤ ਲਾਗੂ ਕੀਤਾ ਜਾਂਦਾ। ਕਦੇ ਟਕਸਾਲ ਦੀ ਰਹਿਤ ਮਰਿਆਦਾ ਬਣਾ ਕੇ ਜੀ ਇਹ ਪੁਰਾਤਨ ਆ ਉਹ ਥੋਪੀ ਜਾਂਦੀ ਆ, ਕਦੀ ਨਾਨਕਸਰੀਆਂ ਦੀ ਮਰਿਆਦਾ ਜਿਹੜੀ ਆ ਉਹ ਥੋਪੀ ਜਾਂਦੀ ਆ। ਪਿੱਛੇ ਜਿਹੇ ਭੁੱਚੋ ਮੰਡੀ ਵਾਲੇ ਦੇ ਸਾਹ ਦੀਆਂ 2 ਕਲਿੱਪਾਂ ਚੱਲੀਆਂ, ਧੱਕੇ ਨਾਲ ਲੇਖਾ ਪਾੜ ਦਿੱਤਾ ਵਾਲੀ, ਤੇ ਇੱਕ ਉਹ ਲੱਕ ਹਿਲੇ ਮਜਾਜਣ ਜਾਂਦੀ ਦਾ। ਇਹ ਹੁੰਦੇ ਆ ਸਾਧ, ਇਹ ਮਹਾਂਪੁਰਖ ਹੁੰਦੇ ਆ ਜਿਹੜੇ ਕਹਿੰਦੇ ਵੀ ਲੱਕ ਹਿੱਲੇ ਮਜਾਜਣ ਜਾਂਦੀ ਦਾ। ਸੋ ਸਾਨੂੰ ਸੋਚਣਾ ਪੈਣਾ ਆ ਵੀ ਇਹ ਲੋਕ ਆ, ਇਹ ਇੰਟਰਨੈਟ ਨਹੀਂ ਸੀਗਾ ਕਰਕੇ ਪਹਿਲੇ 20-25 ਸਾਲ ਜਾਂ 40 ਸਾਲ ਪਹਿਲਾਂ, ਜੇ ਕਿਤੇ ਪਹਿਲਾਂ ਵੀ ਇੰਟਰਨੈਟ ਹੁੰਦਾ ਤਾਂ ਜਿੰਨੇ ਆਹ ਰਾੜੇ ਵਾਲੇ ਆ, ਜਿੰਨੇ ਆਹ ਭਿਓਵੇ ਵਾਲੇ ਆ ਸ਼ੁਰੂ 'ਚ ਹੀ, ਜਿੰਨੇ ਆਹ ਆਪਾਂ ਜਿਹਨੂੰ ਕਹਿੰਦੇ ਆ ਆਨੰਦ ਸਿੰਘ ਹੁਣੀ ਆ, ਇਹਨਾਂ ਸਾਰਿਆਂ ਦੀ ਆਹ ਕਰਤੂਤਾਂ ਹੀ ਸਾਡੇ ਸਾਹਮਣੇ ਆਉਣੀਆਂ ਸੀ।
ਸੋ ਸਾਡੇ ਕੋਲ ਇੰਨਾ ਸਮਾਨ ਹੈ ਇਹਨਾਂ ਬਾਰੇ, ਇਹਨਾਂ ਦੀ ਹਿਸਟਰੀ ਬਾਰੇ, ਇਹਨਾਂ ਦੇ ਚੇਲਿਆਂ ਤੋਂ ਹੀ ਪਤਾ ਲੱਗਦਾ ਵੀ ਕੀ ਕੜੀਆਂ ਘੋਲਦੇ ਆਪਣੇ ਡੇਰਿਆਂ ਦੇ ਵਿੱਚ। ਚਾਹੇ ਉਹ ਲੂਲੋਵਾਲ ਵਾਲਾ ਆ, ਕਿਹੜਾ ਜਗਦੇਵ ਸਿੰਘ ਸੀਗਾ ਲੂਲੋਵਾਲ, ਇਹਨਾਂ ਦੀਆਂ ਇੰਨਾ ਸਮਾਨ ਹੈ, ਇੰਨਾ ਕੁਛ ਆ। ਤੇ ਆਪਾਂ ਨੂੰ ਆਹ ਠਾਕਰ ਸਿੰਘ ਗੱਪੀ ਦਾ ਤਾਂ ਪਤਾ ਹੀ ਆ, ਕਿੱਦਾਂ ਉਹ ਕੁੜੀ ਨਾਲ ਉਹ ਜਿਹੜਾ ਕਿਸ ਕਰਦਾ ਤੇ ਮੁੜ ਕੇ ਇਹਨੂੰ ਕੁੜੀ ਬਣਾਇਆ ਸੀ, ਉਹਨੂੰ ਕਿੱਸਾ ਕਰਨ ਲੱਗ ਪਿਆ ਜਾ ਕੇ, ਤੇ ਮੁੜ ਕੇ ਉਹ ਕੁੜੀ ਨੇ ਦੀ ਲਾਈਵ ਰਿਕਾਰਡਿੰਗ ਕਰਕੇ YouTube ਤੇ ਪਾਈ ਆ। ਸੋ ਭਰਾਵੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਆਪ ਗੁਰਬਾਣੀ ਪੜ੍ਹੋ, ਆਪ ਗੁਰਮਤਿ ਧਾਰਨੀ ਹੋਵੋ, ਇਹਨਾਂ ਸਾਧ ਬਾਬੇ ਪਖੰਡੀਆਂ ਤੋਂ ਬਚੋ। ਇਹ ਕਿਸੇ ਦਾ ਭਲਾ ਨਹੀਂ ਕਰ ਸਕਦੇ, ਇਹ ਕਿਸੇ ਦਾ ਘਰ ਉਜਾੜ ਸਕਦੇ ਆ, ਕਿਸੇ ਦੇ ਘਰ ਡਿਵੋਰਸ ਕਰਾ ਸਕਦੇ ਆ, ਕਿਸੇ ਦਾ ਬਸਿਆ ਵਸਾਇਆ ਘਰ ਜਿਹੜਾ ਉਥਲ ਪੁਥਲ ਕਰ ਸਕਦੇ, ਪਰ ਇਹ ਤੁਹਾਡਾ ਕੁਝ ਸਵਾਰ ਨਹੀਂ ਸਕਦੇ। ਸਵਾਰਨਾ ਤੁਹਾਡਾ ਗੁਰੂ ਪਾਤਸ਼ਾਹ ਦੀ ਬਾਣੀ ਨੇ ਆ। ਜੇ ਆਪਣਾ ਟਾਈਮ ਕੱਢ ਕੇ ਡੇਲੀ ਇੱਕ ਸ਼ਬਦ ਹੀ ਪੜ੍ਹੋ ਗੁਰਬਾਣੀ ਦਾ, ਜਿੰਨਾ ਵੀ ਪੜ੍ਹ ਸਕਦੇ ਹੋ ਜ਼ਰੂਰ ਪੜ੍ਹੋ। ਸਾਡੀ ਇਹ ਹੱਥ ਜੋੜ ਕੇ ਬੇਨਤੀ ਆ, ਵਿਚੋਲੇ ਕੱਢੋ। ਅਸੀਂ ਚੰਗੇ ਪ੍ਰਚਾਰਕ ਜਿਹੜੇ ਸਟੇਜ ਤੋਂ ਦੇਖਿਆ, ਉਹ ਹਮੇਸ਼ਾ ਇਹ ਕਹਿੰਦੇ ਗੁਰਬਾਣੀ ਆਪ ਪੜ੍ਹੋ। ਉਹ ਕਹਿੰਦੇ ਸਾਡੀ ਵੀ ਨਾ ਮੰਨੋ, ਗੁਰਬਾਣੀ ਆਪ ਪੜ੍ਹੋ। ਇੱਦਾਂ ਦੇ ਚੰਦ ਪ੍ਰਚਾਰਕ ਆ, ਬਾਕੀ ਸਾਰੇ ਤਾਂ ਇਹ ਕਹਿੰਦੇ ਆ ਵੀ ਸਾਡੇ ਪਿੱਛੇ ਲੱਗੋ, ਜੋ ਅਸੀਂ ਕਹਿਤਾ ਉਹੀ ਪੱਥਰ ਤੇ ਲਕੀਰ ਆ। ਸੋ ਆਖਰੀ ਦੇ ਵਿੱਚ ਖਿਮਾ ਦੇ ਜਾਚਕ ਆ, ਜੇ ਕੋਈ ਭੁੱਲ ਚੁੱਕ ਹੋਈ ਹੋਵੇ ਤੇ ਕੱਲ ਨੂੰ ਅਸੀਂ ਰਕੇਸ਼ ਕੈਥੋੜਾ ਨੂੰ ਲੈ ਕੇ ਆਵਾਂਗੇ, ਤੁਹਾਡੇ ਰੂਬਰੂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।